ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅਮਰੀਕਾ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਅਮਰੀਕਾ ਦੇ ਐਕਸਪਰਟਸ ਇਹ ਕਹਿ ਰਹੇ ਨੇ। ਕਾਰਨ ਚੀਨ ਦੀ ਅਰਥ ਵਿਵਸਥਾ ਵਿਗੜਦੀ ਪਈ ਹੈ। ਪਿਛਲੇ 40 ਸਾਲ ਤੋਂ ਜੋ ਗੋਲਡਨ ਪੀਰੀਅਡ ਚੱਲਦਾ ਪਿਆ ਸੀ ਚੀਨ ਦੀ ਇਕਨੋਮੀ ਦਾ, ਉਹ ਲਗਭਗ ਖਤਮ ਹੋ ਚੁੱਕਾ ਹੈ। ਚੀਨ ਦੀ ਅਰਥ ਵਿਵਸਥਾ ਡਿਪੈਂਡ ਕਰਦੀ ਹੈ ਮੈਨੂਫੈਕਚਰਿੰਗ ਸੈਕਟਰ ਦੇ ਉੱਤੇ। ਉਸ ਦੀ ਇਸ ਵਕਤ ਹਾਲਤ ਖਸਤਾ ਹੈ। ਇਸ ਕਰਕੇ ਜੋ ਗਰੋਥ ਰੇਟ ਹੈ ਚੀਨ ਦੀ ਇਕਨੋਮੀ ਦੀ, ਉਹ 5% ਤੋਂ ਵੀ ਘਟ ਜਾ ਰਹੀ ਹੈ। ਔਰ ਚੀਨ ਦਾ ਜੋ ਕਰੰਸੀ ਦਾ ਮੁੱਲ ਹੈ ਯੂਆਨ ਦਾ, ਉਹ ਵੀ ਘਟਦਾ ਜਾ ਰਿਹਾ ਹੈ। ਵਰਲਡ ਮਾਰਕੀਟ ਦੇ ਵਿੱਚ ਇਹ ਵੀ ਉਹਦੀ ਸਾਖ ਦੇ ਉੱਤੇ ਇੱਕ ਕੁਐਸਚਨ ਮਾਰਕ ਲੱਗਦਾ ਪਿਆ। ਔਰ ਜਿਹੜੇ ਵੀ ਦੇਸ਼ਾਂ ਦੀਆਂ ਅਰਥ ਵਿਵਸਥਾਵਾਂ ਚੀਨ ਦੇ ਉੱਤੇ ਡਿਪੈਂਡ ਕਰਦੀਆਂ ਨੇ, ਉਹਨਾਂ ਸਾਰਿਆਂ ਦੇ ਵਾਸਤੇ ਖਤਰੇ ਦੀ ਘੰਟੀ ਹੈ ਕਿ ਸੁਚੇਤ ਹੋ ਜਾਓ, ਕਿਉਂਕਿ ਚੀਨ ਦੇ ਉੱਤੇ ਡਿਪੈਂਡ ਕਰਨਾ ਔਰ ਚੀਨ ਦੇ ਨਾਲ ਇਸ ਤਰ੍ਹਾਂ ਦੀ ਟ੍ਰੇਡਿੰਗ ਰੱਖਣਾ ਕਿ ਤੁਹਾਡੀ ਅਰਥ ਵਿਵਸਥਾ ਉਹਨਾਂ ਦੇ ਉੱਤੇ ਡਿਪੈਂਡ ਕਰੇ, ਇਹ ਰਿਸਕੀ ਹੋ ਸਕਦਾ ਹੈ। ਔਰ ਚੀਨ ਨੇ ਕੀ ਕੀਤਾ ਹੈ ਕਿ ਜੋ ਉੱਥੋਂ ਦੀ ਪਾਰਟੀ ਹੈ ਸ਼ੀ ਜਿਨਪਿੰਗ, ਜਿਸ ਨੂੰ ਬਿਲੋਂਗ ਕਰਦੇ ਨੇ, ਉਹਨਾਂ ਨੇ ਸਿਰਫ ਉਸ ਸੈਕਟਰ ਦੇ ਉੱਤੇ ਹੀ ਪੈਸਾ ਖਰਚ ਕੀਤਾ ਜੋ ਉਹਨਾਂ ਦੀ ਪਾਰਟੀ ਦੇ ਏਜੰਡੇ ਨੂੰ ਸੂਟ ਕਰਦਾ, ਜੋ ਉਹਨਾਂ ਦੇ ਪੋਲੀਟੀਕਲ ਮੋਟਿਵਸ ਨੂੰ ਸੂਟ ਕਰਦਾ ਹੈ, ਪੋਲੀਟੀਕਲ ਇਕੋਨਮੀ। ਤੇ ਜਿਹੜੇ ਸੈਕਟਰ ਜ਼ਰੂਰੀ ਨੇ ਦੇਸ਼ ਦੀ ਇਕੋਨਮੀ ਵਾਸਤੇ ਚੀਨ ਦੀ, ਉਹਦੇ ਵਿੱਚ ਜ਼ਿਆਦਾ ਪੈਸਾ ਨਹੀਂ ਲਗਾਇਆ ਜਾ ਰਿਹਾ ਕਿਉਂਕਿ ਇਹ ਉਹਨਾਂ ਦੇ ਏਜੰਡੇ ਨੂੰ ਸੂਟ ਨਹੀਂ ਕਰਦਾ। ਪਰ ਉਹ ਸੈਕਟਰ ਉਹੀ ਨੇ ਜਿਨ੍ਹਾਂ ਨੇ ਚੀਨ ਨੂੰ ਇੰਨੀ ਤਰੱਕੀ ਬਖਸ਼ੀ ਔਰ 40 ਸਾਲ ਦਾ ਗੋਲਡਨ ਪੀਰੀਅਡ ਦਿੱਤਾ। ਚੀਨ ਦੀ ਇਹ ਗਲਤੀ ਹੈ ਕਿ ਸਿਰਫ ਆਪਣੇ ਮਿਲਟਰੀ ਦੇ ਮੁਤਾਬਿਕ, ਆਪਣੇ ਇੰਟਰਸਟ ਦੇ ਮੁਤਾਬਿਕ, ਆਪਣੇ ਦੇਸ਼ ਦੇ ਹੀ ਉਹਨਾਂ ਸੈਕਟਰਸ ਦੇ ਉੱਤੇ ਖਰਚ ਕਰਦਾ ਹੈ ਜਿਹੜੇ ਉਹਨਾਂ ਨੂੰ ਸੂਟ ਕਰਦੇ ਨੇ। ਔਰ ਉੱਥੇ ਅਨਇੰਪਲੋਇਮੈਂਟ ਹਾਈ ਰੇਟ ਤੇ ਜਾ ਰਹੀ ਹੈ, ਨੌਜਵਾਨ ਬਹੁਤ ਜ਼ਿਆਦਾ ਪਰੇਸ਼ਾਨ ਨੇ। ਔਰ ਉਸੇ ਹੀ ਤਰਜ਼ ਦੇ ਉੱਤੇ ਕਿਹਾ ਜਾ ਰਿਹਾ ਕਿ ਬਾਈਡਨ ਸਾਹਿਬ ਵੀ ਚੱਲਦੇ ਪਏ ਨੇ ਔਰ ਉਹਨਾਂ ਸੈਕਟਰਸ ਦੇ ਵਿੱਚ ਇਨਵੈਸਟ ਕਰਦੇ ਪਏ ਨੇ ਜਿਹੜੇ ਸੈਕਟਰਸ ਉਹਨਾਂ ਨੂੰ ਸੂਟ ਕਰਦੇ ਨੇ। ਇੱਕ ਬੈਲੈਂਸ ਬਣਾ ਕੇ ਨਹੀਂ ਚੱਲ ਰਹੇ। ਬਾਈਡਨ ਸਾਹਿਬ ਉਹੀ ਗਲਤੀ ਕਰ ਰਹੇ ਨੇ ਜੋ ਚੀਨ ਨੇ ਗਲਤੀ ਕੀਤੀ ਹੈ। ਇਸ ਕਰਕੇ ਅਮਰੀਕਾ ਦੇ ਅੰਦਰ ਵੀ ਮਹਿੰਗਾਈ ਦਾ ਦਰ ਬਹੁਤ ਜ਼ਿਆਦਾ ਹੈ। ਬੇਰੁਜ਼ਗਾਰੀ ਤਾਂ ਚਲੋ ਆਪਣੇ ਹਿਸਾਬ ਨਾਲ ਚੱਲਦੀ ਪਈ ਹੈ ਔਰ ਇੱਕ ਤਰ੍ਹਾਂ ਨਾਲ ਉਸ ਨੂੰ ਹੈਂਡਲ ਵੀ ਕੀਤਾ ਜਾ ਰਿਹਾ, ਪਰ ਨਾਲ ਦੀ ਨਾਲ ਬਹੁਤ ਜ਼ਿਆਦਾ ਮਹਿੰਗਾਈ ਹੈ। ਇਸ ਕਰਕੇ ਜੋ ਚੀਨ ਦੀਆਂ ਗਲਤੀਆਂ ਨੇ ਉਹ ਅਮਰੀਕਾ ਨੂੰ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਹੌਲੀ ਹੌਲੀ ਇਹ ਨਾ ਹੋਵੇ ਕਿ ਚੀਨ ਵੀ ਅਮਰੀਕਾ ਦੇ ਉੱਤੇ ਹਾਵੀ ਹੋ ਜਾਵੇ ਔਰ ਅਮਰੀਕਾ ਚੀਨ ਦੀ ਰਾਹ ਦੇ ਉੱਤੇ ਤੁਰ ਪਵੇ। ਇਹ ਐਕਸਪਰਟਸ ਸੁਚੇਤ ਕਰਦੇ ਪਏ ਨੇ। ਸੋ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਸ ਰਿਸਕ ਨੂੰ ਜੋ ਪ੍ਰਸ਼ਾਂਤ ਮਹਾਸਾਗਰ ਵੱਲੋਂ ਆ ਰਿਹਾ ਹੈ ਇੱਕ ਤਬਾਹੀ ਦੇ ਰੂਪ ਦੇ ਵਿੱਚ, ਉਸ ਨੂੰ ਟਾਈਮ ਦੇ ਨਾਲ ਹੀ ਨਜਿੱਠ ਲਿਆ ਜਾਏ ਤੇ ਉਸ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦਿੱਤਾ ਜਾਏ। ਸੋ ਇਹ ਅਮਰੀਕਾ ਦੇ ਵਾਸਤੇ ਇੱਕ ਹਾਈ ਅਲਰਟ ਦੀ ਸਿਚੁਏਸ਼ਨ ਹੈ ਇਕਨੋਮਿਕਲੀ। ਹੁਣ ਚੱਲਦੇ ਹਾਂ ਆਪਣੇ ਭਾਰਤ ਦੇ ਮੁੱਦਿਆਂ ਵੱਲ, ਆਪਣੇ ਪੰਜਾਬ ਦੇ ਮੁੱਦਿਆਂ ਦੇ ਵੱਲ। ਨਾਲ ਆਪਾਂ ਹੋਰ ਵੀ ਦੇਸ਼ ਵਿਦੇਸ਼ ਦੇ ਮੁੱਦੇ ਇਹਦੇ ਵਿੱਚ ਡਿਸਕਸ ਕਰਾਂਗੇ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਸੰਜੀਵ ਖੰਨਾ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਸੁਨਹਿਰੀ ਯੁੱਗ ਦੀ, ਗੋਲਡਨ ਪੀਰੀਅਡ ਦੀ, ਜਿਹਦੇ ਵਿੱਚ ਤੁਸੀਂ ਦੱਸਿਆ ਦੋ ਸੁਪਰ ਪਾਵਰ ਜਿਹੜੀਆਂ ਹੈਗੀਆਂ ਨੇ ਵਰਲਡ ਦੀਆਂ, ਚਾਈਨਾ ਔਰ ਅਮਰੀਕਾ ਦੀ ਗੱਲ ਕੀਤੀ ਹੈ ਔਰ ਉਹਨਾਂ ਦੀਆਂ ਜਿਹੜੀਆਂ ਗਲਤੀਆਂ ਨੇ ਜਿਹਦੇ ਵਿੱਚ ਉਹ ਕੁਝ ਗਲਤੀਆਂ ਦੁਹਰਾ ਰਹੇ ਆ, ਰਿਪੀਟ ਕਰ ਰਹੇ ਆ, ਉਹਦਾ ਵੀ ਜ਼ਿਕਰ ਕੀਤਾ। ਔਰ ਤੁਸੀਂ ਦੱਸਿਆ ਪਰ ਉਹ ਕਿਹੜਾ ਦੇਸ਼ ਨਹੀਂ ਜਿੱਥੇ ਚਾਈਨਾ ਨਹੀਂ ਬੈਠਾ। ਇਹਦਾ ਤੁਸੀਂ ਦੱਸਿਆ ਵੀ ਇਹਨਾਂ ਦਾ ਜਿਹੜਾ ਟ੍ਰੇਡ ਆ ਜਾਂ ਇਹਨਾਂ ਦਾ ਬਿਜ਼ਨਸ ਹੈ ਇਸ ਸਾਰੇ ਵਰਲਡ ਵਿੱਚ ਫੈਲਿਆ ਹੋਇਆ। ਉਹਦੇ ਬਾਵਜੂਦ ਵੀ ਹੁਣ ਇਹਨਾਂ ਕੋਲ ਪਾਪੂਲੇਸ਼ਨ ਵੀ ਅਨਕੰਟਰੋਲਡ ਆ, ਪਾਪੂਲੇਸ਼ਨ ਬਹੁਤ ਜ਼ਿਆਦਾ ਵਾ। ਪਰ ਇਹ ਨੁਕਤਾਚੀਨੀ ਲੋਕਾਂ 'ਤੇ ਜਾਂ ਦੂਜਿਆਂ ਦੇਸ਼ਾਂ 'ਤੇ ਕਰਦੇ ਆ। ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਇਹਨਾਂ ਦੇ ਵਿੱਚ ਆਦਤ ਨਹੀਂ। ਔਰ ਤੁਸੀਂ ਇਹ ਵੀ ਗੱਲ ਕੀਤੀ ਹੈ, ਵੀ ਜ਼ਿਕਰ ਕੀਤਾ ਕਿ ਅਮਰੀਕਾ ਨੂੰ ਵੀ ਇਸ ਗਲਤੀਆਂ ਨੂੰ ਦੁਹਰਾਉਣਾ ਨਹੀਂ ਚਾਹੀਦਾ, ਕਿਉਂਕਿ ਉੱਥੇ ਵੀ ਹੜਤਾਲਾਂ ਦਾ ਯੁੱਗ ਆ ਗਿਆ। ਉੱਥੇ ਵੀ ਬਹੁਤ ਸਟ੍ਰਾਈਕਸ ਹੋ ਰਹੀਆਂ, ਉੱਥੇ ਵੀ ਮਹਿੰਗਾਈ ਨੇ ਜ਼ੋਰ ਫੜ ਲਿਆ, ਉੱਥੇ ਵੀ ਬੈਂਕਾਂ ਢਹਿ ਢੇਰੀ ਹੋਈਆਂ ਔਰ ਉੱਥੋਂ ਦੀ ਇਕੋਨਮੀ ਜਿਹੜੀ ਹੈਗੀ ਹੈ ਡਾਊਨ ਹੁੰਦੀ ਜਾ ਰਹੀ ਹੈ। ਜਦੋਂ ਨਾਲ ਲੱਗਦਾ ਦੇਸ਼ ਕੈਨੇਡਾ ਜਿਹੜਾ ਹੈਗਾ ਉਹ ਸਥਿਰ ਆ, ਉਹ ਸਟੇਬਲ ਆ, ਕਿਉਂਕਿ ਉਹਨਾਂ ਕੋਲ ਜਿਹੜੇ ਸਟੂਡੈਂਟ ਜ਼ਿਆਦਾ ਜਾ ਰਹੇ, ਉੱਥੇ ਪੜ੍ਹਨ ਲਈ ਜਾ ਰਹੇ ਆ। ਪੈਸਾ ਜਿਹੜਾ ਇੰਡੀਆ ਤੋਂ ਬਹੁਤ ਚਲੇ ਗਿਆ। ਉਹਨਾਂ ਦੀ ਐਮਬੈਸੀ ਇਸ ਵੇਲੇ ਮਾਲਾ ਮਾਲ ਆ ਔਰ ਜਿਹੜੀ ਇਸ ਵੇਲੇ ਉਹਨਾਂ ਦੀ ਇਕੋਨਮੀ ਆ ਉਹ ਵੀ ਬਿਲਕੁਲ ਸਿਖਰ 'ਤੇ ਆ। ਹਾਲਾਂਕਿ ਚਾਹੇ ਸਾਡੇ ਉਹਨਾਂ ਨਾਲ ਸੰਬੰਧ ਥੋੜ੍ਹੇ ਜਿਹੇ ਵਿਗੜਨ ਲੱਗੇ ਸੀਗੇ, ਪਰ ਉਹਦੇ ਵਿੱਚ ਇਹਦੇ 'ਤੇ ਕੋਈ ਰੁਕਾਵਟ ਨਹੀਂ ਆਈ। ਸਾਡੇ ਜਿਹੜੇ ਵੀਜ਼ੇ ਨੇ, ਸਾਡੇ ਆਉਣ ਜਾਣ ਦੀ, ਉੱਥੇ ਬੈਠੇ ਨੇ ਲੋਕ ਜਿਹੜੇ NRI ਆ ਜਾਂ ਜਿਹੜੇ ਉੱਥੇ PR ਆ, ਉਹਨਾਂ ਨੂੰ ਜੇ ਪੁੱਛਿਆ ਜਾਵੇ ਫ਼ੋਨ 'ਤੇ ਤਾਂ ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਇੱਥੇ ਕੀ ਹੈਗਾ, ਕੋਈ ਇਸ ਤਰ੍ਹਾਂ ਦੀ ਟੈਨਸ਼ਨ ਨਹੀਂ ਹੈਗੀ। ਜੇ ਟੈਨਸ਼ਨ ਕ੍ਰੀਏਟ ਹੋਈ ਹੈ, ਜੇ ਚਿੰਤਾਜਨਕ ਲੋਕ ਨੇ, ਉਹ ਪੰਜਾਬ ਦੇ ਅਤੇ ਹਿੰਦੁਸਤਾਨ ਦੇ ਲੋਕ ਹੈਗੇ ਆ। ਇਹਨਾਂ ਨੂੰ ਦੂਰ ਬੈਠਿਆਂ ਨੂੰ ਲੱਗਦਾ ਕਿ ਉੱਥੇ ਪਤਾ ਨਹੀਂ ਕੀ ਹੋ ਗਿਆ। ਉਹ ਤਾਂ ਬੜੇ ਸੁਖੀ ਵਸ ਰਹੇ ਆ। ਇਸ ਤਰ੍ਹਾਂ ਦੀ ਗੱਲ ਹੈਗੀ ਆ। ਇਹਦੇ ਨਾਲ ਅਸੀਂ 3 ਕੰਟਰੀ ਦੀ ਗੱਲ ਕੀਤੀ ਹੈ। ਇਹਦੇ ਵਿੱਚ ਚਾਈਨਾ ਦੀ ਤੁਸੀਂ ਗੱਲ ਕੀਤੀ ਕਿਉਂਕਿ ਅਰਥ ਵਿਵਸਥਾ ਉਹਦੀ ਡਾਵਾਂਡੋਲ ਹੈ ਔਰ ਉਹਦੇ ਨਾਲ ਲੱਗਦੇ ਅਮਰੀਕਾ 'ਚ ਵੀ ਮਾਰਕੀਟ ਡਾਊਨ ਚਲੇਗੀ। ਜਿਸ ਤਰ੍ਹਾਂ ਮੈਂ ਦੱਸਿਆ ਉਹਦੇ ਵਿੱਚ ਬੈਂਕਾਂ
ਕਈ ਬੈਂਕਾਂ ਜਿਹੜੀਆਂ ਉਹ ਕਰਜ਼ੇ ਥੱਲੇ ਆ ਗਈਆਂ ਔਰ ਬਹੁਤ ਲੋਕ ਜਿਹੜੇ ਨਾਗਰਿਕ ਆ ਉਹ ਵੀ ਉੱਥੇ ਤੁਰੇ ਫਿਰਦੇ ਆ, ਆਮ ਬੇਰੁਜ਼ਗਾਰ ਵੀ ਜ਼ਿਆਦਾ ਹੋ ਗਈ। ਔਰ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਅਸੀਂ ਆਪਣੇ ਭਾਰਤ ਦੀ ਵੀ ਗੱਲ ਕਰਦੇ ਹਾਂ ਔਰ ਪੰਜਾਬ ਦੀ ਵੀ ਗੱਲ ਕਰਦੇ ਹਾਂ, ਇਹਨਾਂ ਸੂਬਿਆਂ ਦੀ ਗੱਲ ਕਰਦੇ ਹਾਂ। ਉਹ ਮੁੱਦਾ ਲਓ ਜਿਹੜਾ ਸਾਡੇ ਕਿਸੇ ਇਸ ਵੇਲੇ ਸਾਡੇ ਸਾਰੇ ਦਰਸ਼ਕ ਚਾਹੁੰਦੇ ਨੇ ਉਹਨਾਂ ਦੀ ਨਜ਼ਰ ਕਰੀਏ। ਬਿਲਕੁਲ, ਮੁੱਦਾ ਤਾਂ ਇਹ ਹੈ ਕਿ ਕਿਉਂਕਿ ਅਮਰੀਕਾ ਨੂੰ ਅਸੀਂ ਡਿਸਕਸ ਜ਼ਰੂਰ ਕਰਨਾ ਹੁੰਦਾ ਕਿਉਂਕਿ ਪੂਰੀ ਦੁਨੀਆ ਦੇ ਉੱਤੇ ਉਹਦਾ ਪ੍ਰਭਾਵ ਕਹਿੰਦਾ ਹੈ। ਬਿਲਕੁਲ ਸਹੀ ਗੱਲ। ਔਰ ਕਹਿੰਦੇ ਨੇ ਕਿ ਜੇ ਅਮਰੀਕਾ ਚੈੱਕ ਵੀ ਮਾਰਦਾ ਤਾਂ ਸਾਰੀ ਦੁਨੀਆ ਨੂੰ ਜ਼ੁਕਾਮ ਹੋ ਜਾਂਦਾ ਕਿਉਂਕਿ ਇਸ ਵਕਤ ਇੰਨੀ ਸਟਰੋਂਗ ਅਰਥ ਵਿਵਸਥਾ ਔਰ ਮਿਲਟਰੀ ਮਾਈਟ ਇੰਨੀ ਜ਼ਬਰਦਸਤ ਹੈ। ਪੈਸਾ ਬੋਲਦਾ ਨਾ, ਬੰਦਾ ਨਹੀਂ ਬੋਲਦਾ ਹੁੰਦਾ। ਜਿਹਦੇ ਬਨੇਰੇ ਤੇ ਪੈਸਾ ਬੋਲਦਾ, ਜਿਹਦੇ ਉਹਦੇ ਤੇ ਕਾਂ ਨਹੀਂ ਬੋਲ ਦਿੰਦੇ, ਇਹ ਉਹ ਹੈ। ਹਾਂ ਚਲੋ ਆਪਾਂ ਹੁਣ ਅੱਗੇ ਵਧਦੇ ਹਾਂ ਜੀ। ਕਹਿੰਦੇ ਨੇ ਕਿ ਜੇ ਬਾਈਡਨ ਸਾਹਿਬ ਦੇ ਖਿਲਾਫ ਕੋਈ ਕਾਰਵਾਈ ਲਈ ਕਿਹਾ ਜਾਂਦਾ ਤਾਂ ਮੈਂ ਅਸਤੀਫਾ ਦੇ ਦਿਆਂਗਾ। ਇਹ ਅਟਾਰਨੀ ਜਨਰਲ ਦੇ ਜੋ USA ਦੇ ਨੇ ਉਹਨਾਂ ਦੇ ਬਿਆਨ ਨੇ। ਹੁਣੇ ਉਹਨਾਂ ਦੇ ਬੜਾ ਰੀਸੈਂਟਲੀ ਇਹ ਐਲਾਨ ਕੀਤਾ ਕਿ ਜੇ ਟਰੰਪ ਸਾਹਿਬ ਬਾਰੇ ਕੋਈ ਇਸ ਤਰ੍ਹਾਂ ਦਾ ਇਹਨਾਂ ਨੇ ਕਾਰਵਾਈ ਕੀਤੀ, ਉਹਨਾਂ ਦੇ ਦੋਸ਼ ਮੜੇ ਗਏ ਦੁਬਾਰਾ ਔਰ ਉਹਨਾਂ ਦੇ ਅੱਗੇ ਹੀ ਉਹਨਾਂ ਦੀ ਫਰਿਸ਼ਤ ਇਸ ਵੇਲੇ ਦੋਸ਼ਾਂ ਨਾਲ ਭਰੀ ਪਈ ਆ ਔਰ ਜੇ ਐਤਕੀ ਹੁਣ ਕੀਤਾ ਔਰ ਉਸ ਤੋਂ ਬਾਅਦ ਮੈਂ ਅਟਾਰਨੀ ਜਨਰਲ ਨੇ ਕਿਹਾ ਮੈਂ ਅਸਤੀਫਾ ਦੇ ਸਕਦਾ, ਮੈਂ ਕਾਰਵਾਈ ਨਹੀਂ ਬਰਦਾਸ਼ਤ ਕਰੂੰਗਾ ਇਹਨਾਂ ਦੇ ਟਰੰਪ ਦੇ ਅਗੇਂਸਟ। ਔਰ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਹ ਵੀ ਲੱਗ ਰਿਹਾ ਕਿ ਟਰੰਪ ਹੋ ਸਕਦਾ ਕਿ ਵੁੱਡ ਵੀ ਜਿਹੜਾ ਹੈਗਾ ਨੈਕਸਟ ਪ੍ਰੈਜ਼ੀਡੈਂਟ ਆਫ USA ਹੋਣਾ ਹੋਵੇ। ਇਸ ਵੇਲੇ ਇਹ ਹੈਗਾ ਜਦੋਂ ਸ਼ਾਬਾਸ਼ ਝੁਕਦਾ ਹੈ ਨਾ ਤਾਂ ਲੋਕ ਵੀ ਉਹਦੇ ਨਾਲ ਜੁੜਨੇ ਸ਼ੁਰੂ ਹੋ ਜਾਂਦੇ ਆ। ਜਿਸ ਤਰ੍ਹਾਂ ਰਾਮਾ ਸਵਾਮੀ ਨੇ ਕਿਹਾ ਸੀਗਾ ਕਿ ਟਰੰਪ ਸਾਹਿਬ ਦੇ ਨਾਲ ਮੈਂ ਇਹਨਾਂ ਨਾਲ ਹੱਥ ਨਾਲ ਹੱਥ ਮਿਲਾ ਸਕਦਾ ਵਾਂ ਔਰ ਇਹਦੇ ਨਾਲ ਜਿਹੜੀਆਂ ਗੱਲਾਂ ਉਹਨਾਂ ਦੀਆਂ ਹੈਗੀਆਂ ਕਿ ਅਸੀਂ ਜੁੜ ਕੇ ਵੀ ਇਲੈਕਸ਼ਨ ਦੇ ਅੱਗੇ ਇਸ ਫਰੰਟ 'ਤੇ ਆ ਸਕਦੇ ਹਾਂ। ਔਰ ਉਹਦੇ 'ਤੇ ਬਾਈਡਨ ਸਾਹਿਬ ਦੀ ਥੋੜ੍ਹੀ ਜਿਹੀ ਇਸ ਵੇਲੇ ਜਿਹੜੀ ਸਥਿਤੀ ਆ ਉਹ ਉਸ ਤਰ੍ਹਾਂ ਦੀ ਨਹੀਂ ਰਹੀ। ਇੱਕ ਤਾਂ ਏਜ ਹੋ ਗਈ, 80 ਸਾਲ ਤੋਂ ਬਾਅਦ ਹੋ ਗਏ। ਦੂਜਾ ਉਹਨਾਂ ਦੇ ਬੇਟੇ 'ਤੇ ਵੀ ਬੜੀਆਂ ਤੋਹਮਤਾਂ ਲੱਗ ਗਈਆਂ, ਉਹਨਾਂ 'ਤੇ ਵੀ ਦੋਸ਼ ਮੜੇ ਗਏ ਆ। ਉਹਨਾਂ ਨੇ ਅਟਾਰਨੀ ਜਨਰਲ ਨੇ ਕਿਹਾ ਹੈਗਾ ਕਿ ਅਜੇ ਜਿਹੜੇ ਦੋਸ਼ ਹੈਗੇ ਉਹਨਾਂ ਦੀ ਕੋਈ ਅਜੇ ਕਾਰਵਾਈ ਨਹੀਂ ਹੋਈ, ਉਹਨਾਂ 'ਤੇ ਵੀ ਇਸੇ ਤਰ੍ਹਾਂ ਦੇ ਦੂਸ਼ਣ ਲੱਗੇ ਹੈਗੇ ਆ ਔਰ ਬਿਲਕੁਲ ਅਸੀਂ ਸਾਡੇ ਹਿਸਾਬ ਨਾਲ ਝੂਠੇ ਆ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਮੈਂ ਖੰਨਾ ਜੀ ਦੱਸਿਆ ਕਿ ਪਿਛਲੇ ਦਿਨੀ ਟਰੰਪ ਸਾਹਿਬ 'ਤੇ ਦੂਸ਼ਣ ਲੱਗਿਆ ਸੀਗਾ ਕਿ ਇਹਨਾਂ ਨੇ ਕਾਗਜ਼ ਰੋੜਿਆ ਫਲਸ਼ ਦੇ ਵਿੱਚ ਔਰ ਉਹਨਾਂ ਨੂੰ ਇਹਨਾਂ ਨੇ ਦੁਬਾਰਾ ਡਿਸਟਰਾਏ ਕੀਤਾ ਵਾ, ਤਬਾਹ ਕੀਤਾ ਵਾ ਔਰ ਉਸ ਤੋਂ ਬਾਅਦ ਇਹਨਾਂ 'ਤੇ ਜਿਹੜਾ ਦੋਸ਼ ਲੱਗਾ ਕਿ ਤੁਹਾਨੂੰ ਇਹਦੇ ਬਾਰੇ ਪਤਾ ਦੱਸਣਾ ਚਾਹੀਦਾ ਹੈਗਾ ਔਰ ਇਹਨਾਂ ਨੇ ਕੱਲ੍ਹ ਪੇਸ਼ੀ ਭੁਗਤੀ ਹੈ ਉਸ ਦੇ ਬਾਅਦ 'ਚ ਔਰ ਉਹਦੇ ਵਿੱਚ ਪਤਾ ਨਹੀਂ ਵੀ ਇਹਨਾਂ ਨੂੰ ਸਜ਼ਾ ਵੀ ਹੋ ਸਕਦੀ, ਬੜਾ ਕੁਝ ਹੋ ਰਿਹਾ। ਕਿਉਂਕਿ ਜਦੋਂ ਗੌਰਮੈਂਟ ਜਾਣ ਲੱਗਦੀ ਹੈ ਨਾ ਉਦੋਂ ਇਸ ਤਰ੍ਹਾਂ ਦੇ ਕਈ ਕੁਛ ਕਰਦੀ ਆ ਆਪਣੇ ਵਿਰੋਧੀਆਂ 'ਤੇ। ਜਿਸ ਤਰ੍ਹਾਂ ਆਪਣੀ ਮੌਜੂਦਾ ਸਰਕਾਰ ਨੇ ਵੀ ਕੀਤਾ ਸੀ ਰਾਹੁਲ ਗਾਂਧੀ 'ਤੇ ਔਰ ਉਹਨੂੰ ਕਿੰਨੀਆਂ ਪੇਸ਼ੀਆਂ ਭੁਗਤਾਈਆਂ। ED ਸਾਹਿਬ ਆ ਗਏ, ਉਹਦੀ ਪੁੱਛ ਪੜਤਾਲ ਹੋਈ, ਉਹਦੇ ਮਦਰ ਦੀ ਸੋਨੀਆ ਗਾਂਧੀ ਦੀ ਵੀ ਪੁੱਛ ਪੜਤਾਲ ਕੀਤੀ ਗਈ ਬਾਕਾਇਦਾ ਤੌਰ 'ਤੇ। ਉਹਨਾਂ ਦੀ ਜਿਹੜੀ MP ਸੀ ਉਹ ਰੁਤਬਾ ਵੀ ਇਹਨਾਂ ਨੇ ਕੈਂਸਲ ਕਰ ਦਿੱਤਾ। ਫਿਰ ਕੋਰਟ ਗੁਜਰਾਤ ਤੋਂ ਪਹਿਲਾਂ ਉਹਨਾਂ ਨੂੰ ਕੈਂਸਲ ਕੀਤਾ, ਫਿਰ ਉਹਨਾਂ ਨੂੰ ਹਾਈ ਕੋਰਟ 'ਚੋਂ ਲਿਆ। ਕਈ ਤਰ੍ਹਾਂ ਦੀਆਂ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਮਾਨਸਿਕ ਚਿੰਤਾ ਭੁਗਤਣੀਆਂ ਪਈਆਂ। ਇਸ ਵੇਲੇ ਤਾਂ ਹੁਣ ਮੌਜੂਦਾ ਉਹ ਉੱਥੇ MP ਦੇ ਤੌਰ 'ਤੇ ਜਾਂਦੇ, ਮੈਂਬਰ ਪਾਰਲੀਮੈਂਟ 'ਤੇ ਜਾਂਦੇ ਔਰ ਉਹ ਮੌਜੂਦਾ ਆਗੂ ਨੇ ਕਾਂਗਰਸ ਦੇ। ਇਸੇ ਤਰ੍ਹਾਂ ਹੀ ਉੱਥੇ ਇਖਤਲਾਫ ਚੱਲ ਰਿਹਾ ਵਾ ਟਰੰਪ ਸਾਹਿਬ ਵਰਸਸ ਬਾਈਡਨ ਔਰ ਇਹਨਾਂ ਦਾ ਆਪਸੀ ਇਹ ਕੰਮ ਚੱਲ ਰਿਹਾ ਕਿਉਂਕਿ ਇਲੈਕਸ਼ਨ ਉੱਥੇ ਵੀ ਸਿਰ 'ਤੇ ਆ, ਇਲੈਕਸ਼ਨ ਇੱਥੇ ਵੀ ਸਿਰ 'ਤੇ ਆ। ਜਦੋਂ ਇਲੈਕਸ਼ਨ ਦਾ ਡੰਕਾ ਵੱਜਦਾ ਵਾ, ਜਦੋਂ ਇਹਦਾ ਬਿਗਲ ਵੱਜਿਆ ਉਦੋਂ ਸਾਰੇ ਦੇਸ਼ ਅਲਰਟ ਹੋ ਗਏ। ਕੈਨੇਡਾ 'ਚ ਇਹੀ ਹਾਲ ਹੈਗਾ। ਵੋਟ ਬੈਂਕ ਆਪਣਾ ਇਕੱਠਾ ਕਰ ਲਿਆ ਇਸ ਵੇਲੇ ਭਾਰਤੀਆਂ ਨੂੰ, ਏਸ਼ੀਅਨ ਕੰਟਰੀਆਂ ਨੂੰ, ਪ੍ਰਸ਼ਾਂਤ ਮਹਾਸਾਗਰ ਦੇ ਲੋਕ ਉਹਨਾਂ ਨੂੰ ਇਕੱਠਾ ਕਰ ਰਿਹਾ ਹਜੂਮ ਨੂੰ। ਇਹ ਹਿਊਮਨ ਸਾਈਕੀ ਹੁੰਦੀ ਹੈ, ਕੋਈ ਵੀ ਦੇਸ਼ ਹੋਵੇ ਆਪਣਾ ਵੋਟ ਬੈਂਕ ਪਹਿਲਾਂ ਇਕੱਠਾ ਕਰਦਾ। ਇਸੇ ਤਰ੍ਹਾਂ ਹੁਣ 33% ਜੇ ਆਪਾਂ ਗੱਲ ਕਰੀਏ ਮਹਿਲਾ ਆਰਕਸ਼ਣ ਜਿਹੜਾ ਦਿੱਤਾ ਹੈਗਾ ਇਹ ਐਨ ਮੌਕੇ 'ਤੇ ਦਿੱਤਾ। ਪਹਿਲਾਂ 2014 ਤਾਂ ਉਦੋਂ ਗੌਰਮੈਂਟ ਸੁੱਤੀ ਰਹੀ, ਉਦੋਂ ਪਤਾ ਹੀ ਨਹੀਂ ਕੀ ਕਰਨਾ ਹੈਗਾ। ਪਰ ਇਹ ਫਿਰ ਦੁਚਿੱਤੀ 'ਚ ਹੈ, ਡਬਲ ਮਾਈਂਡਡ ਦੇ ਵਿੱਚ ਹੀ ਆ ਕਿ ਇਹਨੂੰ ਕਿਸੇ ਪਾਸੇ ਕਲੀਅਰ ਨਹੀਂ ਕੀਤਾ, ਇਹਨੂੰ ਇੰਪਲੀਮੈਂਟ ਨਹੀਂ ਕੀਤਾ, ਅਜੇ ਪਾਸ ਹੀ ਕੀਤਾ। ਆਪਣੇ ਰਾਸ਼ਟਰਪਤੀ ਜਿਹੜੇ ਮੁਰਮੂ ਮੈਡਮ ਨੇ ਉਹਨਾਂ ਦਾ ਸਾਈਨ ਹੋ ਗਿਆ ਔਰ ਉਹ ਤੋਂ ਬਾਅਦ ਸਾਈਨ ਹੋਣ ਤੋਂ ਬਾਅਦ ਬਿੱਲ ਪਾਸ ਹੋ ਗਿਆ, ਪਰ ਇੰਪਲੀਮੈਂਟ ਪਤਾ ਨਹੀਂ ਕਦੋਂ ਆਉਣਾ, 2029 'ਚ ਹੋਣਾ। ਔਰ ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਰੁਕਾਵਟ ਬਣ ਜਾਂਦੀਆਂ ਸਿਰਫ ਤੇ ਸਿਰਫ ਲੋਕਾਂ ਨੂੰ ਆਪਣੇ ਵੱਲ ਲਾਉਣ ਲਈ, ਵੋਟਾਂ ਇਕੱਠੀਆਂ ਕਰਨ ਲਈ ਕਰਦੇ ਆ ਕਿ 33% ਦੇ ਦਿਓ ਅਤੇ ਔਰਤਾਂ ਜਿਹੜੀਆਂ ਤੁਹਾਡੇ ਵੱਲ ਝੁਕ ਜਾਣਗੀਆਂ, ਤੁਹਾਡੇ ਵਾਲੇ ਪਾਸੇ ਵੋਟਾਂ ਪਾ ਦੇਣਗੀਆਂ। ਇਹੀ ਹਾਲ ਪੰਜਾਬ 'ਚ ਵੀ ਹੋਇਆ ਸੀ। ਤਾਂ ਅਸੀਂ ਬੀਬੀਆਂ ਨੂੰ 1000 ਰੁਪਈਆ ਦੇ ਦਾਂਗੇ ਬਿਫੋਰ ਇਲੈਕਸ਼ਨ ਆਪ ਸਰਕਾਰ ਨੇ ਕਿਹਾ, ਜਦੋਂ ਮੈਨੀਫੈਸਟੋ ਵਿੱਚ ਕਿਹਾ। ਅੱਜ ਤੱਕ ਉਹਨਾਂ ਨੂੰ 1000 ਰੁਪਈਆ ਮਿਲਦਾ, ਵੇਖ ਲਓ ਮਿਲਿਆ ਕੁਛ ਉਹਨਾਂ ਦਾ। ਉਹਨਾਂ ਘਰਾਂ 'ਚ ਕਈ ਲੜਾਈਆਂ ਪਈਆਂ, ਕਈਆਂ ਨੇ ਉਹਨਾਂ ਨੇ ਲੜ ਕੇ ਵੋਟਾਂ ਪਈਆਂ ਵੀ ਨਹੀਂ ਸਾਨੂੰ ਪੈਸੇ ਦੇਣੇ ਔਰ ਇਹਨਾਂ ਨੇ ਕਿਹਾ ਵੀ ਜੇ ਘਰ 4 ਬੀਬੀਆਂ 4 ਨੂੰ 1000 ਮਿਲੂਗਾ ਔਰ 18 ਸਾਲ ਦੀ ਉਮਰ ਤੋਂ ਵੱਧ ਮਿਲੇਗਾ। ਸਿਰਫ ਤੇ ਸਿਰਫ ਇਹਨਾਂ ਨੂੰ ਬੱਸ ਦਾ ਕਿਰਾਇਆ ਫ੍ਰੀ ਮਿਲ ਰਿਹਾ, ਉਹ ਵੀ ਸਰਕਾਰੀ ਬੱਸਾਂ ਵਿੱਚ, ਪ੍ਰਾਈਵੇਟ 'ਚ ਨਹੀਂ। ਔਰ ਬੀਬੀਆਂ ਆਧਾਰ ਕਾਰਡ ਲੈ ਕੇ ਜਾਂਦੀਆਂ, ਕਈ ਵਾਰੀ ਕੰਡਕਟਰ ਨਾਲ ਲੜਾਈ ਹੁੰਦੀ ਹੈ, ਕਈ ਵੀਡੀਓ ਆ ਰਹੀਆਂ ਜਿਹਦੇ ਵਿੱਚ ਬੜੀਆਂ ਹੱਥੋਂ ਪਾਈ ਹੁੰਦੀਆਂ ਔਰ ਬਹੁਤ ਕੁਝ ਹੁੰਦਾ। ਬੀਬੀਆਂ ਨੂੰ ਕਈਆਂ ਨੂੰ ਪਤਾ ਨਹੀਂ ਹੈਗਾ ਕਿ ਸਰਕਾਰੀ ਬੱਸਾਂ 'ਚ ਇਹ ਸਿਰਫ ਪ੍ਰਾਈਵੇਟ 'ਚ ਨਹੀਂ। ਇਹ ਕਈ ਵਾਰੀ ਲੜਾਈਆਂ ਵੀ ਪਾ ਦਿੰਦੀਆਂ ਸਰਕਾਰਾਂ ਲੋਕਾਂ ਦੇ ਵਿੱਚ, ਪਬਲਿਕ ਨੂੰ ਇਸ ਤਰ੍ਹਾਂ ਦਾ ਕਰਕੇ। ਇਹ ਜਿਹੜੀਆਂ ਸਹੂਲਤਾਂ ਵਾ
ਲੋਕਾਂ ਨੂੰ ਵੀ ਨਹੀਂ ਬਹੁਤੀਆਂ ਮੰਗਣੀਆਂ ਚਾਹੀਦੀਆਂ ਤੇ ਨਾ ਉਹਨਾਂ ਦੇ ਲਾਲਚ ਆ ਕੇ ਤੇ ਵੋਟਾਂ ਪਾਉਣੀਆਂ ਚਾਹੀਦੀਆਂ। ਸਿਰਫ ਤੇ ਸਿਰਫ ਵੇਖਣਾ ਚਾਹੀਦਾ ਵੀ ਇਹ ਯੋਗਤਾ ਵਾਲਾ ਬੰਦਾ ਹੈਗਾ, ਕੰਮ ਕਰਕੇ ਲੋਕਾਂ ਨੂੰ ਸਹੀ ਕਰ ਦੂ ਕੰਮ, ਗਰੀਬੀ ਦੂਰ ਕਰ ਦੂਗਾ। ਅਮਰੀਕਾ 'ਚ ਵੀ ਉਹੀ ਸਿਸਟਮ ਆ ਚੱਲ ਰਿਹਾ, ਹਾਲਾਂਕਿ ਉੱਥੇ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਆ, ਸਾਡੇ ਫੈਡਰਲ ਹੈ ਔਰ ਲੋਕਤੰਤਰ ਉੱਥੇ ਵੀ ਬਹੁਤ ਅੱਛਾ, ਲੋਕਤੰਤਰ ਸਾਡਾ ਵੀ ਹੈਗਾ। ਪਰ ਇਹਦੇ ਬਾਵਜੂਦ ਵੀ ਲੋਕ ਇਸ ਵੇਲੇ ਬਿਲਕੁਲ ਚਿੰਤਾਜਨਕ ਨੇ ਔਰ ਲੋਕਾਂ ਨੂੰ ਬਿਲਕੁਲ ਕਲੈਰਿਟੀ ਨਹੀਂ ਕਿ ਇਹਨਾਂ ਨੇ ਕੀ ਕਰਨਾ ਆਉਣ ਵਾਲੇ 5 ਸਾਲਾਂ ਵਿੱਚ। ਤਿੰਨਾਂ ਦੇਸ਼ਾਂ ਵਿੱਚ ਇਹ ਹਫੜਾ ਦਫੜੀ ਹੈ। ਸਾਡੇ ਨਾਲ ਦੇ ਦੇਸ਼, ਜੇ ਮੈਂ ਗੱਲ ਕਰਾਂ, ਗੱਲ ਲੰਬੀ ਨਾ ਹੋਵੇ, ਪਾਕਿਸਤਾਨ 'ਚ ਕੀ ਹੋ ਰਿਹਾ? ਆਰਮੀ ਹੈ ਪਿੱਛੇ ਅਮਰੀਕਾ ਵਾ ਔਰ ਬਾਕੀ ਪਬਲਿਕ ਆ। ਵੋਟਾਂ ਕਿਹਨੇ ਪਾਉਣੀਆਂ? ਪਬਲਿਕ ਨੇ। ਇਮਰਾਨ ਖਾਨ ਨਾਲ ਕੀ ਹੋਇਆ? 2 ਵਾਰੀ ਅੰਦਰ ਹੋਇਆ, ਪੈਰ ਤੇ ਗੋਲੀ ਲੱਗੀ। ਨਵਾਜ਼ ਸ਼ਰੀਫ ਦੌੜ ਕੇ ਬ੍ਰਿਟੇਨ ਚਲੇ ਗਿਆ, ਲੰਡਨ ਬੈਠੇ ਹੈਗੇ। ਉਹਦਾ ਭਰਾ ਸ਼ਾਹਬਾਜ਼ ਸ਼ਰੀਫ ਜਿਹੜਾ ਉਹ ਪ੍ਰਧਾਨ ਮੰਤਰੀ ਬਣ ਕੇ ਬੈਠਾ। ਉਦੋਂ ਪਹਿਲਾਂ ਅਯੂਬ, ਜਈਆ ਖਾਨ ਭੁੱਟੋ ਔਰ ਬੇਨਜ਼ੀਰ ਭੁੱਟੋ ਕਈ ਆਏ ਆ ਔਰ ਸਾਰਿਆਂ ਨੂੰ ਇਹਨਾਂ ਨੇ ਮਾਰ ਮੁਕਾਇਆ। ਮਗਰ ਕੌਣ ਗਿਆ? ਆਰਮੀ ਦੇ ਜਨਰਲ ਪਰਵੇਜ਼ ਮੁਸ਼ਰਫ ਜੀ, ਉਹ ਵੀ ਸੀ ਇੱਥੇ, ਉਹਨਾਂ ਦੀ ਹੁਣ ਡੈਥ ਹੋ ਗਈ ਹੈ। ਉਹ ਵੀ ਇੱਥੋਂ ਭਗੌੜੇ ਹੋ ਗਏ ਸੀ, ਭੱਜ ਗਏ ਸੀ। ਇਹਨਾਂ ਦੀ ਸਿਆਸਤ 1947 ਤੋਂ ਲੈ ਕੇ ਬਿਲਕੁਲ ਸਥਿਰ ਨਹੀਂ ਰਹੀ ਹੁਣ ਤੱਕ ਵੀ, ਕਿਉਂਕਿ ਜਿਹਦੇ ਪਿੱਛੇ ਆਰਮੀ ਹੈ ਉਹਦੇ ਪਿੱਛੇ ਕੁਝ ਵੀ ਨਹੀਂ, ਉਹਦੇ ਪਿੱਛੇ ਡਿਕਟੇਟਰਸ਼ਿਪ ਹੈ ਨਾ। ਇਹ ਗੱਲ ਹੈਗੀ। ਮੈਂ ਜੀ ਆਪਾਂ ਹੁਣ ਅੱਗੇ ਵਧੀਏ ਜੀ। ਜੋ ਅਮਰੀਕਾ ਦੇ ਵੱਲੋਂ ਹਰਦੀਪ ਨਿੱਜਰ ਦੇ ਕੇਸ ਵਿੱਚ ਭਾਰਤ ਦੇ ਸਹਿਯੋਗ ਦੀ ਅਪੀਲ ਕੀਤੀ ਗਈ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਕੈਨੇਡਾ ਦੇ ਵਿੱਚ ਤੇ ਔਰ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਟਕਰਾਅ ਵੱਧਦਾ ਜਾ ਰਿਹਾ ਹੈ ਔਰ ਇਹ ਕੂਟਨੀਤੀ ਦੇ ਜਿਹੜੇ ਸੰਬੰਧ ਨੇ, ਡਿਪਲੋਮੈਟਿਕ ਰਿਲੇਸ਼ਨਸ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਖਟਾਈ ਵਿੱਚ ਪਾਉਂਦਾ ਜਾ ਰਿਹਾ ਔਰ ਇਹ ਬਹੁਤ ਲੰਬਾ ਮਾਮਲਾ ਖਿੱਚਦਾ ਪਿਆ ਔਰ ਇਹਦੇ ਵਿੱਚ ਹੁਣ ਅਮਰੀਕਾ ਦਾ ਜੋ ਰੋਲ ਹੈ ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਜੀ। ਹੁਣ ਜਿਹੜਾ ਨਾ ਅਮਰੀਕਾ ਨੇ ਸ਼ਰੇਆਮ ਕਹਿਤਾ ਇੰਡੀਆ ਨੂੰ ਕਿ ਤੁਸੀਂ ਕੋਆਪਰੇਟ ਕਰੋ ਕੈਨੇਡਾ ਨੂੰ। ਉਹਨਾਂ ਦੇ ਟਰੂਡੋ ਸਾਹਿਬ ਨੇ ਕਹਿਤਾ ਕਿ ਤੁਸੀਂ ਇਹਦੇ 'ਚ ਆ ਮੇਰੇ ਕੋਲ ਵੀਡੀਓ ਹੈਗੀ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਨੇ, ਖੁਫੀਆ ਏਜੰਸੀ ਨੇ ਭੇਜੀ ਹੈ, 90 ਸੈਕਿੰਡ ਦੀ ਹੈ ਵੀ ਆਹ ਦੇਖ ਲਓ ਕੌਣ ਬੰਦੇ ਕਿ 6 ਬੰਦੇ ਹੈਗੇ ਆ, ਟਰੱਕ ਚਲਾ ਰਹੇ ਆ ਹਰਦੀਪ ਨਿੱਜਰ ਜੀ, ਦੂਜੇ ਪਾਸੇ ਗੱਡੀਆਂ ਆ ਰਹੀਆਂ ਔਰ ਉਹਨਾਂ ਨੇ ਦੌੜ ਕੇ ਉਹਨੂੰ ਟਰੱਕ ਨੂੰ ਰੋਕਿਆ ਵੀ ਆ ਔਰ ਉਹਦੇ ਵਿੱਚ ਉਹਨਾਂ ਨੇ ਫਾਇਰਿੰਗ ਵੀ ਕੀਤੀ, 28 ਗੋਲੀਆਂ ਸ਼ੂਟ ਕੀਤਾ ਔਰ ਉਹ ਦਿਖਾਇਆ ਉਹਨਾਂ ਨੇ। ਉਹ ਕਹਿੰਦਾ ਹਨ ਦੇਖੋ ਪਗੜੀ ਬੰਨ੍ਹਣ ਵਾਲੇ ਮੂਲ ਨਿਵਾਸੀ ਕੈਨੇਡੀਅਨ ਤਾਂ ਨਹੀਂ ਗਏ, ਇਹ ਤੁਸੀਂ ਦੇਖ ਸਕਦੇ ਜੇ, ਤੁਹਾਡੇ ਏਜੰਟ ਹੈ, ਤੁਹਾਡੇ ਇੱਥੋਂ ਦੇ ਭਾਰਤੀ ਹੈਗੇ ਆ। ਔਰ ਉਹ ਦੱਸਿਆ ਟਰੂਡੋ ਸਾਹਿਬ ਨੇ, ਪਰ ਉਹਦੀ ਤਾਈਦ ਕੀਤੀ ਆ, ਉਹਦੀ ਪ੍ਰੋੜਤਾ ਕੀਤੀ ਅਮਰੀਕਾ ਨੇ ਕਿ ਤੁਸੀਂ ਕੋਆਪਰੇਟ ਕਰੋ, ਮੰਨ ਜਾਓ ਇਸ ਗੱਲ ਨੂੰ। ਜੇ ਤੁਸੀਂ ਇਹਨੂੰ ਧੋਖੇ 'ਚ ਰੱਖੋਗੇ ਲੋਕਾਂ ਨੂੰ ਤਾਂ ਵੀਡੀਓ ਸਾਹਮਣੇ, ਅੱਜ ਕੱਲ੍ਹ ਤੁਸੀਂ ਝੂਠਾ ਐਲਾਨ ਨਹੀਂ ਕਰ ਸਕਦੇ, ਕੋਈ ਵੀ ਸਟੇਟਮੈਂਟ ਨਹੀਂ ਦੇ ਸਕਦੇ, ਉਹਦਾ ਬੇਸ ਵੀਡੀਓ ਹੈਗਾ। ਜੇ ਸਾਡੇ ਵੀ ਇੱਥੇ ਪੰਜਾਬ ਪੁਲਿਸ FIR ਲੌਂਚ ਕਰਦੀ ਹੈ ਤਾਂ ਵੀਡੀਓ ਵੇਖ ਕੇ ਕਰ ਦਿੰਦੀ ਹੈ, ਵੀਡੀਓ ਝੂਠ ਨਹੀਂ ਬੋਲਦੀ, ਵੀਡੀਓ ਸਾਰਾ ਕੁਝ ਹੈਗਾ। ਫੋਟੋਸ਼ਾਪ ਤੇ ਤਾਂ ਹੋ ਸਕਦਾ ਕੁਛ ਨਾ ਕੁਛ, ਜਿਹੜੀ ਵੀਡੀਓ ਮੂਵਿੰਗ ਹੈਗੀ ਹੈ ਜਿਸ 'ਚ ਬੰਦਾ ਤੁਰਿਆ ਫਿਰਦਾ ਹੈ, ਗਨ ਚਲਾ ਰਿਹਾ, ਉਹਦੇ ਵਿੱਚ ਪਤਾ ਲੱਗ ਜਾਂਦਾ ਕਿ ਇਹ ਬੰਦਾ ਹੀ ਹੈਗਾ। ਹੁਣ ਇਹ ਸਾਰੀ ਗੱਲ ਜਿਹੜੀ ਹੈਗੀ ਅਮਰੀਕਾ ਨੇ ਕਿਹਾ ਕਿ ਇਹ ਸਾਰਾ ਜੋ ਇਸ ਵੇਲੇ ਮਾਮਲਾ ਵਿਗੜਿਆ ਇਹਨੂੰ ਸੰਭਾਲ ਲਓ, ਕਾਬੂ ਕਰ ਲਓ ਔਰ ਇਹਨਾਂ ਨੂੰ ਗੱਲ ਮੰਨਣੀ ਪਊਗੀ, ਕਿਉਂਕਿ ਅਮਰੀਕਾ ਨੇ ਕਿਹਾ, ਅਮਰੀਕਾ ਦੀ ਜਿਹੜੀ ਇਸ ਵੇਲੇ ਜਿਹੜੇ ਉੱਥੋਂ ਦੇ ਕੂਟਨੀਤਿਕ ਨੇ ਜਾਂ ਜਿਹੜੇ ਉੱਥੋਂ ਦੇ ਮੰਤਰੀ ਨੇ ਜਾਂ ਵਾਈਟ ਹਾਊਸ ਤੋਂ ਇਹ ਗੱਲ ਹੋ ਕੇ ਡਿਸਕਸ ਹੋ ਕੇ ਫਿਰ ਗਈ ਆ, ਸਾਡੇ ਐਂਬੈਸਡਰ ਤੱਕ ਗੱਲ ਪਹੁੰਚ ਗਈ ਆ ਔਰ ਉਦੋਂ ਬਾਅਦ ਵਿਦੇਸ਼ ਮੰਤਰੀ ਦੀ ਵੀ ਮੀਟਿੰਗ ਹੋ ਚੁੱਕੀ ਉੱਥੇ, ਜੈ ਸ਼ੰਕਰ ਜੀ ਗਏ ਉੱਥੇ, ਉਹਨਾਂ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਹੋਈ ਆ ਔਰ ਉੱਥੋਂ ਦੇ ਜਿੰਨੇ ਭਾਰਤੀ ਨੇ, ਜਿੰਨੇ ਵੀ ਉੱਥੇ ਸਾਡੇ ਸਿਟੀਜ਼ਨ ਨੇ ਬੈਠੇ, ਉਹ ਉਹਨਾਂ ਨੇ ਕਿਹਾ ਕਿ ਸਾਡਾ ਵੀ ਕਿਤੇ ਇਹ ਹਾਲ ਨਾ ਹੋਵੇ ਜਿਹੜਾ ਹੁਣ ਤੁਸੀਂ ਕੀਤਾ, ਕੈਨੇਡਾ ਵਾਲਿਆਂ ਨੇ ਦੇ ਲਈ ਕਰ ਦਿੱਤਾ ਭਾਰਤ ਨੇ, ਵੀ ਜਿੰਨੇ ਵੀ ਸਾਡੇ NRI ਵੀਰ ਉੱਥੇ ਬੈਠੇ ਸੀ, ਜਿੰਨੇ ਵੀ ਉੱਥੇ ਸਿਟੀਜ਼ਨ ਆ, ਉਹਨਾਂ ਦਾ ਬੈਨ ਕਰਤਾ ਸੀ ਐਂਟਰੀ, ਵੀ ਤੁਸੀਂ ਨਹੀਂ ਆ ਸਕਦੇ। ਇੱਥੇ ਵਿਆਹ ਧਰੇ ਧਰਾਏ ਰਹਿ ਗਏ, ਕੈਂਸਲ ਕਰਨੇ ਪਏ ਔਰ ਕਾਰਡ ਵੰਡੇ ਸੀ ਇਨਵੀਟੇਸ਼ਨ ਵਿਆਹ ਦੇ, ਉਹ ਸਾਰੇ ਕਾਰਡ ਰੁਕ ਗਏ। ਔਰ ਕੌਣ ਇਹਦੇ 'ਚ ਨੁਕਸਾਨਦੇਹ ਹੋਇਆ? ਕਿਹਨੂੰ ਨੁਕਸਾਨ ਪਹੁੰਚਿਆ? ਪਬਲਿਕ ਨੂੰ। ਅਸੀਂ ਜੀ ਆਂਦੇ ਕੰਨ ਇੱਧਰੋਂ ਦੀ ਫੜੋ ਜਾਂ ਇੱਧਰੋਂ ਦੀ ਫੜੋ, ਨੁਕਸਾਨ ਪਬਲਿਕ ਨੂੰ ਹੋਣਾ। ਚਾਹੇ ਲੋਕ ਉੱਥੇ ਬੈਠੇ ਨੇ ਕੈਨੇਡਾ, ਪਰ ਹੈ ਤਾਂ ਇੰਡੀਆ 'ਚ ਜੜ੍ਹਾਂ ਨਾ ਉਹਨਾਂ ਦੀਆਂ, ਉਹਨਾਂ ਦੇ ਬੁਨਿਆਦ 'ਤੇ ਇਹੀ ਹੈ ਨਾ, ਬਾਲ ਬੱਚਾ ਇੱਥੇ ਆ, ਰਿਸ਼ਤੇਦਾਰ ਇੱਥੇ ਆ, ਉਹ ਵਿਚਾਰੇ ਦੁਖੀ ਹੋ ਗਏ। ਔਰ ਇਸ ਗੱਲ ਨੂੰ ਅਮਰੀਕਾ ਦੀ ਕੂਟਨੀਤਿਕ ਵਿਦੇਸ਼ ਨੀਤੀ ਨੇ ਕਹਿ ਦਿੱਤਾ ਕਿ ਇਹ ਗੱਲ ਤੋਂ ਤੁਸੀਂ ਬਾਜ਼ ਆ ਜਾਓ ਔਰ ਇਹਨਾਂ ਨਾਲ ਸਹਿਯੋਗ ਦਿਓ ਔਰ ਮੰਨ ਜਾਓ, ਨਹੀਂ ਤਾਂ ਇਹਦੇ ਨਾਲ ਫਿਰ ਹੋਰ ਨੁਕਸਾਨ ਹੋਊਗਾ। ਉਹਨਾਂ ਨੇ ਕਹਿ ਦਿੱਤਾ, ਟਰੂਡੋ ਸਾਹਿਬ ਜੋ ਕਹਿ ਗਿਆ ਠੀਕ ਕਹਿ ਗਿਆ। ਆਸਟ੍ਰੇਲੀਆ ਨੇ ਵੀ ਕਿਹਾ ਇਹਦੇ ਵਿੱਚ ਔਰ ਨਿਊਜ਼ੀਲੈਂਡ ਦੇ ਵੀ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ, ਉਹਨਾਂ ਨੇ ਵੀ ਕਹਿ ਦਿੱਤਾ ਕਿ ਇੰਡੀਆ ਨੂੰ ਮੰਨਣਾ ਪਊ। ਹੁਣ ਇਹ ਇਕੱਲੇ ਅੜ ਗਿਆ ਗਿਆ, ਜਦੋਂ ਕਿ ਸਾਡੇ ਸਾਰੇ ਲੋਕ ਇੱਥੋਂ ਆਫੀਸਰ, ਸਾਡੇ ਜਿਹੜੇ ਆਰਮੀ ਐਕਸਪਰਟ ਆ ਜਾਂ ਜਿੰਨੇ ਵੀ ਅਰਥ ਸ਼ਾਸਤਰੀ, ਸਾਰੇ ਬੋਲ ਰਹੇ ਵੀ ਇੰਡੀਆ ਗਲਤ ਕਰ ਰਿਹਾ, ਬਕਾਇਦਾ ਤੌਰ 'ਤੇ ਕਰ ਰਿਹਾ। ਜਦੋਂ ਤੁਹਾਡੇ ਕੋਲ ਵੀਡੀਓ ਹੈਗੇ, ਨਾਲੇ ਇੱਕ ਬੰਦੇ ਨੂੰ ਮਾਰਿਆ, ਇਹਦੋਂ ਪਹਿਲਾਂ ਕਿੰਨੇ ਤਸ਼ੱਦਦ ਹੋਇਆ, 1984 'ਚ ਕੀ ਕੁਛ ਹੋਇਆ ਸੀਗਾ। ਉਸ ਤਸ਼ੱਦਦ ਨੂੰ ਕਹਿੰਦੇ ਦੁਬਾਰਾ ਨਾ ਰਿਪੀਟ ਹੋ ਜੇ। ਸਾਰੇ ਕੰਟਰੀ 'ਚ ਰੌਲਾ ਪੈ ਰਿਹਾ, ਬ੍ਰਿਟੇਨ 'ਚ ਵੀ ਹੋਇਆ, ਬ੍ਰਿਟੇਨ ਦੀ ਐਮਬੈਸੀ ਤੋਂ ਉਹਦੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਵੀ ਘੇਰਿਆ ਗਿਆ, ਉੱਥੇ ਵੀ ਨਾਅਰੇਬਾਜ਼ੀ ਹੋਈ ਆ। ਇਹਦੇ ਵਿੱਚ ਕੈਨੇਡਾ 'ਚ ਵੀ ਹੋ ਰਹੀ ਆ, ਅਮਰੀਕਾ 'ਚ ਵੀ ਹੋ ਰਹੀ ਆ, ਸਾਰੇ ਦੇਸ਼ਾਂ 'ਚ ਰੌਲਾ ਹੈਗਾ।
ਪਰ ਜੇ ਇਹ ਤਰੀਕੇ ਨਾਲ ਨਜਿੱਠੀ ਜਾਵੇ ਤਾਂ ਠੀਕ ਹੈ। ਇੱਕ ਵਾਰੀ ਜਦੋਂ ਛੋਟਾ ਜਿਹਾ ਚੁਆਂਤੀ ਹੁੰਦੀ ਹੈ ਨਾ, ਧੂੰਆਂ ਨਿਕਲਦਾ ਹੈ ਨਾ, ਉਹ ਧੂੰਆਂ ਨਿਕਲਦਾ, ਉਹਨੂੰ ਜੇ ਕੰਟਰੋਲ ਕਰ ਲਓ ਠੀਕ ਹੈ। ਜੇ ਭਬਾਕਾ ਬਣ ਗਿਆ, ਜੇ ਲਾਂਬੂ ਬਣ ਗਿਆ, ਤਾਂ ਫਿਰ ਕੰਟਰੋਲ ਕਰਨਾ ਔਖਾ ਹੋ ਸਕਦਾ, ਕਿਉਂਕਿ ਕਮਿਊਨਿਟੀ ਦੀਆਂ ਗੱਲਾਂ ਹੈਗੀਆਂ। ਇਹਦੇ ਵਿੱਚ ਕਈ ਕਮਿਊਨਿਟੀਆਂ ਇਨਵੋਲਵਡ ਹੈਗੀਆਂ, ਨਾ ਕਿ ਇਕੱਲੀ ਖਾਸ ਤੌਰ 'ਤੇ ਸਿੱਖ ਕਮਿਊਨਿਟੀ ਹੈਗੀ, ਦੂਸਰੀ ਕਮਿਊਨਿਟੀ ਵੀ ਹੈਗੀਆਂ। ਔਰ ਜਿਹੜੇ ਲੋਕ ਬਾਹਰ ਰਹਿ ਰਹੇ ਹੈ ਤਾਂ ਇੰਡੀਅਨ ਆ ਸਾਰੇ, ਔਰ ਉਹਨਾਂ ਨੂੰ ਆਪਸੀ ਗੁੱਸਾ ਗਿਲਾ ਨਹੀਂ, ਮਿਲਦੇ ਲੋਕ, ਬੜੀ ਵੱਡੀ ਭਾਈਚਾਰਕ ਸਾਂਝ ਹੈ, ਰੋਟੀ ਬੇਟੀ ਦੀ ਸਾਂਝ ਹੈਗੀ ਆ। ਉਹਨਾਂ ਨੂੰ ਦਫਾੜ, ਉਹਨਾਂ 'ਚ ਦਰਾਰ ਪੈਦਾ ਕਰਨ ਲਈ ਜਿਹੜੀਆਂ ਵਿਦੇਸ਼ੀ ਨੀਤੀਆਂ ਔਰ ਕੁਛ ਇੰਡੀਅਨ ਪਾਲਿਸੀਜ਼ ਆ, ਇਹ ਮਰਵਾ ਰਹੀਆਂ। ਇਹ ਸਾਰੇ ਲੋਕ ਜਾਣਦੇ ਆ। ਹੁਣ ਖੰਨਾ ਜੀ ਲੋਕ ਸੂਝਵਾਨ ਹੋ ਗਏ ਆ, ਪੜ੍ਹ ਲੈ ਗਏ ਆ, ਪਤਾ ਲੱਗ ਗਿਆ ਲੋਕਾਂ ਨੂੰ। ਪਹਿਲੀ ਵਾਲੀ ਗੱਲ ਨਹੀਂ ਰਹੀ ਖਬਰ ਸੁਣ ਲਓ ਤਾਂ ਰੌਲਾ ਪਾ ਦਿਓ, ਡਾਂਗ ਸੋਟੇ ਚੁੱਕ ਲਓ, ਹੈ ਨਾ, ਬਰਛੇ ਚੁੱਕ ਲਓ ਤਾਂ ਮਾਰ ਦਿਓ, ਉਹ ਹੁਣ ਨਹੀਂ ਗੱਲ ਹੈਗੀ। ਬਿਲਕੁਲ ਠੀਕ ਹੈ। ਹੁਣ ਲੋਕੀ ਕਿਉਂਕਿ ਮੈਚੁਰ ਹੋ ਗਏ ਨੇ ਔਰ ਲੋਕਾਂ ਨੂੰ ਇਦਾਂ ਕਰਵਾਇਆ ਵੀ ਨਹੀਂ ਜਾ ਸਕਦਾ, ਕਿਉਂਕਿ ਹਰ ਪੱਖ ਦੇਖਦੇ ਨੇ। ਔਰ ਇਹਦੇ ਵਿੱਚ ਖਾਸ ਤੌਰ ਤੇ ਜਿਹੜਾ ਰੋਲ ਹੈ ਉਹ ਸੋਸ਼ਲ ਮੀਡੀਆ ਦਾ ਹੈ। ਸੋਸ਼ਲ ਮੀਡੀਆ ਨਾਲ ਜਿਹੜੀ ਇੰਟਰੈਕਸ਼ਨਸ ਵਧਦੀਆਂ ਪਈਆਂ ਨੇ, ਔਰ ਜਿਹੜਾ ਸਹੀ ਇਸਤੇਮਾਲ ਸੋਸ਼ਲ ਮੀਡੀਆ ਦਾ ਹੁੰਦਾ ਹੈ, ਉਹਦੇ ਨਾਲ ਕਾਫੀ ਜ਼ਿਆਦਾ ਜਾਗਰੂਕਤਾ ਹੈ, ਅਵੇਅਰਨੈਸ ਹੈ, ਔਰ ਲੋਕ ਸਾਰੀ ਦੁਨੀਆ ਦੇ ਹਾਲਾਤਾਂ ਨੂੰ ਜਾਣਦੇ ਨੇ ਔਰ ਆਪਣੀ ਰਾਏ ਵੀ ਦਿੰਦੇ ਨੇ। ਔਰ ਲੋਕੀ ਸਿਆਣੇ ਨੇ, ਉਹਨਾਂ ਨੂੰ ਪਤਾ ਹੈ ਕਿ ਕਿੱਧਰ ਨੂੰ ਕੀ ਹੋਣਾ ਚਾਹੀਦਾ ਹੈ, ਕਿੱਧਰ ਨੂੰ ਕਿਹੜੇ ਮਾਮਲੇ ਨੂੰ ਮੁੜਨਾ ਚਾਹੀਦਾ ਹੈ। ਔਰ ਇਹ ਵੀ ਜਾਣਦੇ ਨੇ ਕਿ ਕੌਣ ਸਿਆਸੀ ਗੇਮ ਖੇਡਦਾ ਪਿਆ, ਕੌਣ ਆਪਣੇ ਫਾਇਦੇ ਲਈ ਇਸ ਮਾਮਲੇ ਨੂੰ ਹੋਰ ਵਿਗਾੜਦਾ ਪਿਆ। ਇਸ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਣਾ ਅੱਜ ਦੀ ਡੇਟ ਦੇ ਵਿੱਚ ਮੁਸ਼ਕਿਲ ਹੈ ਸਾਰੇ ਪੋਲੀਟੀਸ਼ੀਅਨਸ ਵਾਸਤੇ, ਔਰ ਪੋਲੀਟੀਸ਼ੀਅਨਸ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ। ਹਾਂ, ਔਰ ਨਾਲ ਭਾਰਤ ਨੇ ਕੈਨੇਡਾ ਨੂੰ ਇਹ ਕਿਹਾ ਹੈ ਕਿ ਆਪਣੇ 41 ਡਿਪਲੋਮੈਟ ਵਾਪਸ ਬੁਲਾ ਲਵੋ, ਕਿਉਂਕਿ 64 ਦੇ ਕਰੀਬ ਹੈਗੇ ਨੇ ਤੇ ਉਹ ਵਾਪਸ ਬੁਲਾ ਲਓ। 63 ਦੇ ਕਰੀਬ ਨੇ ਔਰ ਉਹਦੇ ਵਿੱਚੋਂ 41 ਵਾਪਸ ਬੁਲਾ ਲਵੋ, ਔਰ 10 ਅਕਤੂਬਰ ਦੀ ਡੈਡਲਾਈਨ ਦੇ ਦਿੱਤੀ ਹੈ, ਔਰ ਇਹ ਸੰਬੰਧ ਹੋਰ ਵਿਗੜਨ ਵੱਲ ਇਸ਼ਾਰਾ ਹੈ। ਅੱਛਾ, ਇਹ ਨਵੀਂ ਖਬਰ ਹੈ ਕਿ ਜਿਹਦੇ ਵਿੱਚ ਡਿਪਲੋਮੈਟ ਬੈਠੇ ਨੇ ਸਾਡੇ ਐਮਬੈਸੀ ਨਾਲ ਜਾਂ ਐਮਬੈਸਡਰ ਨਾਲ ਜਾਂ ਹਾਈ ਕਮਿਸ਼ਨਰ ਜਿਹੜੇ ਉਹਨਾਂ ਦੇ ਇੱਥੇ ਆ ਕੇ ਬੈਠੇ ਆ, ਉਹਨਾਂ ਨੇ ਕਹਿਤਾ ਕਿ ਉਹਨਾਂ ਦੀ ਨਫਰੀ ਤਾਦਾਦ ਜ਼ਿਆਦਾ ਵਾ, ਉਹਨਾਂ ਨੂੰ ਵਾਪਸ ਬੁਲਾ ਲਓ। ਅਤੇ ਉਹਨਾਂ ਨੇ ਅਲਟੀਮੇਟਮ ਦੇ ਦਿੱਤਾ ਕਿ 10 ਅਕਤੂਬਰ ਤੱਕ ਇਹਨਾਂ ਨੂੰ ਆਪਣੇ ਕੰਟਰੀ ਵਿੱਚ ਵਾਪਸ ਬੁਲਾ ਲਓ। ਦੱਸੋ ਉਹਨਾਂ ਨਾਲ ਕਿੰਨੀ ਕੁ ਭੀੜ ਹੋ ਸਕਦੀ, ਕਿੰਨੀ? ਉਹ ਐਕਚੁਅਲੀ ਉਹ ਇਸ ਕਰਕੇ ਸੀ ਕਿ ਸਾਡੇ ਬਹੁਤ ਸਿਟੀਜ਼ਨ ਉੱਥੇ ਬੈਠੇ ਆ, NRI ਬੈਠੇ ਆ, ਔਰ ਉਹਨਾਂ ਦੀ ਸਾਰੀ ਦੇਖ ਰੇਖ ਔਰ ਉਹਨਾਂ ਦੀ ਸਾਰਾ ਜਿਹੜਾ ਇੱਥੋਂ ਅੰਬੈਸੀ ਰਾਹੀਂ ਸਾਰਾ ਕੁਝ ਹੋ ਰਿਹਾ ਕਾਗਜ਼ ਪੱਤਰਾਂ ਦਾ ਔਰ ਇਮੀਗ੍ਰੇਸ਼ਨ ਦੇ ਵਾਲੇ ਇਲਾਕੇ ਵੱਲ ਦੀ, ਔਰ ਉਸ ਸਫੀਅਰ ਦੀ ਹੋ ਰਿਹਾ। ਔਰ ਇਹਨਾਂ ਨੇ ਕਹਿਤਾ ਕਿ ਜਿਹੜੀਆਂ ਅਸੀਂ ਸਹੂਲਤਾਂ ਦੇ ਰਹੇ ਸੀ ਉਹ ਫਿਰ ਉਦੋਂ ਬਾਅਦ ਨਹੀਂ ਦੇਵਾਂਗੇ, ਜਿਹੜੀਆਂ ਅਸੀਂ ਉਹਨਾਂ ਨੂੰ ਰਹਿਣ ਲਈ, ਬਹਿਣ ਲਈ, ਖਾਣ ਲਈ ਸਾਰਾ ਕੁਝ ਕਰ ਰਹੇ ਸੀ, ਉਹ ਨਹੀਂ ਦਿੱਤਾ ਜਾਊਗਾ। ਔਰ ਉਹ ਵੀ ਇਸੇ ਤਰ੍ਹਾਂ ਇਹਨਾਂ ਨੇ ਅੱਗੇ ਕੀਤਾ ਕਿ ਦਿੱਲੀ ਤੋਂ ਅੱਗੇ ਵੀ ਇਹਨਾਂ ਨੇ ਉਹ ਡਿਪਲੋਮੈਟ ਭੇਜ ਦਿੱਤੇ ਸੀ, ਉਹਨਾਂ ਉੱਧਰੋਂ ਭੇਜ ਦਿੱਤੇ ਆਪਣੇ। ਹੁਣ ਜੇ ਇਹ ਇੱਧਰੋਂ ਕਰ ਰਿਹਾ ਤਾਂ ਉਹ ਵੀ ਇਸੇ ਕੰਮ ਕਰਨਗੇ। ਹੁਣ ਜਦੋਂ ਆਉਂਦੇ ਨੇ ਵੀ ਜੇ ਅਸੀਂ ਉਹਦਾ ਜਵਾਬ, ਉਹ ਆਉਂਦੇ ਨੇ ਵੀ ਜੇ ਜਵਾਬ ਅਸੀਂ ਕੋਈ ਗਲਤ ਦਿੰਦੇ ਹਾਂ ਤਾਂ ਉਹਦਾ ਉਹ ਵੱਡਾ ਜਵਾਬ ਦਿੰਦਾ। ਇਹ ਫਿਰ ਸਾਰੀ ਦੀ ਸਾਰੀ ਵਿਰੋਧਤਾ ਦਾ ਮੁੱਲ ਲੈਣ ਵਾਲੀ ਗੱਲ ਹੀ ਹੈਗੀ ਆ। ਜੇ ਬੰਦਾ ਪੁੱਛੇ ਵੀ ਜੇ ਇਹ ਪਹਿਲੋਂ ਇਹ ਸਾਰੇ ਇੱਥੇ ਬੈਠੇ ਸੀ ਉਦੋਂ ਨਹੀਂ ਸੀ ਚੇਤਾ ਇਹਨਾਂ ਨੂੰ ਕੱਢਣ ਦਾ, ਹੁਣ ਇਹ ਪਤਾ ਲੱਗ ਰਿਹਾ। ਜਿੱਦਾਂ ਹੁਣ ਪੰਜਾਬ ਦੇ ਵਿੱਚ ਵਿਜੀਲੈਂਸ ਇਸ ਵੇਲੇ ਬੜੀ ਸਤਰਕ ਹੋ ਕੇ ਸਾਰੇ ਲੀਡਰਾਂ ਨੂੰ ਫੜੀ ਜਾਂਦੀ ਹੈ। ਕੋਈ ਭਗੌੜਾ ਹੋ ਗਿਆ, ਕੋਈ ਨਹੀਂ ਲੱਭ ਰਿਹਾ, ਕੋਈ ਆਂਦੇ ਨੇਪਾਲ ਰਾਹੀਂ ਬਾਹਰ ਨਿਕਲ ਗਿਆ। ਉਹ ਹੁਣ ਪਹਿਲੋਂ ਤਾਂ ਇੱਥੇ ਰਹੇ ਆ, ਪੰਜਾਬ 'ਚ ਹੀ ਰਹੇ ਆ, ਹੁਣ ਉਹਨਾਂ ਨੂੰ ਫੜਨ ਲਈ ਭੱਜੇ ਫਿਰਦੇ ਆ। ਇਹੀ ਹਾਲ ਹੁਣ ਵਿਦੇਸ਼ੀ ਨੀਤੀ ਦਾ ਹੋ ਗਿਆ। ਔਰ ਇਹ ਪਹਿਲੋਂ ਤਾਂ ਰਹਿੰਦੇ ਸੁੱਤੇ, ਪਹਿਲੋਂ ਤਾਂ ਮਾਰਦੇ ਘਰਾੜੇ, ਫਿਰ ਪਤਾ ਲੱਗਦਾ। ਜੇ ਗਲਤ ਗੱਲ ਸੀ ਤਾਂ ਪਹਿਲਾਂ ਪਿਛਲੇ 1947 ਤੋਂ ਲੈ ਕੇ ਜਦੋਂ ਦਾ ਸਾਡੇ ਨਾਲ ਰਿਲੇਸ਼ਨ ਹੈ ਕੈਨੇਡਾ ਨਾਲ, ਉਦੋਂ ਤੋਂ ਬੈਠੇ ਹੈਗਾ, ਹੁਣ ਤੱਕ ਇਹਨਾਂ ਨੂੰ ਨਹੀਂ ਚੇਤਾ ਆ। ਔਰ ਉਹ ਉਹਦਾ ਜਵਾਬ ਉਸੇ ਤਰ੍ਹਾਂ ਦੇ ਦੇਣਗੇ। ਉਹ ਕੱਲ੍ਹ ਨੂੰ ਕਈ ਕੁਝ ਹੋਰ ਵੀ ਕਰ ਸਕਦੇ ਆ, ਕਿਉਂਕਿ ਅਸੀਂ ਉੱਥੇ ਬੈਠੇ ਹਾਂ। ਸਾਡੇ ਜਿਹੜੇ NRI ਵੀਰ ਉਹਨਾਂ ਨੇ ਇੰਡਸਟਰੀਆਂ ਲਾਈਆਂ, ਉਹਨਾਂ ਦੇ ਬਹੁਤ ਜਿਹੜੇ ਖੇਤਾਂ ਵਾਲੇ ਬਹੁਤ ਵੱਡੇ ਬਾਗ ਬਗੀਚੇ ਉੱਥੇ, ਔਰ ਉਹਦੇ 'ਚ ਡਰਾਈ ਫਰੂਟ ਦੇ ਬਾਗ ਹੈਗੇ, ਔਰਚਡ ਆ ਬਹੁਤ ਕੁਛ। ਕੱਲ੍ਹ ਨੂੰ ਉਹ ਕੁਛ ਬੈਨ ਕਰ ਦੇਣੇ, ਕੀ ਕੁਛ ਹੋ ਜਾਊਗਾ। ਸਾਡੇ ਡਰਾਈਵਿੰਗ ਲਾਇਸੈਂਸ, ਸਾਡੇ ਹੈਵੀ ਟਰਾਂਸਪੋਰਟ ਉੱਥੇ ਆ। ਅਸੀਂ ਬੜੇ ਵੱਡੇ ਟਰਾਂਸਪੋਰਟਰ ਜਿਹੜੇ ਕੈਨੇਡਾ ਤੋਂ ਅਮਰੀਕਾ ਨੂੰ ਜਾ ਰਹੇ, ਅਮਰੀਕਾ ਤੋਂ ਕੈਨੇਡਾ ਵੱਲ ਨੂੰ ਆ ਰਹੇ। ਇਹ ਸਾਰਾ ਬਿਜ਼ਨਸ ਜਿਹੜਾ ਹੈਗਾ, ਔਰ ਹਰੀ ਕ੍ਰਾਂਤੀ ਲਿਆਉਣ ਲਈ ਜਿਹੜੀ ਗ੍ਰੀਨ ਰੈਵੋਲੂਸ਼ਨ ਆਈ ਹੈ, NRI ਵੀਰਾਂ ਦਾ ਯੋਗਦਾਨ ਸੀਗਾ। ਬਾਹਰੋਂ ਪੈਸਾ ਆਇਆ ਸੀ, ਬਹੁਤ ਕੁਝ ਸੀਗਾ। ਨਹੀਂ ਤਾਂ ਇੱਕ ਜ਼ਮਾਨਾ ਸੀ ਇੱਥੇ ਕਣਕ ਜਿਹੜੀ ਸੀ ਉਹਨੇ ਜਿੰਨੀ ਆਪਾਂ ਖਾਣੇ ਪੂਰੀ ਨਹੀਂ ਸੀ ਹੁੰਦੀ। ਆਪਾਂ ਜ਼ਿਕਰ ਕੀਤਾ ਸੀ, ਡਾਕਟਰ ਬਾਰਾਲੋਗ ਆਇਆ, ਉਹਨੇ ਮੈਕਸੀਕਨ ਕਣਕ ਲਿਆਂਦੀ, ਔਰ ਉਹਦੇ ਬਾਅਦ ਅਸੀਂ ਆਪਣੇ ਖਾਣੇ ਦੇ ਲਈ ਨਿਰਭਰ ਹੋ ਗਏ। ਔਰ ਪੰਜਾਬ ਹੁਣ ਇਸ ਵੇਲੇ 60% ਸੈਂਟਰ ਨੂੰ ਦਿੰਦਾ। ਔਰ ਜੇ ਕੱਲ੍ਹ ਨੂੰ ਇਹਨਾਂ ਦਾ ਕੰਮ ਕਰ ਦਿੱਤਾ ਤਾਂ ਸਾਰਾ ਕੁਝ ਹੋ ਜਾਊਗਾ। ਜਿੰਨੀ ਦੇਰ ਤੱਕ ਸਾਡਾ ਆਜ਼ਾਦ ਨਿਰਜਾਤ ਚੱਲਦਾ ਵਾ, ਇਹਨੂੰ ਚੱਲਣ ਦੇਣਾ ਚਾਹੀਦਾ। ਕੱਲ੍ਹ ਨੂੰ ਚੀਜ਼ਾਂ 'ਤੇ ਰੋਕ ਲਾ ਦੇਣਗੇ। ਬਹੁਤ ਚੀਜ਼ਾਂ ਕੈਨੇਡਾ ਵੱਲ ਸਾਡੀਆਂ ਜਾ ਰਹੀਆਂ, ਬਹੁਤ ਉੱਧਰੋਂ ਆ ਰਹੀਆਂ। ਔਰ ਇਹਦੇ ਨਾਲ ਜੇ ਕੱਲ੍ਹ ਨੂੰ ਇੰਪੋਰਟ ਐਕਸਪੋਰਟ 'ਤੇ ਸਾਰਾ ਕੁਝ ਇਹਨਾਂ ਨੇ ਰੋਕ ਲੱਗ ਗਈ ਤਾਂ ਸਾਰਾ ਕੰਮ ਪੂਰੇ ਦਾ ਪੂਰਾ ਰੁਕ ਸਕਦਾ। ਬਿਲਕੁਲ ਰੁਕ ਸਕਦਾ। ਇਸ ਕਰਕੇ ਕੈਨੇਡਾ ਨਾਲ, ਕਿਉਂਕਿ ਕਿਤੇ ਵੀ ਅੱਜ ਦੇ ਜ਼ਮਾਨੇ ਦੇ ਵਿੱਚ ਇੱਕ ਬੰਦਾ ਜੇ ਕਹੇ ਨਾ ਮੈਂ ਸੈਲਫ ਡਿਪੈਂਡੈਂਟ ਹੋ ਕੇ ਚੱਲਾਂਗਾ, ਬਹੁਤ ਵਧੀਆ ਗੱਲ ਹੈ, ਸੈਲਫ ਡਿਪੈਂਡੈਂਟ ਹੋਵੇ। ਪਰ ਇੱਕ ਪੁਆਇੰਟ ਤੇ ਆ ਕੇ ਉਹਨੂੰ ਦੂਜੇ ਤੇ ਡਿਪੈਂਡ ਹੋਣਾ ਪੈਂਦਾ ਹੈ, ਕਿਉਂਕਿ ਰਿਲੇਸ਼ਨਸ ਜ਼ਰੂਰੀ ਨੇ। ਤੁਸੀਂ ਸਾਡੇ ਘਰ ਹੈ ਨਾ ਕੌਲੀ ਦੇ ਕੇ ਜਾਓ ਸਾਗ ਦੀ, ਅਸੀਂ ਤੁਹਾਡੇ ਘਰ ਕੌਲੀ ਦੇ ਕੇ ਜਾਈਏ
ਪੰਜੀਰੀ ਦੀ ਆਹ ਇਦਾਂ ਹੀ ਏਦਾਂ ਗੁਆਂਢ ਮਿਲਦੇ। ਮੱਥੇ ਨਾਲ ਵਰਤਿਆ ਸਬਜ਼ੀ, ਜਾਂਦਾ ਹੈ। ਦਹੀਂ, ਲੱਸੀ ਸਾਰਾ ਕੁਝ ਲੋਕ ਇੱਕ ਦੂਜੇ ਨੂੰ ਕੰਧ ਤੋਂ ਦੀ ਫੜ ਲੈਂਦੇ। ਇਹੀ ਦੇਸ਼ਾਂ ਦਾ ਹਾਲ ਹੈ ਇਹੀ। ਕਿ ਤੁਸੀਂ ਸਾਨੂੰ ਆਹ ਦੇ ਦਿਓ, ਅਸੀਂ ਤੁਹਾਨੂੰ ਆਹ ਦੇ ਦਾਂਗੇ, ਕਿਉਂਕਿ ਇੱਕ ਮਿਲਵਰਤਨ ਬਣਿਆ ਰਵੇ। ਇਹਨੂੰ ਸੌਫਟ ਪਾਵਰ ਕਹਿੰਦੇ ਆ, ਆਹ ਕਿਉਂਕਿ ਹਰ ਥਾਂ ਤੇ ਤਾਂ ਮਿਲਟਰੀ ਨਹੀਂ ਨਾ ਯੂਜ਼ ਕੀਤੀ ਜਾ ਸਕਦੀ, ਹਾਰਡ ਪਾਵਰ ਨਹੀਂ ਇਸਤੇਮਾਲ ਕੀਤੀ ਜਾ ਸਕਦੀ। ਦਿਲ ਜਿੱਤਣ ਦੇ ਵੀ ਤਰੀਕੇ ਨੇ। ਸਹੀ ਗੱਲ। ਜਿਵੇਂ ਅਸੀਂ ਪਾਕਿਸਤਾਨ ਦੇ ਨਾਲ ਜਦੋਂ ਈਦ ਹੁੰਦੀ ਹੈ ਉਹਨਾਂ ਨੂੰ ਮਿਠਾਈਆਂ ਦੇਣ ਚਾਹੁੰਦੇ ਆ, ਆਹ ਉਹ ਸਾਨੂੰ ਦੀਵਾਲੀ ਵਾਲੇ ਦਿਨ ਮਿਠਾਈਆਂ ਦੇਣ ਆਉਂਦੇ ਆ। ਆਹ ਤਾਂ ਇਹ ਸਭ ਚੱਲਦਾ, ਗੁਆਂਢ ਮੱਥੇ ਨਾਲ ਮਿਲਵਰਤਨ ਬਣਿਆ ਰਹਿਣਾ ਚਾਹੀਦਾ ਹੈ। ਔਰ ਅੱਜ ਦੀ ਦੁਨੀਆ ਦੇ ਵਿੱਚ ਸਾਰਾ ਹੀ ਗੁਆਂਢ ਮੱਥਾ ਹੈ, ਕਿਉਂਕਿ ਗਲੋਬਲ ਵਿਲੇਜ ਬਣ ਚੁੱਕਾ ਹੈ, ਟੈਕਨੋਲੋਜੀ ਇੰਨੀ ਤਰੱਕੀ ਕਰ ਚੁੱਕੀ ਹੈ। ਇਸ ਕਰਕੇ ਆਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਟਕਰਾਓ ਦੀ ਸਥਿਤੀ ਹੋਵੇ। ਠੀਕ ਹੈ, ਜੋ ਮਿਸਅੰਡਰਸਟੈਂਡਿੰਗਸ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ, ਕੈਨੇਡਾ ਵੱਲੋਂ ਵੀ, ਭਾਰਤ ਵੱਲੋਂ ਵੀ, ਔਰ ਅਮਰੀਕਾ ਇਹਦੇ ਵਿੱਚ ਕ੍ਰੀਏਟਿਵ ਰੋਲ ਅਦਾ ਕਰਦਾ ਪਿਆ। ਤਾਂ ਇਹ ਚੀਜ਼ਾਂ ਦਾ ਲੈਣ ਦੇਣ, ਟ੍ਰੇਡ ਸਭ ਕੁਝ ਚੱਲਦਾ ਰਹਿਣਾ ਚਾਹੀਦਾ ਤਾਂ ਕਿ ਮਿਲਵਰਤਨ ਬਣਿਆ ਰਵੇ। ਔਰ ਇੱਥੋਂ ਦੇ ਬਸ਼ਿੰਦੇ ਉੱਥੇ ਕੰਮ ਕਰਦੇ, ਉੱਥੋਂ ਦੇ ਬਸ਼ਿੰਦੇ ਇੱਥੇ ਆਉਂਦੇ ਨੇ, ਇਹ ਸਭ ਮਿਲਵਰਤਨ ਬਣਿਆ ਰਵੇ। ਵੈਸੇ ਕੱਲ ਟਰੂਡੋ ਸਾਹਿਬ ਬੋਲੇ ਆ, ਉਹਨਾਂ ਨੇ ਕਹਿਤਾ ਕਿ ਆਉਣ ਵਾਲਾ ਸਮਾਂ ਜਿਹੜਾ ਸਾਡੇ ਲਈ ਬਿਲਕੁਲ ਤਣਾਅ ਵਾਲਾ ਨਹੀਂ ਹੋਊਗਾ, ਅਸੀਂ ਇੱਕ ਦੂਜੇ ਨਾਲ ਬਿਲਕੁਲ ਵਧੀਆ ਵਰਤਾਓ ਕਰਾਂਗੇ ਔਰ ਕਰਨਾ ਚਾਹੀਦਾ ਹੈਗਾ। ਮੇਰੇ ਦਿਮਾਗ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਮੈਂ ਤਣਾਅ ਵਿੱਚ ਰਵਾਂ ਜਾਂ ਟਕਰਾਅ ਕਰਾਂ, ਕਿਉਂਕਿ ਆਉਣ ਵਾਲਾ ਟਾਈਮ ਇਲੈਕਸ਼ਨ ਉੱਥੇ ਵੀ ਹੈ, ਉਹਨਾਂ ਨੇ ਕਿਹਾ, ਔਰ ਇਲੈਕਸ਼ਨ ਇੱਥੇ ਵੀ ਹੈ। ਅਸੀਂ ਸਾਰਿਆਂ ਨੂੰ ਪਿਆਰ ਮੁਹੱਬਤ ਚਾਹੁੰਦੇ ਹਾਂ ਔਰ ਉਹਦੇ ਵਿੱਚ ਸਾਡੀ ਕੋਈ ਐਸੀ ਕੂਟਨੀਤਿਕ ਨੀਤੀ ਨਹੀਂ ਜਿਹੜੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਵੇ। ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਐਲਨ ਮਸਕ ਸਾਹਿਬ ਨੇ ਵੀ 2 ਦਿਨ ਪਹਿਲਾਂ ਟਰੂਡੋ ਸਾਹਿਬ ਦੀ ਕਲਾਸ ਲਗਾਈ ਹੈ। ਉਹ ਕਿੱਦਾਂ ਕਹਿੰਦੇ ਕਿ ਟਰੂਡੋ ਸਾਹਿਬ ਕਹਿੰਦੇ ਨੇ ਕਿ ਜਿਹੜੇ ਪੋਰਟਲਸ ਬਣੇ ਹੋਏ ਨੇ ਇੰਟਰਨੈਟ ਦੇ ਉੱਤੇ, ਪੋਡਕਾਸਟ ਹੁੰਦੇ ਨੇ, ਉਹਨਾਂ ਨੂੰ ਵੀ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਹੈ ਤਾਂ ਕਿ ਉਹ ਵੀ ਸੈਂਸਰ ਦੇ ਅਧੀਨ ਆ ਜਾਣ, ਅਸੀਂ ਉਹਨਾਂ ਦੇ ਉੱਤੇ ਨਿਗਰਾਨੀ ਕਰ ਸਕੀਏ। ਔਰ ਕਹਿੰਦੇ ਇਹ ਪਹਿਲਾਂ ਟਰੱਕ ਡਰਾਈਵਰਸ ਦੇ ਉੱਤੇ ਵੀ ਇਦਾਂ ਦੀ ਬੰਦਿਸ਼ ਲਗਾਈ ਗਈ ਜਦੋਂ ਕਰੋਨਾ ਦੇ ਵੇਲੇ ਉਹਨਾਂ ਨੇ ਕਿਹਾ ਸੀਗਾ ਕਿ ਇੰਜੈਕਸ਼ਨਸ ਦੇ ਵਾਸਤੇ ਸਾਨੂੰ ਬਹੁਤ ਮੁਸ਼ਕਿਲ ਹੁੰਦੀ ਹੈ, ਜਦੋਂ ਬਾਰਡਰ ਪਾਰ ਕਰਨਾ ਹੁੰਦਾ ਸਾਨੂੰ ਕਿੰਨੇ ਘੰਟੇ ਇੱਥੇ ਰੁਕਣਾ ਪੈਂਦਾ ਹੈ, ਔਰ ਕਈ ਚੀਜ਼ਾਂ ਨੇ ਜਿਨ੍ਹਾਂ ਦੇ ਇੰਨਾ ਟਾਈਮ ਨਹੀਂ ਹੁੰਦਾ, ਜੋ ਟਰੱਕ ਦੇ ਵਿੱਚ ਲੋਡਡ ਹੁੰਦੀਆਂ ਨੇ ਉਹ ਖਰਾਬ ਵੀ ਹੋ ਸਕਦੀਆਂ ਨੇ। ਸੋ ਇਹ ਤਮਾਮ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ। ਤਾਂ ਅੱਜ ਐਲਨ ਮਸਕ ਸਾਹਿਬ ਨੇ ਕਿਹਾ ਕਿ ਇਹ ਜਿਹੜੀ ਬੋਲਣ ਦੀ ਆਜ਼ਾਦੀ ਹੈ ਸਾਡੀ, ਇਹ ਡੈਮੋਕ੍ਰੇਸੀ ਦਾ ਆਧਾਰ ਹੈ। ਜੇ ਜਸਟਿਨ ਟਰੂਡੋ ਉਹਦੇ ਉੱਤੇ ਵੀ ਪਾਬੰਦੀ ਲਗਾ ਦਿੰਦੇ ਨੇ, ਮਤਲਬ ਸਾਡਾ ਸੰਘ ਘੁੱਟਣਾ, ਆਵਾਜ਼ ਨਾ ਨਿਕਲੇ ਸਾਡੀ, ਗਲ 'ਚ ਗੂਠਾ ਦੇਣਾ ਸਾਡੇ, ਮਤਲਬ ਉਹਨਾਂ ਨੇ ਬੜੀ ਕੜੇ ਸ਼ਬਦਾਂ 'ਚ ਨਿੰਦਾ ਕੀਤੀ ਆ ਕਿ ਇਹ ਸ਼ੋਭਾ ਨਹੀਂ ਦਿੰਦਾ। ਡੈਮੋਕ੍ਰੈਟਿਕ ਕੰਟਰੀਜ਼ ਦੇ ਵਿੱਚ ਦੂਜੇ ਨੂੰ ਗੱਲ ਕਹਿਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਔਰ ਅਮਰੀਕਾ ਦੇ ਸੰਦਰਭ ਦੇ ਵਿੱਚ ਵੀ ਉਹਨਾਂ ਨੇ ਇਹੀ ਗੱਲ ਕੀਤੀ, ਭਾਰਤ ਦੇ ਸੰਦਰਭ ਦੇ ਵਿੱਚ ਵੀ ਇਹੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਹ ਨੀਤੀਆਂ ਬਦਲੋ। ਸੋ ਇਸ ਦਾ ਵੀ ਕਾਫੀ ਅਸਰ ਹੋਇਆ ਪਿਆ ਲੱਗਦਾ ਹੈ ਕਿ ਟਰੂਡੋ ਸਾਹਿਬ ਨੇ ਇਸ ਗੱਲ ਦੇ ਉੱਤੇ ਵਿਚਾਰ ਕੀਤਾ ਹੋਵੇਗਾ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਐਲਨ ਮਸਕ ਦੀ, ਤੇ ਉਹਨਾਂ ਦਾ ਪ੍ਰਭਾਵ ਤੇ ਇੰਨਾ ਕਿ ਜੋ ਅਮਰੀਕਾ ਦੀਆਂ ਕਈ ਨੀਤੀਆਂ ਬਣਦੀਆਂ ਨੇ, ਪਾਲਿਸੀਜ਼ ਬਣਦੀਆਂ ਨੇ, ਉਹਨਾਂ ਉੱਤੇ ਵੀ ਇਫੈਕਟ ਹੁੰਦਾ ਹੈ ਐਲਨ ਮਸਕ ਦੇ ਆਈਡੀਆਜ਼ ਦਾ। ਔਰ ਅੱਜ ਜੋ ਯੂਕਰੇਨ ਵਾਰ ਕਰਦਾ ਪਿਆ ਹੈ ਨਾਟੋ ਕੰਟਰੀਜ਼, ਉਹਦੇ ਵਿੱਚ ਐਲਨ ਮਸਕ ਦੇ ਜਿਹੜੇ ਸੈਟੇਲਾਈਟਸ ਨੇ ਉਹ ਅਮਰੀਕਾ ਦੀ ਯੂਕਰੇਨ ਦੀ ਮਦਦ ਕਰਦੇ ਨੇ ਕਿ ਰਸ਼ੀਆ ਦੇ ਜਿਹੜੇ ਟਾਰਗੇਟਸ ਨੇ ਉਹਨਾਂ ਨੂੰ ਕਿੱਦਾਂ ਚੇਜ਼ ਕੀਤਾ ਜਾਵੇ। ਸੋ ਇਹ ਐਲਨ ਮਸਕ ਇਜ਼ ਅ ਬਿਗ ਸ਼ਾਟ। ਸੋ ਉਹਨਾਂ ਦੀ ਗੱਲ ਬੜੀ ਵਜ਼ਨਦਾਰ ਹੈ ਕਿ ਕੈਨੇਡਾ ਨੂੰ ਦੂਸਰੇ ਦੀ ਜੋ ਫਰੀडम ਆਫ ਸਪੀਚ ਹੈ ਉਹਨੂੰ ਦਬਾਉਣਾ ਨਹੀਂ ਚਾਹੀਦਾ। ਵੈਸੇ ਹਰ ਕੰਟਰੀ ਦੇ ਕਨਸਟੀਟਿਊਸ਼ਨ 'ਚ ਜਿਹੜਾ ਫੰਡਾਮੈਂਟਲ ਰਾਈਟਸ ਹੈ ਨਾ, ਜਿਹੜਾ ਮੁੱਢਲਾ ਅਧਿਕਾਰ ਹੈ, ਬੋਲਣ ਦਾ ਅਧਿਕਾਰ ਹੁੰਦਾ ਹੈ, ਜਿਹੜੇ ਬਾਕੀ ਅਧਿਕਾਰ ਉਹਨਾਂ ਵਿੱਚੋਂ ਸਭ ਤੋਂ ਸੁਪਰੀਮ ਰਾਈਟਸ ਹੁੰਦਾ। ਔਰ ਇਹ ਕੈਨੇਡਾ ਵਿੱਚ ਵੀ ਹੈਗਾ, ਅਮਰੀਕਾ 'ਚ ਵੀ ਹੈਗਾ, ਔਰ ਇੰਡੀਆ ਵਿੱਚ ਵੀ ਹੈ। ਔਰ ਤੁਹਾਨੂੰ ਬੋਲਣ 'ਤੇ ਕੋਈ ਪਾਬੰਦੀ ਨਹੀਂ ਲਾ ਸਕਦਾ। ਤਦੇ ਕਰਕੇ ਜਿਹੜੀਆਂ ਪਾਰਟੀਆਂ ਨੇ ਰੈਲੀਆਂ ਕਰਦੀਆਂ, ਉਹ ਬੋਲਦੀਆਂ ਸਰਕਾਰ ਦੇ ਵਿਰੁੱਧ, ਔਰ ਸਰਕਾਰ ਉਹਨਾਂ ਦੇ ਵਿਰੁੱਧ ਬੋਲਦੀ ਹੈ। ਇਸੇ ਕਰਕੇ ਬੋਲਿਆ ਜਾ ਸਕਦਾ ਕਿ ਉਹਨਾਂ ਕੋਲ ਇਹ ਰਾਈਟਸ ਹੈਗਾ। ਔਰ ਇਹਦੇ ਵਿੱਚ ਟਰੂਡੋ ਸਾਹਿਬ ਨੇ ਪਹਿਲਾਂ ਬੁੱਕ ਕੀਤਾ ਸੀ, ਬੋਲੇ ਸੀ ਕਿ ਜਿਹੜੇ ਉਹ ਕਹਿੰਦੇ ਇੱਥੋਂ ਦੇ NRI ਬੈਠੇ ਨੇ, ਜਿਹੜੇ ਬਾਹਰਲੇ ਦੇਸ਼ਾਂ 'ਚੋਂ ਆ ਕੇ ਬੈਠੇ ਬੀਇੰਗ ਇੰਡੀਆ ਔਰ ਪੰਜਾਬ ਦੇ ਲੋਕ ਬੈਠੇ ਨੇ, ਜੋ ਬੋਲਦੇ ਇੱਥੇ ਆ ਕੇ ਕਿਸੇ ਕਰਕੇ ਕਿਸੇ ਚੀਜ਼ ਦੇ ਅਗੇਂਸਟ ਜਾਂ ਕੋਈ ਉਹਨਾਂ ਦਾ ਕਮਿਊਨਿਟੀ ਬੋਲਦੀ ਹੈ, ਤਾਂ ਅਸੀਂ ਉਹਨਾਂ 'ਤੇ ਰੋਕ ਨਹੀਂ ਲਾ ਸਕਦੇ। ਉਹਨਾਂ ਨੂੰ ਬੋਲਣ ਦੀ ਆਜ਼ਾਦੀ ਆ, ਬੋਲ ਸਕਦੇ ਆ, ਅਸੀਂ ਨਹੀਂ ਰੋਕਦੇ। ਔਰ ਉਹਦੇ ਵਿੱਚ ਕਹਿੰਦਾ ਇੰਡੀਆ ਵਿਘਨ ਪਾਉਂਦਾ ਰਿਹਾ ਕਿ ਇਹਨਾਂ ਨੂੰ ਇੱਥੇ ਤੁਸੀਂ ਆਜ਼ਾਦੀ ਕਿਉਂ ਦਿੱਤੀ ਹੈ, ਤੁਸੀਂ ਇਹਨਾਂ ਨੂੰ ਪਾਲਿਆ ਹੈਗਾ, ਇਹਨਾਂ ਨੂੰ ਵੱਡੇ ਕੀਤਾ ਹੈਗਾ, ਔਰ ਇਹਨਾਂ ਨੂੰ ਸਾਡੇ ਵਿਰੁੱਧ, ਸਾਡੀ ਨੀਤੀ ਦੇ ਵਿਰੁੱਧ ਇਹ ਕਰੜਾ ਸ਼ਬਦ ਬੋਲਦੇ ਆ, ਸਾਨੂੰ ਇਹਨਾਂ ਦਾ ਖਤਰਾ ਹੈਗਾ। ਉਹ ਕਹਿੰਦੇ ਮੇਰੇ ਕੰਟਰੀ 'ਚ ਹੈਗਾ, ਮੇਰੇ ਕੰਟਰੀ 'ਚ ਬੋਲ ਸਕਦੇ ਆ, ਅਮਰੀਕਾ 'ਚ ਵੀ ਬੋਲਦੇ ਆ, ਔਰ ਸਾਡੇ ਖਾਸ ਤੌਰ 'ਤੇ ਪੰਜਾਬੀ ਆ ਹੁਣੇ ਜਿਹੜਾ ਰੌਲਾ ਪਿਆ ਸੀਗਾ ਨਿੱਜਰ ਸਾਹਿਬ ਤੋਂ ਬਾਅਦ ਵੀ, ਉਦੋਂ ਅੱਗੇ ਵੀ ਉਹਨਾਂ ਨੇ ਇਹੀ ਲਿਆ ਸੀਗਾ ਕਿ ਇਹਦੇ 'ਤੇ ਇਹਨਾਂ ਨੇ ਕੰਸਨਟਰੇਟ ਕੀਤਾ ਹੈਗਾ ਕਿ ਖਾਸ ਤੌਰ 'ਤੇ ਬੋਲਦੇ ਸਾਡੇ ਵਿਰੁੱਧ ਬੋਲਦੇ ਆ, ਔਰ ਕਮਿਊਨਿਟੀ ਇੱਕ ਖਾਸ ਤੌਰ 'ਤੇ ਚੀਜ਼ ਲੈਣਾ ਮੰਗ ਰਹੇ ਆ ਕਿ ਅਸੀਂ ਖਾਲਿਸਤਾਨ ਲਵਾਂਗੇ। ਖਾਲਿਸਤਾਨ ਦੇ ਝੰਡੇ ਲਹਿਰਾ ਰਹੇ ਆ ਉੱਥੇ, ਔਰ ਉੱਥੇ ਪੋਸਟਰ ਲਗਾ ਦਿੱਤੇ ਆ, ਸਾਰਾ ਕੁਛ ਹੈਗਾ। ਉਹਨਾਂ ਨੇ ਕਿਹਾ ਕਿ ਜੋ ਇਹਨਾਂ ਦੀ ਆਜ਼ਾਦੀ ਕਰ ਸਕਦੇ ਆ, ਔਰ ਅਮਰੀਕਾ 'ਚ ਵੀ ਹੜਤਾਲਾਂ ਹੁੰਦੀਆਂ, ਉੱਥੋਂ ਦੇ ਜਿਹੜੇ ਮੂਲ ਨਿਵਾਸੀ ਉਹ ਵੀ ਕਰ ਰਹੇ ਆ, ਉਹਨਾਂ ਨੂੰ ਰੋਕਿਆ ਨਹੀਂ ਜਾਂਦਾ। ਉਹਨੂੰ ਇੰਪਲੀਮੈਂਟ ਕਿਹਨੇ ਕਰਨਾ, ਉਹ ਆਂਦਾ ਵੀ ਉਹ ਤਾਂ ਉਹਨਾਂ ਦੀ ਤੁਹਾਡੀ ਸਰਕਾਰ ਹੈ, ਇਹ ਕਰਦੀ ਨਹੀਂ ਕਰਦੀ ਇਹਦਾ ਸਾਨੂੰ ਕੋਈ ਮਤਲਬ ਨਹੀਂ, ਔਰ ਸਾਨੂੰ ਤਾਂ ਇਹਦੇ ਬਾਰੇ ਨਹੀਂ ਕੁਛ ਹੈਗਾ। ਜੇ ਕੋਈ ਬੰਦਾ ਪ੍ਰਦਰਸ਼ਨ ਕਰਦਾ ਤਾਂ ਹੀ ਕੈਨ ਡੂ, ਕਰ ਰਿਹਾ ਹੈਗਾ, ਉਹਨੂੰ ਰੋਕ ਨਹੀਂ ਸਕਾਂਗੇ। ਐਗਜ਼ੈਕਟਲੀ। ਔਰ ਜੇ ਬੋਲਣ ਦੇ ਅਧਿਕਾਰ ਦੀ ਗੱਲ ਕਰੀਏ ਤਾਂ ਹੁਣ ਭਾਰਤ ਦੀ ਧਰਤੀ ਤੇ ਆਪਾਂ ਦੇਖਦੇ ਹਾਂ ਕਿ ਦਿੱਲੀ ਪੁਲਿਸ ਵੱਲੋਂ ਆਨਲਾਈਨ ਨਿਊਜ਼ ਪੋਰਟਲ
ਆਹ ਨਿਊਜ਼ ਵੀਕ ਦੇ ਉੱਤੇ ਛਾਪੇ ਮਾਰੇ ਗਏ ਨੇ ਤੇ ਗ੍ਰਿਫਤਾਰੀਆਂ ਹੋਈਆਂ ਨੇ ਤੇ ਦਫ਼ਤਰ ਸੀਲ ਕਰ ਦਿੱਤੇ ਗਏ ਨੇ। ਹਾਂ, ਇਹ ਹੁਣ ਵੱਡੀ ਖਬਰ ਆ ਗਈ ਆ, ਔਰ ਜਿਹਦਾ ਵਿੱਚ ਆਲੋਚਨਾ ਵੀ ਹੋਈ ਆ, ਔਰ ਉਹਦਾ ਜਿਹੜਾ ਫਾਊਂਡਰ ਹੈ ਉਹਨੂੰ ਅਰੈਸਟ ਕਰ ਲਿਆ ਗਿਆ। ਔਰ ਪੋਰਟਲ ਦੇ ਵਿੱਚ ਜਿਹੜੀ ਨਿਊਜ਼ ਲੀਕ ਸੀਗੀ ਉਹਦੇ ਵਿੱਚ ਉਹ ਨਿਊਜ਼ ਦਿੰਦੇ ਸੀਗੇ, ਉਹਨਾਂ ਨੇ ਕਿਹਾ ਸੀ ਕਿ ਇਹ ਦੇਸ਼ ਦੇ ਵਿਦਰੋਹ ਲਈ ਕਰਦੇ ਆ ਔਰ ਆਪਣੇ ਫਾਇਦੇ ਲਈ ਕਰਦੇ ਆ। ਉਹਦੇ ਵਿੱਚ ਕਈ ਫੇਕ ਨਿਊਜ਼ ਹੁੰਦੀਆਂ, ਕਈ ਕੁਝ ਹੁੰਦੀਆਂ, ਔਰ ਬਹੁਤ ਜਗ੍ਹਾ ਛਾਪੇ ਮਾਰੇ ਗਏ ਔਰ ਗ੍ਰਿਫਤਾਰੀਆਂ ਕੀਤੀਆਂ ਗਈਆਂ। ਉਹਨਾਂ ਦਾ ਜਿਹੜਾ ਫਾਊਂਡਰ ਹੈ ਉਹਨੂੰ ਵੀ ਅਰੈਸਟ ਕਰ ਲਿਆ ਗਿਆ। ਔਰ ਇਹ ਬੜੀ ਵੱਡੀ ਜਿਹੜੀ ਖਬਰ ਹੈਗੀ ਇਸ ਵੇਲੇ, ਔਰ ਉਹਦੇ 'ਤੇ ਨੁਕਤਾਚੀਨੀ ਬਹੁਤ ਲੋਕਾਂ ਨੇ ਕੀਤੀ ਹੈ ਕਿ ਇਹ ਲੋਕਤੰਤਰ ਦਾ ਗਲਾ ਘੁੱਟ ਰਹੇ ਆ। ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਕਿ ਜੇ ਉਹ ਲਿਖਣਾ ਚਾਹੁੰਦੇ ਆ ਜਾਂ ਆਪਣੇ ਵਿਚਾਰ ਲੋਕਾਂ ਦੇ ਲੈ ਕੇ ਅੱਗੇ ਆਉਂਦੇ ਆ ਤੇ ਇਹ ਕਹਿੰਦੇ ਆ ਗਲਤ ਹੋ ਰਿਹਾ, ਕਿਉਂਕਿ ਇਹਨਾਂ ਦੀਆਂ ਨੀਤੀਆਂ ਨੂੰ ਉਹ ਲੋਕ ਅੱਗੇ ਦੱਸ ਰਹੇ ਵੀ ਇਹ ਗਲਤ ਹੈਗੇ ਆ। ਤਦ ਕਰਕੇ ਉਹ ਕਹਿੰਦੇ ਅਸੀਂ ਤਾਂ ਰਿਪਰੈਜ਼ੈਂਟ ਕਰਨਾ ਲੋਕਾਂ ਦੀਆਂ ਜਿਹੜੀਆਂ ਨੀਤੀਆਂ ਨੇ, ਲੋਕ ਬੋਲਣਾ ਚਾਹੁੰਦੇ ਆ, ਡੈਮੋਕ੍ਰੇਸੀ ਉਹਨਾਂ ਨੂੰ ਰਿਟਰਨ 'ਚ ਵੀ ਅਸੀਂ ਲੈ ਆਉਂਦੇ ਹਾਂ, ਉਹਨਾਂ ਦੀ ਸਟੇਟਮੈਂਟ ਵੀ ਲਾ ਦਿੰਦੇ ਹਾਂ, ਸਾਰਾ ਕੁਝ ਹੈਗਾ। ਔਰ ਉਹ ਉਹਨਾਂ ਦੇ ਬਹੁਤ ਔਰ ਉਹਨਾਂ ਦਾ ਦਫ਼ਤਰ ਸੀਲ ਕਰ ਦਿੱਤਾ, ਜਿਹੜਾ ਹੈੱਡ ਆਫਿਸ ਸੀ ਦਿੱਲੀ ਵਿੱਚ, ਸੀਲ ਕਰ ਦਿੱਤਾ। ਦਿੱਲੀ ਪੁਲਿਸ ਨੇ ਕੀਤਾ ਸਾਰਾ ਕੁਝ। ਔਰ ਉਹ ਜਿਹੜੇ ਵਿਚਾਰੇ ਡਰਦੇ ਮਾਰੇ, ਕਈ ਤਾਂ ਵਿੱਚੋਂ ਇੱਧਰ ਉੱਧਰ ਹੋ ਗਏ ਆ, ਕਈ ਫੜੇ ਗਏ ਆ, ਉਹ ਅਰੈਸਟ ਹੋ ਗਏ। ਜਦੋਂ ਹੈੱਡ ਹੀ ਫੜਿਆ ਗਿਆ ਉਹਨਾਂ ਦਾ ਤਾਂ ਫਿਰ ਰਹਿ ਕੀ ਗਿਆ। ਔਰ ਉਹਦੇ ਵਿੱਚ ਇਹਨਾਂ ਨੇ ਕਹਿਤਾ ਕਿ ਇਸ ਕਰਕੇ ਕਰ ਰਿਹਾ, ਬਹੁਤ ਜਿਹੜੇ ਚਿੰਤਕ ਨੇ ਉਹਨਾਂ ਨੇ ਕਹਿਤਾ ਕਿ ਇਸ ਕਰਕੇ ਇਲੈਕਸ਼ਨ ਆਉਣ ਵਾਲੀ ਹੈ। ਇਹਨਾਂ ਨੇ ਕਹਿਤਾ ਕਿ ਸਾਡੇ ਵਿਰੁੱਧ ਕੋਈ ਜ਼ਿਆਦਾ ਬੋਲਿਆ ਨਾ ਜਾਵੇ, ਸਾਡੇ ਵਿਰੁੱਧ ਨਾ ਕੰਮ ਕੀਤਾ ਜਾਵੇ। ਔਰ ਇਹ ਸਾਰਾ ਕਹਿੰਦੇ ਪੈਸੇ ਵੀ ਪਰੋਸ ਦੇ ਰਹੇ ਉਹਨਾਂ ਨੂੰ, ਪੈਸਾ ਵੀ ਹੁਣ ਨਹੀਂ ਉਹਨਾਂ ਨੂੰ ਦਿੱਤਾ ਗਿਆ ਤਾਂ ਉਹਨਾਂ ਨੇ ਇਹਨਾਂ ਦੇ ਵਿਰੁੱਧ ਲਿਖਣਾ ਕਰ ਦਿੱਤਾ। ਔਰ ਕਈ ਚਿੰਤਕਾਂ ਨੇ ਕਿਹਾ ਗਿਆ ਕਿ ਇਹ ਕੰਮ ਜਿਹੜਾ ਇਹਨਾਂ ਨੂੰ ਬਹੁਤ ਨੁਕਸਾਨਦੇਹ ਹੋਏਗਾ, ਕਿ ਇਲੈਕਸ਼ਨ ਸਿਰ 'ਤੇ ਹੈਗੀ ਆ। ਜੇ ਮੀਡੀਆ ਇਹਨਾਂ ਦੇ ਵਿਰੁੱਧ ਹੋ ਗਿਆ, ਪ੍ਰਿੰਟ ਮੀਡੀਆ ਇਹਨਾਂ ਦੇ ਵਿਰੁੱਧ ਚਲੇ ਗਿਆ ਜਾਂ ਸੋਸ਼ਲ ਮੀਡੀਆ ਇਹਨਾਂ ਦੇ ਵਿਰੁੱਧ ਚਲੇ ਗਿਆ, ਤਾਂ ਇਹਨਾਂ ਨੂੰ ਭੱਜਣ ਲਈ ਰਾਹ ਨਹੀਂ ਲੱਭਣਾ। ਇਹ ਔਖੀ ਗੱਲ ਹੈਗੀ ਆ। ਪਹਿਲਾਂ ਵੀ ਇਹਨਾਂ ਨੇ ਬਹੁਤ ਨਾਰਾਜ਼ ਕੀਤੇ ਸੀ ਲੋਕ, ਤੇ ਹੁਣ ਵੀ ਨਾਰਾਜ਼ ਕੀਤੇ ਆ। ਔਰ ਪਰ ਉਹਦੇ ਵਿੱਚ ਕੇਜਰੀਵਾਲ ਗੌਰਮੈਂਟ ਨੇ ਕੋਈ ਇਹਦੇ 'ਚ ਨਹੀਂ ਦਖਲਅੰਦਾਜ਼ੀ ਕੀਤੀ। ਇਹ ਜਿਹੜੀ ਇਹਨਾਂ ਦੀ ਆਪਣੀ ਪੁਲਿਸ ਹੈ, ਸੈਂਟਰ ਗੌਰਮੈਂਟ ਨਾਲ ਹੈਗੀ ਆ, ਉਹਨਾਂ ਦੀ ਕੰਮ ਕਰ ਰਹੀ ਹੈ ਦੇਖ ਰੇਖ ਲਈ, ਉਹਨਾਂ ਨੇ ਕੰਮ ਕੀਤਾ ਗਾ। ਔਰ ਉਹਦਾ ਹੁਣ ਸਾਰਾ ਹੀ ਜਿਹੜਾ ਲੋਕਾਂ ਨੇ ਆਲੋਚਨਾ ਕਰ ਦਿੱਤੀ, ਬਹੁਤ ਪਬਲਿਕ ਨੇ ਵੀ ਕੀਤੀ, ਉਹਨਾਂ ਵੀ ਕੀਤੀ ਆ। ਹੁਣ ਦੇਖੋ ਇਹ ਰੀਸੈਂਟਲੀ ਹੁਣੇ ਵਾਪਰਿਆ, ਅੱਗੇ ਕੀ ਹੁੰਦਾ, ਕਿ ਉਹ ਕੀ ਚਾਹੁੰਦੇ ਆ, ਔਰ ਉਹਦੇ ਬਾਅਦ ਕਿੱਥੇ ਕਿੱਥੇ ਐਜੀਟੇਸ਼ਨਾਂ ਹੁੰਦੀਆਂ। ਔਰ ਦਿੱਲੀ ਹਮੇਸ਼ਾ ਐਜੀਟੇਸ਼ਨਾਂ 'ਤੇ ਹੜਤਾਲਾਂ ਨਾਲ ਭਰਿਆ ਰਹਿੰਦਾ। ਜੰਤਰ ਮੰਤਰ ਦਾ ਇਲਾਕਾ ਹੈਗਾ, ਉੱਥੇ ਵੀ ਐਜੀਟੇਸ਼ਨ ਰਹੀ ਹੈ। ਪਹਿਲੋਂ ਰਹੀ ਆ ਪਹਿਲਵਾਨਾਂ ਦੀ ਐਸੋਸੀਏਸ਼ਨ ਦੀ, ਉਹਦੇ 'ਚ ਰਿਹਾ। ਫਿਰ ਕਿਸਾਨ ਕਿੰਨੀ ਦੇਰ ਰਹੇ, 1.5 ਸਾਲ ਉੱਥੇ, ਹੈ ਨਾ। ਫਿਰ ਉਹਦੋਂ ਬਾਅਦ ਜਿਹੜੇ ਹੈਗੇ ਆ ਇਹ ਹੁਣ ਆ ਮੇਰਾ ਖਿਆਲ ਇਹਦੇ 'ਚ ਵੀ ਰੌਲਾ ਪਊਗਾ। ਔਰ ਅਜੇ ਤੱਕ ਉਹ ਤਾਂ ਇਹਨਾਂ ਕੋਲ ਇਕੱਠਾ ਨਹੀਂ ਹੋਇਆ ਕੰਮ, ਉਹਦਾ ਜੇ ਕਾਬੂ 'ਚ ਆਇਆ ਨਹੀਂਗਾ, ਉਹ ਕੰਟਰੋਲ ਨਹੀਂ ਹੋਇਆ। ਤੇ ਤੀਜਾ ਮਸਲਾ ਫਿਰ ਲੋਕਾਂ ਦੀ ਨਜ਼ਰ 'ਚ ਕਰ ਦਿੱਤਾ ਇਹ ਵਾਲਾ। ਬਿਲਕੁਲ ਠੀਕ ਹੈ। ਔਰ ਕਈ ਥਾਂ ਦੇ ਉੱਤੇ ਇਹ ਵੀ ਹੁੰਦਾ ਹੈ, ਵਾਕਈ ਕਈ ਬਲੈਕ ਸ਼ੀਪਸ ਹੈਗੀਆਂ ਨੇ ਜਿਹੜੇ ਆਪਣੇ ਬੋਲਣ ਦੀ ਆਜ਼ਾਦੀ ਦਾ ਗਲਤ ਇਸਤੇਮਾਲ ਕਰਦੀਆਂ ਨੇ, ਔਰ ਉਹ ਬਹੁਤ ਕੁਝ ਐਸਾ ਅਗੇਂਸਟ ਬੋਲਦੀਆਂ ਨੇ ਜੋ ਦੇਸ਼ ਦੀ ਸਿਕਿਉਰਿਟੀ ਵਾਸਤੇ ਵੀ ਠੀਕ ਨਹੀਂ ਔਰ ਦੇਸ਼ ਦੇ ਮਾਹੌਲ ਵਾਸਤੇ ਵੀ ਠੀਕ ਨਹੀਂ, ਭੜਕਾਉਣ ਦਾ ਕੰਮ ਕਰਦੇ ਨੇ। ਕਈ ਇੱਦਾਂ ਦੇ ਹੈਗੇ ਨੇ ਔਰ ਇਹਦੇ 'ਚ ਕੋਈ ਡਾਊਟ ਨਹੀਂ ਹੈ। ਔਰ ਕਈ ਇੱਦਾਂ ਦੇ ਵੀ ਹੈਗੇ ਨੇ ਜਿਹੜੇ ਇੱਦਾਂ ਦਾ ਕੰਮ ਨਹੀਂ ਕਰਦੇ ਔਰ ਉਹ ਬਹੁਤ ਖੁੱਲ੍ਹ ਕੇ ਬੋਲਦੇ ਨੇ। ਕਈ ਵਾਰ ਉਹ ਇੱਦਾਂ ਦਾ ਖੁੱਲ੍ਹ ਕੇ ਬੋਲਦੇ ਨੇ ਕਿ ਕਈ ਗਵਰਨਮੈਂਟ ਦੀਆਂ ਪਾਲਿਸੀਜ਼ ਦੇ ਖਿਲਾਫ ਵੀ ਬੋਲ ਜਾਂਦੇ ਨੇ, ਠੀਕ ਹੈ ਨਾ। ਕਈ ਇੱਦਾਂ ਦਾ ਵੀ ਬੋਲਦੇ ਨੇ। ਉਹ ਵੀ ਇੱਕ ਤਰ੍ਹਾਂ ਨਾਲ ਇੱਕ ਮਰਿਆਦਾ ਹੈ, ਜ਼ਰੂਰੀ ਹੈ ਭਈ ਕਿਸ ਮਰਿਆਦਾ 'ਚ ਰਹਿ ਕੇ ਬੋਲਿਆ ਜਾਵੇ। ਕਿ ਮਰਿਆਦਾ ਤੋਂ ਬਾਹਰ ਤਾਂ ਠੀਕ ਨਹੀਂ ਨਾ ਲੱਗਦਾ। ਕ੍ਰਿਟੀਸਾਈਜ਼ ਕਰੋ, ਡੈਮੋਕ੍ਰੇਸੀ ਦੇ ਵਿੱਚ ਕ੍ਰਿਟੀਸਾਈਜ਼ ਕਰਨਾ ਜ਼ਰੂਰੀ ਹੈ, ਪਰ ਤੂੰ ਤੜਾਕ ਵਾਲੀ ਭਾਸ਼ਾ ਦਾ ਇਸਤੇਮਾਲ ਨਹੀਂ ਹੋਣਾ ਚਾਹੀਦਾ। ਔਰ ਤੀਜੀ ਗੱਲ ਜੋ ਹਮੇਸ਼ਾ ਇਲਜ਼ਾਮ ਲੱਗਦੇ ਰਹਿੰਦੇ ਨੇ ਕਿ ਕਈ ਵਾਰ ਕੀ ਹੁੰਦਾ ਕਿ ਸਰਕਾਰ ਵੱਲੋਂ ਦਬਾਅ ਬਣਾਇਆ ਜਾਂਦਾ ਹੈ। ਕਈ ਵਾਰ ਅਸੀਂ ਗੱਲ ਕਰਦੇ ਹਾਂ ਵੱਡੇ ਵੱਡੇ ਚੈਨਲਸ ਦੀ, ਉਹ ਵੀ ਦਬਾਅ ਦੇ ਹੇਠ ਕੰਮ ਕਰਦੇ ਨੇ। ਉਸ ਤਰ੍ਹਾਂ ਪੋਰਟਲਸ ਜਿਹੜੇ ਨੇ ਉਹ ਦਬਾਅ ਦੇ ਵਿੱਚ ਨਹੀਂ ਆਉਂਦੇ ਤਾਂ ਉਹਨਾਂ ਨੂੰ ਇੱਦਾਂ ਦਬਾਇਆ ਜਾਂਦਾ। ਇਹ ਵੀ ਗੱਲਾਂ ਆਉਂਦੀਆਂ ਨੇ, ਕਿਉਂਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਜਸਟਿਨ ਟਰੂਡੋ ਜਿਸ ਤਰ੍ਹਾਂ ਗੱਲ ਕਰ ਰਹੇ ਨੇ ਔਰ ਐਲਨ ਮਸਕ ਉਹਨਾਂ ਨੂੰ ਕਹਿ ਰਹੇ ਨੇ ਕਿ ਫਰੀडम ਆਫ ਸਪੀਚ ਨੂੰ ਦਬਾਉਣਾ ਨਹੀਂ ਚਾਹੀਦਾ। ਔਰ ਇੱਥੇ ਕਈ ਵਾਰ ਤੀਸਰੀ ਕੰਡੀਸ਼ਨ 'ਚ ਆ ਜਾਂਦਾ ਕਿ ਫਰੀडम ਆਫ ਸਪੀਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੁਝ ਇੱਦਾਂ ਦੇ ਸਿਚੁਏਸ਼ਨਸ ਵੀ ਮੰਨਦੇ ਨੇ ਸਾਰੇ ਕਿ ਇਹ ਵੀ ਸਿਚੁਏਸ਼ਨਸ ਹੋ ਜਾਂਦੀਆਂ ਨੇ, ਪਰ ਜੋ ਵੀ ਹੈ ਫ੍ਰੀ ਪ੍ਰੈਸ ਜ਼ਰੂਰੀ ਹੈ। ਬਾਈਡਨ ਸਾਹਿਬ ਜਦੋਂ ਆਏ ਨੇ G20 ਵੇਲੇ ਔਰ ਉਸ ਤੋਂ ਬਾਅਦ ਜਦੋਂ ਵੀਅਤਨਾਮ ਵੀ ਗਏ ਨੇ, ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ਿਕਰ ਕੀਤਾ ਹੈ ਕਿ ਹਰ ਇੱਕ ਦੇਸ਼ ਦੇ ਵਿੱਚ ਫ੍ਰੀ ਪ੍ਰੈਸ ਜ਼ਰੂਰੀ ਹੈ। ਇਹ ਚੌਥਾ ਸਤੰਭ ਹੈ ਔਰ ਇਸ ਨੂੰ ਫ੍ਰੀ ਹੋਣਾ ਚਾਹੀਦਾ ਹੈ ਔਰ ਇਹ ਡੈਮੋਕ੍ਰੇਸੀ ਨੂੰ ਹੋਰ ਮਜ਼ਬੂਤ ਕਰਦਾ ਹੈ। ਤੇ ਪੱਤਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗਲਤ ਇਸਤੇਮਾਲ ਨਾ ਕਰਨ ਇਸ ਫ੍ਰੀडम ਦਾ, ਔਰ ਸਰਕਾਰਾਂ ਦੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਇਸ ਫ੍ਰੀडम ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰਨ। ਇੱਕ ਬੈਲੈਂਸ, ਇੱਕ ਸੰਤੁਲਨ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਪ੍ਰੈਸ ਜਿਹੜੀ ਹੈ ਉਹ ਸਾਰੀ ਪਬਲਿਕ ਦੀ ਗੱਲ ਗਵਰਨਮੈਂਟ ਤੱਕ ਪਹੁੰਚਾਉਂਦੀ ਹੈ ਤੇ ਗਵਰਨਮੈਂਟ ਦੀ ਸਾਰੀ ਗੱਲ ਪਬਲਿਕ ਤੱਕ ਵੀ ਪ੍ਰੈਸ ਪਹੁੰਚਾਉਂਦੀ ਹੈ। ਇੱਕ ਤਰ੍ਹਾਂ ਦਾ ਪੁਲ ਹੈ, ਇਸ ਪੁਲ ਨੂੰ ਤੋੜਨਾ ਨਹੀਂ ਚਾਹੀਦਾ। ਸੋ ਆਪਾਂ ਅੱਗੇ ਵਧਦੇ ਹਾਂ। ਅੱਗੇ ਜੀ ਇੱਕ ਹੋਰ ਫ੍ਰੀडम ਆਫ ਸਪੀਚ ਦੀ ਗੱਲ ਹੋਣ ਜਾ ਰਹੀ ਹੈ। ਇਹ ਤਾਂ ਕਾਫੀ ਦਿਨਾਂ ਤੋਂ ਚੱਲਦੀ ਵੀ ਪੰਜਾਬ ਦੀ ਧਰਤੀ ਦੇ ਉੱਤੇ CM ਸਾਹਿਬ ਤੇ ਸਾਡੇ ਗਵਰਨਰ ਸਾਹਿਬ ਦੋਵਾਂ ਦਾ ਆਪਸ ਦੇ ਵਿੱਚ ਜੋ ਪਿਆਰ ਭਰਾ ਨਾਤਾ, ਪਿਆਰ ਭਰਾ ਰਿਸ਼ਤਾ ਮੀਡੀਆ ਦੇ ਵਿੱਚ ਹਮੇਸ਼ਾ ਪਬਲਿਸ਼ ਹੁੰਦਾ ਰਹਿੰਦਾ ਹੈ। ਔਰ ਉਹ ਪਿੱਛੇ ਜੇ ਜਾ ਕੇ ਕਹਿੰਦੇ ਸੀ ਕਿ ਸਭ ਕੁਝ ਹੁਣ ਸ਼ਾਂਤ ਹੈ, ਸੁਖਾਵਾਂ ਹੈ,
ਹੁਣ ਫਿਰ ਇੱਕ ਟਵੀਟ ਆਈ ਸੀ, ਟਵੀਟ ਤੋਂ ਬਾਅਦ 50,000 ਕਰੋੜ ਦਾ ਜਿਹੜਾ ਕਰਜ਼ਾ ਹੈ ਉਹਦੀ ਕੁਝ ਡਿਟੇਲਸ ਦੀ ਗੱਲ ਕੀਤੀ ਹੈ। ਤੇ ਫਿਰ ਇਸ ਤੋਂ ਬਾਅਦ ਕਹਿੰਦੇ ਨੇ ਕਿ ਰਾਜਪਾਲ ਸਾਹਿਬ ਤੇ ਸੀਐਮ ਸਾਹਿਬ ਫਿਰ ਥੋੜੀ ਆਮੋ ਸਾਹਮਣੇ ਹੋ ਗਏ ਨੇ ਇਸ ਗੱਲ ਨੂੰ ਲੈ ਕੇ ਕਿ ਇਹ ਕੀ ਜਵਾਬ ਦਿੰਦੇ ਨੇ ਤੇ ਉਹ ਕੀ ਜਵਾਬ ਮੰਨਦੇ ਨੇ। ਸੋ ਬਹੁਤ ਸਾਰੇ ਮਸਲੇ ਖੜੇ ਹੁੰਦੇ ਪਏ ਨੇ। ਹਾਂ, ਮਸਲਾ ਇਹ ਰਿਹਾ ਕਿ ਹੁਣੇ ਜਿਹੜਾ ਇਹਨਾਂ ਦੇ ਕਰਜ਼ੇ ਦੀ ਗੱਲ ਹੋਈ ਹੈ ਪੰਜਾਬ ਗੌਰਮੈਂਟ ਦੇ, ਉਹਦੇ ਵਿੱਚ 50,000 ਕਰੋੜ ਦਾ ਰੌਲਾ ਰਿਹਾ। ਉਹਦੇ ਵਿੱਚ ਗਵਰਨਰ ਸਾਹਿਬ ਪ੍ਰੋਤ ਜੀ ਨੇ ਉਹਨਾਂ ਨੇ ਹਿਸਾਬ ਮੰਗਿਆ ਨਾ ਕਿ ਕਿੱਥੇ ਕਿੱਥੇ ਵਰਤਿਆ ਗਿਆ ਜੀ। ਔਰ ਜਿਹੜੇ ਇਹਨਾਂ ਦੇ ਵਿੱਤ ਮੰਤਰੀ ਆ ਉਹਨੇ ਦੇਣਾ ਸੀ, ਹਰਪਾਲ ਚੀਮਾ ਜੀ ਨੇ ਇਹਦਾ ਸਾਰਾ ਡਿਟੇਲ ਦਿੱਤੀ ਆ। ਉਹਨਾਂ ਨੇ ਕਹਿਤਾ ਕਿ ਜਿਹੜਾ ਵੀ ਇੱਥੋਂ ਲਿਆ 47 ਕਰੋੜ ਅਬਾਊਟ ਦੇ 47,000 ਕਰੋੜ ਦੇ ਕਰੀਬ ਜਿਹੜਾ ਸੀਗਾ ਪਹਿਲੋਂ ਜਿਹੜੀ ਪਹਿਲੀ ਸਰਕਾਰ ਆ ਉਹਨਾਂ ਨੇ ਇਹ ਕਰਜ਼ਾ ਲਿਆ ਸੀਗਾ। ਉਹਦੇ ਵਿੱਚ ਸਾਨੂੰ ਬਹੁਤ ਕੁਝ ਐਡ ਕਰਨਾ ਪਿਆ ਔਰ ਅਸੀਂ ਉਹਦਾ ਜਿਹੜਾ ਅਸੀਂ ਵਿਆਜ ਦਿੰਦੇ ਰਹੇ, ਇੰਟਰਸਟ ਦਿੰਦੇ ਰਹੇ ਹੁਣ ਤੱਕ। ਉਹ 'ਚੋਂ 27,000 ਕਰੋੜ ਜਿਹੜਾ ਉਹੀ ਗਿਆ ਹੁਣ ਤੱਕ ਜਿਹੜਾ ਅਸੀਂ ਪੈਸਾ ਦਿੱਤਾ। ਔਰ ਉਹਦੇ ਵਿੱਚ ਜਦੋਂ ਸੁਖਬੀਰ ਬਾਦਲ ਜੀ ਨੇ ਕਿਹਾ ਸੀਗਾ ਕਿ ਇਹ ਹਵਾਈ ਜਹਾਜ਼ ਤੇ ਝੂਟਿਆਂ ਵਾਲਾ ਪੈਸਾ ਜਿਹੜਾ ਹੈਗਾ ਕੇਜਰੀਵਾਲ ਵਾਰ-ਵਾਰ ਆ ਰਿਹਾ ਉਹਦਾ ਵੀ ਪੈਸਾ ਹੈਗਾ, ਇਹਨਾਂ ਨੇ ਸਾਰਾ ਪੈਸਾ ਬਾਹਰਲੇ ਸੂਬਿਆਂ 'ਚ ਜਾਣ ਕਰਕੇ ਬਰਬਾਦ ਕੀਤਾ ਵਾ। ਔਰ ਉਹਨਾਂ ਦਾ ਦੂਸ਼ਣ ਇਹ ਸੀਗਾ ਔਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਸੀਗਾ ਕਿ ਪੈਸਾ ਇਹਨਾਂ ਨੇ ਸਾਰਾ ਬਾਹਰਲੇ ਜਹਾਜ਼ਾਂ ਦਾ ਔਰ ਇੱਥੋਂ ਦੀਆਂ ਜਿਹੜੀਆਂ ਐਡਸ ਨੇ, ਜਿਹੜੀਆਂ ਪਬਲੀਕੇਸ਼ਨ ਦਿੱਤੀਆਂ ਨੇ, ਜਿਹੜੀਆਂ ਲੋਕਾਂ ਤੱਕ ਆਪਣੀਆਂ ਨੀਤੀਆਂ ਨੂੰ ਪਹੁੰਚਾਇਆ ਹੈਗਾ, ਉਹ ਸੜਕਾਂ 'ਤੇ ਲੈ ਕੇ ਉਹ ਵੀ ਪੈਸਾ ਇਹਨਾਂ ਨੇ ਖਰਾਬ ਕੀਤਾ। ਪਰ ਇਹਨਾਂ ਨੇ ਬਿਲਕੁਲ ਕਲੀਅਰ ਕਰ ਦਿੱਤਾ ਕਿ ਆਹ ਪੈਸਾ ਜਿਹੜਾ ਅਸੀਂ ਖਰਚਿਆ ਵਾ ਔਰ ਆਹ ਪੈਸਾ ਜਿਹੜਾ ਸਾਡੇ ਸਿਰ 'ਤੇ ਹੈਗਾ ਉਹ ਕਿੱਥੋਂ ਆਇਆ। ਔਰ ਭਗਵੰਤ ਮਾਨ ਨੇ ਕੱਲ੍ਹ ਬਿਆਨ ਦੇ ਦਿੱਤਾ ਕਿ ਜਿਹੜਾ ਕੇਂਦਰ ਸਾਨੂੰ ਪੈਸਾ ਦੇ ਰਿਹਾ ਸੀ ਥੋੜ੍ਹੀ ਦੇਰ ਲਈ ਉਹਨਾਂ 'ਤੇ ਰੋਕ ਲਾਉਣੀ ਚਾਹੀਦੀ ਆ, ਕਿਉਂਕਿ ਸਾਡੇ 'ਤੇ ਜਿਹੜੀ ਰਾਹਤ ਫੰਡ ਉਹ ਤਾਂ ਦਾ ਦਿੱਤਾ ਨਹੀਂ ਜਿਹੜਾ ਦੇਣਾ ਚਾਹੀਦਾ ਸੀ, ਜਿਹੜੇ ਰੂਰਲ ਡਿਵੈਲਪਮੈਂਟ ਦੇ ਫੰਡ ਸੀਗੇ। ਕਰਜ਼ੇ ਲਈ ਅਸੀਂ ਅੱਗੇ ਨਹੀਂ ਹੱਥ ਡਾਵਾਂਗੇ, ਨਾ ਲਵਾਂਗੇ, ਪਰ ਕਰਜ਼ੇ ਨੂੰ ਇਹਨੂੰ ਜਿਹੜਾ ਦੂਰ ਕਰਨ ਲਈ ਅਸੀਂ ਚਾਹ ਰਹੇ ਹਾਂ ਕਿ ਪਿਛਲੀਆਂ ਗੌਰਮੈਂਟ ਜਿਹੜੀਆਂ ਸੀ ਉਹਨਾਂ ਨੇ ਸਾਡੇ ਸਿਰ ਬਹੁਤ ਜ਼ਿਆਦਾ ਕਰਜ਼ਾ ਚੜਾਇਆ, ਉਹਨੂੰ ਅਸੀਂ ਕਲੀਅਰ ਕਰ ਰਹੇ ਹਾਂ। 1.5 ਸਾਲ ਦੇ ਵਿੱਚ ਅਸੀਂ ਜਿੰਨਾ ਕੰਮ ਕੀਤਾ ਹੈਗਾ ਪੈਸਾ ਤਾਂ ਇੱਥੋਂ ਆਉਣਾ ਹੀ ਆ। ਔਰ ਟੈਕਸ ਰਹਿਤ ਸਾਡਾ ਜਿਹੜਾ ਬਜਟ ਹੁੰਦਾ, ਅਸੀਂ ਟੈਕਸ ਨਹੀਂ ਲੋਕਾਂ 'ਤੇ ਲਾਇਆ ਔਰ ਅਸੀਂ ਫ੍ਰੀ ਬਿਜਲੀ ਦਿੱਤੀ ਆ, ਉਹਦੇ ਵਿੱਚ ਵੀ ਸਾਨੂੰ ਕੋਈ ਇਸ ਤਰ੍ਹਾਂ ਦਾ ਕਰਜ਼ਾ ਨਹੀਂ ਦੇਣਾ ਪੈ ਰਿਹਾ। ਔਰ ਅਸੀਂ ਖਾਸ ਤੌਰ 'ਤੇ ਦਿੱਲੀ ਦੇ ਵਿੱਚ ਵੀ ਫ੍ਰੀ ਬਿਜਲੀ ਦਿੱਤੀ ਹੈ ਲੋਕਾਂ ਨੂੰ 600 ਯੂਨਿਟ, ਔਰ ਅਸੀਂ ਪੰਜਾਬ ਵਿੱਚ ਵੀ ਦਿੱਤੀ ਆ। ਔਰ ਕੱਲ੍ਹ ਉਹਨਾਂ ਨੇ ਹੋਰ ਵੀ ਗੱਲ ਕਰਤੀ ਹੈ ਕਿ ਅਸੀਂ ਇਹਦੇ ਵਿੱਚ ਹੋਰ ਵੀ ਇਨਕਲਾਬ ਲਿਆਵਾਂਗੇ। ਇਹਦੇ ਵਿੱਚ ਅਸੀਂ ਜਿਹੜੀਆਂ ਸਿਹਤ ਸਹੂਲਤਾਂ ਵਾ ਉਹਨਾਂ ਨੂੰ ਵਧਾਉਣ ਲਈ ਬਹੁਤ ਕੁਝ ਕਰ ਰਹੇ ਹਾਂ। ਕੱਲ੍ਹ ਪਟਿਆਲੇ ਆਏ ਸੀਗੇ ਕੇਜਰੀਵਾਲ ਸਾਹਿਬ ਔਰ ਉਹਨਾਂ ਨੇ ਉੱਥੇ ਉਦਘਾਟਨ ਕੀਤਾ ਔਰ ਉਹਨਾਂ ਨੇ ਕਿਹਾ ਜੇ ਕਰਜ਼ਾ ਹੈਗਾ ਤਾਂ ਕਰਜ਼ੇ ਨਾਲ ਸਰਕਾਰਾਂ ਜਿੰਨੀਆਂ ਕੁ ਚੱਲਦੀਆਂ ਚਲਾਈਆਂ ਵਾ, ਉਹ ਤੋਂ ਬਾਅਦ ਅਸੀਂ ਕਰਜ਼ਾ ਨਹੀਂ ਲਾਵਾਂਗੇ। ਔਰ ਇਹਦੇ ਵਿੱਚ ਗਵਰਨਰ ਸਾਹਿਬ ਨੇ ਉਹਨਾਂ ਕੋਲ ਡਿਟੇਲ ਮੰਗੀ ਸੀ, ਉਹਨਾਂ ਨੇ ਡਿਟੇਲ ਤੇ ਦਿੱਤੀ ਦੇ ਉਹਨਾਂ ਨੂੰ, ਪਰ ਉਹਨਾਂ ਨੇ ਮੋੜਵਾਂ ਜਵਾਬ ਦਿੱਤਾ ਕਿ ਗਵਰਨਰ ਸਾਹਿਬ ਜਿਹੜਾ ਅਸੀਂ ਤੁਹਾਨੂੰ ਕਿਹਾ ਸੀਗਾ ਕਿ ਪੈਸਾ ਉੱਧਰੋਂ ਲੈ ਕੇ ਜਿਹੜੇ ਰੂਰਲ ਡਿਵੈਲਪਮੈਂਟ ਫੰਡ ਹੈਗਾ ਔਰ ਉਹ ਜਿਹੜੇ ਕੁਝ ਵਿਪਤਾ ਵਾਲੇ ਫੰਡ ਆ ਜਿਹੜੇ ਉੱਧਰੋਂ ਦੇਣੇ ਸੀ ਉਹ ਵੀ ਪੂਰਾ ਨਹੀਂ ਦਿੱਤਾ। ਜਦੋਂ ਹੜ੍ਹ ਆਇਆ ਉਹ 'ਚ 6800 ਰੁਪਏ ਨਾਲ ਕਿੰਨਾ ਬਣਦਾ ਜਿਹੜੇ ਗੌਰਮੈਂਟ ਕੇਂਦਰ ਨੇ ਦਿੱਤਾ। ਔਰ ਕਹਿੰਦੇ ਹੁਣ ਤੱਕ ਅਸੀਂ ਇਹਨਾਂ ਅੱਗੇ ਹੱਥ ਅੱਡਦੇ ਰਹੇ ਹਾਂ ਔਰ ਸਾਨੂੰ ਨਹੀਂ ਦੇ ਰਹੇ, ਬਾਹਰਲੇ ਸੂਬਿਆਂ ਨੂੰ ਦੇ ਰਹੇ ਆ, ਦੂਜੇ ਸੂਬੇ ਲੈ ਰਹੇ ਆ ਔਰ ਇਕੱਲਾ ਪੰਜਾਬ ਆ ਜਿਹੜਾ ਇਹਦੇ ਤੋਂ ਵਾਂਝਾ ਰਹਿ ਗਿਆ। ਔਰ ਉਹਨਾਂ ਨੇ ਗਵਰਨਰ ਸਾਹਿਬ ਨੂੰ ਕਿਹਾ ਕਿ ਤੁਸੀਂ ਇਹਨਾਂ ਚੀਜ਼ਾਂ ਲਈ ਤੇ ਸਾਡੇ ਕੋਲ ਫਾਈਲ ਮੰਗ ਰਹੇ ਜੇ, ਲੈਟਰ ਪਾਉਂਦੇ ਜੇ ਸਾਨੂੰ, ਪਰ ਜਿਹੜੇ ਅਸੀਂ ਫਾਈਲਾਂ ਭੇਜਦੇ ਉਹ ਤੁਸੀਂ ਕਦੀ ਉੱਤੇ ਸਾਈਨ ਨਹੀਂ ਕੀਤੇ, ਉੱਤੇ ਕੈਂਸਲ ਕਰਕੇ ਸਾਨੂੰ ਵਾਪਸ ਭੇਜ ਦਿੰਦੇ ਜੇ। ਇਹ ਕੋਈ ਇਹਨਾਂ ਨੇ ਭਗਵੰਤ ਮਾਨ ਨੇ ਕਿਹਾ ਕਿ ਬਾਕੀ ਸਰਕਾਰਾਂ ਬਾਕੀ ਸੂਬਿਆਂ ਦੇ ਵੇਖ ਲਓ, ਉੱਥੇ ਗਵਰਨਰ ਦਾ ਤਾਂ ਆਪਸੀ ਮਿਊਚੁਅਲ ਅੰਡਰਸਟੈਂਡਿੰਗ ਕਿੰਨੀ ਹੈਗੀ, ਸਾਡੀ ਆਪਸੀ ਜਿਹੜੀ ਨਹੀਂ ਆਪਸੀ ਮੇਲ ਜੋਲ ਜਾਂ ਅਸੀਂ ਆਮੋ ਸਾਹਮਣੇ ਹੋ ਜਾਂਦੇ ਆ, ਟਕਰਾਅ ਨੇ ਲੋਕਾਂ ਲਈ ਜਿਹੜਾ ਹੈਗਾ ਨੁਕਸਾਨ ਦਿੱਤਾ ਵਾ। ਔਰ ਮੈਂ ਚਾਹੁੰਦਾ ਕਿ ਤੁਹਾਡੇ ਜਿਹੜੇ ਖਾਤਾ ਜਾਂ ਜਿਹੜੇ ਲੈਟਰ ਆਉਂਦੇ ਉਹਨਾਂ ਦੇ ਮੈਂ ਜਵਾਬ ਦੇ ਦਿੱਤੇ ਆ ਔਰ ਤੁਸੀਂ ਵੀ ਮੇਰੇ ਇਹਨਾਂ ਦੇ ਜਵਾਬ ਦਿਓ ਤੇ ਮੇਰੀਆਂ ਜਿਹੜੀਆਂ ਫਾਈਲਾਂ ਜਾਂਦੀਆਂ ਉਹਨਾਂ 'ਤੇ ਨਾ ਕੈਂਸਲੇਸ਼ਨ ਨਾ ਕਰੋ, ਉਹਨੂੰ ਡਿਸਅਪਰੂਵ ਨਾ ਕਰੋ ਔਰ ਤਾਂ ਕਿ ਮੈਂ ਵੀ ਪੰਜਾਬ ਲਈ ਖੁਸ਼ਹਾਲੀ ਦਾ ਬੂਹਾ ਖੜਕਾ ਸਕਾਂ। ਜੀ ਖੁਸ਼ਹਾਲੀ ਦਾ ਬੂਹਾ ਤਾਂ ਜ਼ਰੂਰ ਖੜਕਾਉਣਾ ਚਾਹੀਦਾ। ਉਹਨੇ ਹਾਲਾਤ ਵੀ ਠੀਕ ਕਰਨੇ ਚਾਹੀਦੇ ਨੇ ਨਾ ਕਿ ਤੁਹਾਡੇ ਕੋਲ ਐਗਰੀਕਲਚਰ ਪਾਲਿਸੀ ਸੋਲਿਡ ਹੋਣੀ ਚਾਹੀਦੀ ਹੈ, ਇੰਡਸਟਰੀਅਲ ਪਾਲਿਸੀ ਸੋਲਿਡ ਹੋਣੀ ਚਾਹੀਦੀ ਹੈ। ਤੁਸੀਂ ਕਹਿੰਦੇ ਹੋ ਕਿ ਬਾਹਰ ਦੀਆਂ ਕੰਪਨੀਆਂ ਇੱਥੇ ਇਨਵੈਸਟ ਕਰ ਰਹੀਆਂ ਨੇ, ਉਹਦੀ ਡਿਟੇਲਸ ਕੀ ਨੇ, ਕੌਣ ਇਨਵੈਸਟ ਕਰ ਰਿਹਾ, ਪਤਾ ਤਾਂ ਲੱਗੇ ਕਿਹੜੇ ਸੈਕਟਰ 'ਚ ਇਨਵੈਸਟ ਕਰ ਰਿਹਾ। ਨੀਦਰਲੈਂਡ ਆ ਗਿਆ, ਠੀਕ ਆ ਗਿਆ ਕਿੱਥੇ ਉਹਨਾਂ ਨੇ ਨੀਦਰਲੈਂਡ ਨੇ ਜਿਹੜਾ ਕੀਤਾ ਵਾ ਜਿਹੜਾ ਫੀਡ ਹੈਗਾ ਨਾ ਕੈਟਲ ਫੀਡ ਲਈ, ਕੈਟਲ ਫੀਡ ਲਈ ਉਹਨਾਂ ਦਾ ਉਦਘਾਟਨ ਹੋ ਗਿਆ 138 ਕਰੋੜ ਦਾ ਉਹਨਾਂ ਨੇ ਲਾਤਾ। ਡਿਟੇਲ ਹੈ, ਮੀਡੀਆ ਉਸੇ ਵੇਲੇ ਕਰ ਦਿੰਦਾ, ਇਹ ਦੱਸਣ ਨਾ ਦੱਸਣ ਮੀਡੀਆ ਕਰ ਦਿੰਦਾ, ਉਸੇ ਵੇਲੇ ਚੈਨਲਾਂ 'ਤੇ ਆ ਗਈ ਨਿਊਜ਼ ਵੀ ਆਹ ਕੰਮ ਹੋ ਗਿਆ। ਜਰਮਨ ਦੇ ਇਨਵੀਟੇਸ਼ਨ ਨਹੀਂ ਆਏ ਆ, ਆਪਾਂ ਗੱਲ ਕੀਤੀ ਸੀ ਪਿਛਲੇ ਪ੍ਰੋਗਰਾਮ ਵਿੱਚ ਕਿ ਜਰਮਨ ਤੋਂ ਤਾਂ ਬਾਕੀ ਕੰਟਰੀਆਂ 'ਚ ਲੋਕ ਆਉਂਦੇ ਆ। ਕੋਈ ਸੂਬਾ ਕੋਈ ਕੰਟਰੀ ਸਭ ਤੋਂ ਪਹਿਲਾਂ ਇੰਡੀਆ 'ਚ ਆਊਗਾ ਅਤੇ ਪੰਜਾਬ 'ਚ ਹੀ ਆਉਂਦਾ, ਬਾਕੀ ਸੂਬਿਆਂ 'ਚ ਨਹੀਂ ਜਾਊਗਾ, ਕਿਉਂਕਿ ਇੱਥੇ ਖੁਸ਼ਹਾਲੀ ਹੈਗੀ ਆ, ਇੱਥੇ ਪੈਸਾ ਲੋਕਾਂ ਕੋਲ ਹੈਗਾ, ਪਾਕਟ ਮਨੀ ਹੈਗੀ, ਲੋਕਾਂ ਕੋਲ ਕੰਮ ਕਰਦੇ ਆ। ਜਿਹੜਾ ਵੀ ਇੱਥੋਂ ਕੋਈ ਕੰਮ ਸ਼ੁਰੂ ਕਰਦਾ ਕਦੀ ਉਹ ਇਸ ਤਰ੍ਹਾਂ ਦਾ ਮਤਲਬ ਨਹੀਂ ਰਿਹਾ ਕਿ ਉਹਨੂੰ ਉਹਦੇ ਵਿੱਚ ਕੋਈ ਇਵਜ਼ ਨਾ ਮਿਲਿਆ ਹੋਵੇ, ਉਹਨੂੰ ਪੈਸਾ ਨਾ ਮਿਲਿਆ ਹੋਵੇ, ਉਹ ਕੰਮ ਆਪਣਾ ਸਫਲ ਹੋ ਕੇ ਕਰਦਾ ਹੈਗਾ। ਇਸੇ ਤਰ੍ਹਾਂ ਹੈਗਾ ਪੰਜਾਬ ਰਿਚੈਸਟ ਸਟੇਟ ਆ, ਉਹਨਾਂ ਨੂੰ ਪਤਾ ਔਰ ਪੜ੍ਹ ਲੈਂਦੇ ਆ
ਔਰ ਆ ਰਹੇ ਆ ਹੁਣ। ਹਾਲਾਂਕਿ ਡੇਅਰੀਆਂ ਇੱਥੇ ਨਹੀਂ ਹੈਗੀਆਂ ਹੈ ਨਾ, ਪਸ਼ੂ ਪਾਲਣ ਦਾ ਬਹੁਤ ਧੰਦਾ ਨਹੀਂ ਹੈਗਾ, ਪਰ ਕੈਟਲ ਫੀਡ ਆ ਗਈ ਹੈ, ਲੋਕ ਸ਼ੁਰੂ ਕਰ ਦੇਣਗੇ ਕਿਉਂਕਿ ਲੋਕਲ ਹੈਗੀਆਂ ਸੀ ਕੈਟਲ ਫੀਡ ਦੀਆਂ, ਬਾਹਰੋਂ ਆ ਗਈਆਂ ਔਰ ਪੈਸਾ ਘੱਟ ਲੈਣਗੇ ਔਰ ਉਹਦੇ 'ਤੇ ਉਹ ਲੋਨ ਵੀ ਦੇ ਰਹੇ ਆ ਔਰ ਉਹਦੇ 'ਤੇ ਨੌਜਵਾਨ ਜਿਹੜੇ ਮੁੰਡੇ ਵੀ ਕੁਝ ਰੱਖ ਲਏ ਉਹਨਾਂ ਨੇ ਜਿਹੜੇ ਕੰਮ ਕਰਨਗੇ। ਔਰ ਪੀਓਜੀ ਦੇ ਜਿਹੜੇ ਐਨੀਮਲ ਸਾਇੰਸ ਡਿਪਾਰਟਮੈਂਟ ਆ ਉਹਨਾਂ ਦੇ ਸਾਇੰਟਿਸਟ ਗਏ ਉੱਥੇ ਨਾਲ। ਕਿਉਂਕਿ ਜ਼ਰੂਰੀ ਇਹ ਹੈ ਕਿ ਇੱਕ ਤਾਂ ਪੰਜਾਬ ਦੇ ਜਿਹੜੇ ਨੌਜਵਾਨ ਨੇ ਮੁੰਡੇ ਕੁੜੀਆਂ ਉਹਨਾਂ ਨੂੰ ਜੌਬ ਮਿਲਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਸਾਡੇ ਇੱਥੋਂ ਦੇ ਮੁੰਡੇ ਕੁੜੀਆਂ ਉਹਨੇ ਕੁਆਲੀਫਾਈਡ ਹੀ ਨਾ ਹੋਣ ਕਿ ਉਹਨਾਂ ਵਿਦੇਸ਼ੀ ਕੰਪਨੀਆਂ ਦੇ ਵਿੱਚ ਕੰਮ ਕਰ ਸਕਣ, ਇਸ ਕਰਕੇ ਉਹ ਵੀ ਬਾਹਰੋਂ ਆ ਜਾਣ ਬੰਦੇ ਦੂਸਰੀਆਂ ਸਟੇਟਸ ਤੋਂ ਕੰਮ ਕਰਨ ਵਾਸਤੇ, ਉਹਦਾ ਫਿਰ ਪੰਜਾਬ ਨੂੰ ਫਾਇਦਾ ਨਹੀਂ ਹੈ। ਉਹ ਸਿਰਫ ਪ੍ਰੋਫਿਟ ਅਰਨਿੰਗ ਹੋਏਗੀ ਜਿਹੜੀ ਕੰਪਨੀ ਇਨਵੈਸਟ ਕਰ ਰਹੀ ਹੈ। ਦੂਜੀ ਗੱਲ ਇਹ ਹੈ ਹੁਣ ਜਿਹੜੀ ਉਹ ਇਨਵੈਸਟਮੈਂਟ ਕਰ ਰਹੀ ਹੈ ਉਹਦਾ ਟਾਈਮਿੰਗ ਕੀ ਹੈ, ਉਹਦਾ ਰਿਸਪੌਂਸ ਦੇਖ ਕੇ ਉਹ ਕੀ ਉਹਨਾਂ ਨੇ ਸ਼ਰਤਾਂ ਰੱਖੀਆਂ ਨੇ, ਕੀ ਕਲੌਜ਼ ਰੱਖੀਆਂ ਨੇ। ਇੱਕ ਜਰਨਲ ਗੱਲ ਹੈ ਕਿ ਉਹਨਾਂ ਨੇ ਇਨਵੈਸਟ ਕਰ ਦਿੱਤਾ, ਉਸ ਤੋਂ ਬਾਅਦ ਉਹਨਾਂ ਦੀਆਂ ਕੀ ਸ਼ਰਤਾਂ ਨੇ। ਉਹਨਾਂ ਨੂੰ ਵੀ ਤਾਂ ਪ੍ਰੋਫਿਟ ਚਾਹੀਦਾ ਹੈ ਨਾ, ਸੇਵਾ ਕਰਨ ਵਾਸਤੇ ਤਾਂ ਕੋਈ ਕੰਪਨੀ ਨਹੀਂ ਆਉਂਦੀ, ਉਹਨਾਂ ਨੂੰ ਪ੍ਰੋਫਿਟ ਚਾਹੀਦਾ ਹੈ। ਉਸ ਵਾਸਤੇ ਪੰਜਾਬ ਗਵਰਨਮੈਂਟ ਕਿਵੇਂ ਨਾਲ ਖੜੀ ਹੈ, ਠੀਕ ਹੈ, ਹਰ ਚੀਜ਼ ਕਾਊਂਟ ਹੋਏਗੀ। ਕਰਜ਼ੇ ਦੀ ਹਾਲਾਤ ਕੀ ਨੇ, ਨੌਜਵਾਨ ਕਿੰਨੇ ਇੱਥੇ ਹੈਗੇ ਨੇ, ਜ਼ਮੀਨ ਕਿੰਨੀ ਕੁ ਜ਼ਰਖੇਜ਼ ਹੈ, ਕਿਸਾਨ ਦੇ ਕੋਲ ਕਿੰਨੀ ਕੁ ਮਾਲੀ ਹਾਲਤ ਸਟਰੋਂਗ ਹੈ ਕਿ ਜੇ ਕੈਟਲ ਫੀਲਡ ਵਾਸਤੇ ਆਏ ਨੇ ਤਾਂ ਡੇਅਰੀ ਫਾਰਮਿੰਗ ਨੂੰ ਬਹੁਤ ਫਾਇਦਾ ਹੋ ਸਕਦਾ ਤੇ ਸਰਕਾਰ ਵੱਲੋਂ ਕਿੰਨੇ ਸਸਤੇ ਕਰਜ਼ੇ ਦਿੱਤੇ ਜਾਣ ਕਿ ਲੋਕ ਕਿਸਾਨ ਇਸ ਕਿੱਤੇ ਦੇ ਵਿੱਚ ਵੀ ਆਉਣ, ਠੀਕ ਹੈ ਨਾ। ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਨੇ। ਔਰ ਉਸ ਤੋਂ ਬਾਅਦ ਇੰਡਸਟਰੀ ਕਿਵੇਂ ਸਪੋਰਟ ਕਰੇਗੀ, ਐਗਰੋ ਬੇਸਡ ਇੰਡਸਟਰੀ ਕਿਵੇਂ ਸਪੋਰਟ ਕਰੇਗੀ, ਛੋਟੇ ਛੋਟੇ ਯੂਨਿਟਸ ਕਿਵੇਂ ਲਗਾਏ ਜਾਣ ਇੰਡਸਟਰੀ ਵਾਸਤੇ। ਔਰ ਜਿਹੜੀਆਂ ਵੱਡੀਆਂ ਕੰਪਨੀਆਂ ਬੰਦ ਹੋ ਚੁੱਕੀਆਂ ਨੇ, ਕਿੰਨੀ ਇੰਡਸਟਰੀ ਸੀ ਪੰਜਾਬ ਦੇ ਵਿੱਚ, ਉਹਨੂੰ ਸੰਭਾਲ ਕੇ ਹੀ ਨਹੀਂ ਰੱਖਿਆ ਗਿਆ। ਔਰ ਉਹ ਕਿੱਦਾਂ ਕੀਤੀ ਜਾਵੇ, ਉਹਨਾਂ ਨੂੰ ਰਿਵਾਈਵ ਕਿੱਦਾਂ ਕੀਤੀ ਜਾਵੇ, ਜਿਹੜੇ ਛੱਡ ਕੇ ਚਲੇ ਗਏ ਨੇ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਿੱਦਾਂ ਕੀਤੀ ਜਾਵੇ। ਬਹੁਤ ਕੰਮ ਹੈ ਕਰਨ ਵਾਲਾ। ਔਰ ਵਿਰੋਧੀ ਧਿਰਾਂ ਨੂੰ ਵੀ ਚਾਹੀਦਾ ਕਿ ਹੁਣ ਬਹੁਤ ਹੋ ਗਈ ਰਾਜਨੀਤੀ, ਬਹੁਤ ਲੱਤਾਂ ਖਿੱਚਣ ਦਾ ਕੰਮ ਕਰ ਲਿਆ ਇੱਕ ਦੂਜਿਆਂ ਦਾ, ਹੁਣ ਬਸ ਕਰੋ ਯਾਰ, ਹੁਣ ਸੁੱਖ ਦਾ ਸਾਹ ਲੈ ਲੈਣ ਦਿਓ ਲੋਕਾਂ ਨੂੰ, ਰੱਜ ਕੇ ਰੋਟੀ ਖਾ ਲੈਣ ਦਿਓ ਲੋਕਾਂ ਨੂੰ। ਇਹ ਕੀ ਜਲੂਸ ਕੱਢਿਆ ਹੋਇਆ ਆਪਾਂ, ਤਮਾਸ਼ਾ ਬਣਾ ਕੇ ਰੱਖਿਆ ਹੋਇਆ। ਵੈਸੇ ਖੰਨਾ ਜੀ ਜਿਹੜੀ ਵਿਰੋਧੀ ਪਾਰਟੀ ਹੁੰਦੀ ਹੈ ਨਾ, ਇਹ ਬੈਲੈਂਸ ਨਹੀਂ ਕਰ ਰਹਿਣ ਦਿੰਦੀਆਂ ਹੁੰਦੀਆਂ। ਇਹਨਾਂ ਨੂੰ ਇਹ ਹੁੰਦਾ, ਅੰਦਰੋਂ ਇਹਨਾਂ ਦੀ ਸੋਚ ਹੁੰਦੀ ਹੈ ਕਿ ਇਹ ਇਹਨਾਂ ਦਾ ਕ੍ਰੈਡਿਟ ਨਾ ਲੈ ਜਾਵੇ ਕਿ ਇਹਨਾਂ ਨੇ ਆਹ ਸਹੂਲਤਾਂ ਦੇ ਦਿੱਤੀਆਂ, ਆਹ ਕੰਮ ਕਰ ਲਿਆ। ਔਰ ਉਹਦੇ ਵਿੱਚ ਇਹਨਾਂ ਹੁਣੇ ਤੁਸੀਂ ਸਨਅਤ ਦੀ ਗੱਲ ਕੀਤੀ ਆ ਜਿਹੜੀ ਇੰਡਸਟਰੀਅਲਿਸਟ ਜਿਹੜੇ ਇੱਥੇ ਨੇ ਜਲੰਧਰ ਦੇ, ਪਹਿਲੀ ਮੀਟਿੰਗ ਇੱਥੇ ਕੀਤੀ ਇਹਨਾਂ ਨੇ ਆ ਕੇ ਇੱਥੇ ਸਾਰਿਆਂ ਦੇ ਮੁਸ਼ਕਲਾਂ ਪੁੱਛੀਆਂ, ਬਿਜਲੀ ਦੀ ਜਿਹੜੇ ਉਹਨਾਂ ਨੂੰ ਸਹੂਲਤ ਦੇ ਰਹੀ ਸੀ ਉਹਦੇ ਬਾਰੇ ਕੀਤਾ, ਯੂਨਿਟ ਪ੍ਰਤੀ ਯੂਨਿਟ ਕੀ ਕਰਨਾ ਹੈਗਾ, ਪ੍ਰੋਡਕਟ ਜਿਹੜੀਆਂ ਬਣ ਰਹੀਆਂ ਉਹਨਾਂ ਨੂੰ ਕਿੱਥੇ ਕਿੱਥੇ ਵੇਚਣਾ ਹੈਗਾ, ਮਾਰਕੀਟਿੰਗ ਬਾਰੇ ਗੱਲ ਹੋਈ ਆ। ਦੂਜੀ ਮੀਟਿੰਗ ਉਹਨਾਂ ਦੀ ਅੰਮ੍ਰਿਤਸਰ ਹੋਈ ਆ, ਜਿਹੜੇ ਇੰਡਸਟਰੀਲਿਸਟ ਨੇ ਉੱਥੇ ਬਾਰਡਰ ਏਰੀਆ 'ਚ ਜਿਹੜੀ ਇੰਡਸਟਰੀ ਲਾਉਣ ਲਈ। ਔਰ ਇਹਨਾਂ ਨੇ ਡਿਕਲੇਅਰ ਕੀਤਾ ਕੁਝ ਏਰੀਆ ਅਸੀਂ ਜਿਹੜਾ ਕਾਟੇਜ ਇੰਡਸਟਰੀ ਜਿਸ ਤਰ੍ਹਾਂ ਤੁਸੀਂ ਗੱਲ ਕੀਤਾ ਉਹਨੂੰ ਬਾਰਡਰ ਏਰੀਆ 'ਤੇ ਲਾਵਾਂਗੇ, ਜਿਹਦੇ ਵਿੱਚ ਐਗਰੀਕਲਚਰ ਜਿਹੜੀ ਇੰਡਸਟਰੀ ਆ ਉਹਨੂੰ ਉੱਥੇ ਲਾਵਾਂਗੇ। ਔਰ ਪ੍ਰੋਬਲਮ ਫਿਰ ਉੱਥੇ ਆ ਜਾਂਦੀ ਆ, ਐਲਾਨ ਹੋ ਜਾਣਗੇ ਸਾਰਾ ਕੁਝ, ਜਦੋਂ ਪੈਸਾ ਨਹੀਂ ਤੁਹਾਡੇ ਬੋਝੇ 'ਚ ਤੁਸੀਂ ਕਿੰਨਾ ਕੁ ਕੰਮ ਕਰ ਲਓਗੇ। ਔਰ ਉਹਦੇ ਨਾਲ ਫਿਰ ਜਿਹੜੀਆਂ ਸਹੂਲਤਾਂ ਉੱਥੇ ਠੱਪੀਆਂ ਰਹਿੰਦੀਆਂ। ਗੱਲ ਤਾਂ ਪੈਸੇ ਦੀ ਆ, ਹਰ ਕੰਮ ਸ਼ੁਰੂ ਕਰਨ ਲਈ ਮਾਇਕ ਔਕੜਾਂ ਅੱਗੇ ਆਉਂਦੀਆਂ, ਫਾਈਨੈਂਸ਼ੀਅਲ ਹੈਲਪ ਹੋਣੀ ਚਾਹੀਦੀ ਆ। ਔਰ ਜੇ ਤੁਹਾਡੇ ਗੱਲੇ 'ਚ ਪੈਸਾ ਨਹੀਂ ਹੈਗਾ ਤਾਂ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਿੱਦਾਂ ਕਰ ਸਕੋਗੇ। ਇਸੇ ਕਰਕੇ ਹੈਗਾ, ਦਿਮਾਗ 'ਚ ਤਾਂ ਬੜਾ ਕੁਛ ਆਉਂਦਾ ਕਿ ਆ ਵੀ ਬਣਾ ਦੀ, ਆਹ ਰਹਿ ਗਿਆ, ਉਹ ਪਾਰਟੀ ਨੇ ਨਹੀਂ ਕੀਤਾ, ਅਸੀਂ ਕਰ ਦਈਏ, ਅਸੀਂ ਕਰ ਸਕੀਏ, ਔਰ ਕਿੰਨਾ ਕੁ ਅਸੀਂ ਕਰ ਸਕਦੇ ਹਾਂ। ਉਹ ਨਹੀਂ ਹੋ ਰਿਹਾ ਇਸ ਕਰਕੇ ਕਿ ਪੈਸਾ ਹੀ ਨਹੀਂ ਪੱਲੇ, ਪੈਸਾ ਆਉਣਾ ਕਿੱਥੋਂ ਹੈਗਾ। ਔਰ ਉਹਦੇ ਵਿੱਚ ਸਾਡੇ NRI ਵੀਰ ਦੇ ਪ੍ਰੋਗਰਾਮ ਨੂੰ ਵੇਖਣਗੇ, ਸੁਣਨਗੇ, ਉਹਨਾਂ ਨੂੰ ਪਤਾ ਹੈਗਾ। ਜੇ ਉਹ ਸਾਰੇ ਆਪਾਂ ਇੱਕ ਵਾਰੀ ਅੱਗੇ ਇਸ ਪ੍ਰੋਗਰਾਮ 'ਚ ਗੁਜ਼ਾਰਿਸ਼ ਕੀਤੀ ਸੀ, ਬੇਨਤੀ ਕੀਤੀ ਸੀ ਕਿ ਇਹ ਜੇ ਇੱਥੋਂ ਦੀ ਮੌਜੂਦਾ ਗੌਰਮੈਂਟ NRI ਵੀਰਾਂ ਨਾਲ ਥੋੜ੍ਹਾ ਬਹੁਤ ਸਲਾਹ ਮਸ਼ਵਰਾ ਕਰ ਲਏ, ਉਹਨਾਂ ਨਾਲ ਕੋਈ ਡਿਸਕਸ ਕਰ ਲਏ ਔਰ ਪੰਜਾਬ ਵਿੱਚ ਕੀ ਕੁਛ ਕਰਨਾ ਹੈਗਾ, ਔਰ NRI ਵੀਰ ਇਹਨਾਂ ਦੀ ਹੈਲਪ ਕਰ ਸਕਦੇ ਆ। ਉਹ ਜੇਕਰ ਪਿੰਡਾਂ ਦੇ ਸਕੂਲ ਬਣਾ ਸਕਦੇ ਆ, ਪਿੰਡਾਂ 'ਚ ਸੜਕਾਂ ਬਣਾ ਸਕਦੇ ਆ, ਪਿੰਡਾਂ 'ਚ ਖੇਡ ਸਟੇਡੀਅਮ ਬਣਾ ਦਿੰਦੇ ਆ, ਉੱਥੇ ਸਾਰਾ ਕੁਝ ਬੱਚਿਆਂ ਨੂੰ ਜਿਹੜੀਆਂ ਕਿਤਾਬਾਂ ਮੁਫਤ ਦੇ ਸਕਦੇ ਆ, ਇਹ ਵੀ ਕੰਮ ਕਰ ਸਕਦੇ ਆ ਜੇ ਇਹਨਾਂ ਨੂੰ ਇਸ ਗੱਲ ਲਈ ਪ੍ਰੇਰਿਆ ਜਾਵੇ ਤਦ ਕਰਕੇ। ਬਿਲਕੁਲ ਠੀਕ ਹੈ। ਔਰ 1300 ਕਰੋੜ ਦਾ ਜੋ ਲਾਗਤ ਦਾ ਪ੍ਰੋਜੈਕਟ ਹੈ ਉਸ ਦਾ ਵੀ ਐਲਾਨ ਕੀਤਾ ਹੈ ਕੇਜਰੀਵਾਲ ਸਾਹਿਬ ਨੇ, ਮਾਨ ਸਰਕਾਰ ਨੇ। ਔਰ ਇਹ ਵੀ ਇੱਕ ਤਾਰੀਫ ਦੀ ਗੱਲ ਹੈ। ਹੁਣ ਇਹ 1300 ਕਰੋੜ ਦਾ ਜਿਹੜਾ ਪ੍ਰੋਜੈਕਟ ਹੈ ਪੰਜਾਬ ਦੀ ਖੁਸ਼ਹਾਲੀ ਵਾਸਤੇ, ਇਹ ਕੀ ਚੀਜ਼ ਹੈ? ਇਹਨਾਂ ਨੇ ਗੱਲ ਕੀਤਾ ਕਿ ਜਿਹੜੇ ਹਸਪੀਟਲ ਆ ਜਿਹੜੇ ਥੋੜ੍ਹੇ ਜਿਹੇ ਇਸ ਵੇਲੇ ਸਟੈਗਨੇਸ਼ਨ 'ਤੇ ਰੁਕੇ ਪਏ ਸੀਗੇ, ਉਹਨੂੰ ਰੈਨੋਵੇਟ ਕਰਨ ਲਈ, ਉਹ 'ਚ ਸਹੂਲਤਾਂ ਫਿਰ ਹੋਰ ਦੇਣ ਲਈ, ਉਹਨਾਂ ਦੀਆਂ ਇਮਾਰਤਾਂ ਦਰੁਸਤ ਕਰਨ ਲਈ ਔਰ ਉਹਦੇ 'ਚ ਸਟਾਫ ਦੇਣ ਲਈ ਉਹ 1300 ਕਰੋੜ ਰੁਪਈਆ ਜਿਹੜਾ ਰੱਖਿਆ ਉਹ ਸਿਹਤ ਮਿਸ਼ਨ ਹੈ, ਹੈਲਥ ਮਿਸ਼ਨ ਲਈ ਹੈਗਾ। ਔਰ ਇਹਦਾ ਉਦਘਾਟਨ ਉਹਨਾਂ ਨੇ ਪਟਿਆਲੇ ਤੋਂ ਕੀਤਾ ਔਰ ਕੇਜਰੀਵਾਲ ਸਾਹਿਬ ਵੀ ਉੱਥੇ ਆਏ ਸੀ ਔਰ ਆਂਦੇ ਹਜੂਮ ਔਰ ਇੰਨੀ ਵੱਡੀ ਰੈਲੀ ਕਾਮਯਾਬ ਸੀ, ਇੰਨੀ ਦੁਨੀਆ ਆਈ ਵੇਖਣ ਲਈ। ਔਰ ਲੋਕਾਂ ਨੂੰ ਪਤਾ ਕਿ ਸਿਹਤ ਸਹੂਲਤਾਂ ਜਿਹੜੀਆਂ ਹੈਗੀਆਂ ਫ੍ਰੀ ਆਫ ਕਾਸਟ ਹੋਣਗੀਆਂ ਔਰ ਟੈਸਟ ਜਿਹੜੇ ਫ੍ਰੀ ਹੋਣਗੇ ਔਰ ਡਾਕਟਰ ਵੀ ਇਹਨਾਂ ਨੇ ਕਹਿਤਾ ਕਿ ਇੰਨਾ ਡਾਕਟਰ ਅਸੀਂ ਮੁਹੱਈਆ ਕਰ ਰਹੇ ਹਾਂ। ਜਿਹੜੇ ਮੁੰਡੇ MBBS ਕਰਕੇ ਬਾਹਰ ਜਾਂਦੇ ਸੀ ਡਾਕਟਰ, ਉਹਨਾਂ ਨੂੰ ਇੱਥੇ ਬੈਨੀਫਿਟ ਦੇਵਾਂਗੇ, ਉਹ ਇੱਥੇ ਰਹਿਣਗੇ। ਨਰਸਾਂ ਕੁੜੀਆਂ ਜਿਹੜੀਆਂ ਇੱਥੇ ਰਹਿਣਗੀਆਂ। ਔਰ ਉਹਨਾਂ ਨੇ ਕਹਿਤਾ ਕਿ ਅਸੀਂ ਇਹ ਮਿਸ਼ਨ ਵੱਲ ਜ਼ਿਆਦਾ ਧਿਆਨ ਦਿੱਤਾ, ਪੈਸਾ ਰੱਖ ਲਿਆ ਸੀ
ਹੁਣ ਉਹ ਦੇਖੋ ਵੀ ਉਹ ਕਰਜ਼ੇ 'ਚੋਂ ਲਿਆ ਜਾਂ ਕਿੱਥੋਂ ਲਿਆ, ਪਰ ਪੈਸਾ ਇਹਨਾਂ ਨੇ ਇਨਵੈਸਟ ਕਰਨ ਲਈ ਕਹਿ ਦਿੱਤਾ ਵੀ ਆਹ ਹੀ ਪੈਸਾ ਇੱਥੇ ਕਰਾਂਗੇ। ਔਰ ਉਹਦੇ ਤੋਂ ਹੁਣ ਅਜੇ ਸ਼ੁਰੂਆਤ ਆ ਕੰਮ ਦੀ। ਸ਼ੁਰੂਆਤ ਲਈ ਜੇ ਇੰਨਾ ਕੁ ਪੈਸਾ ਆ ਗਿਆ ਤਾਂ ਉਹਦੇ ਬਾਅਦ ਹੋਰ ਵੀ ਪੈਸਾ ਇਹਦਾ ਲਾਊਗਾ। ਜਦੋਂ ਕੋਈ ਕੰਮ ਸ਼ੁਰੂ ਹੋ ਜਾਂਦਾ ਔਰ ਉਹ ਜਦੋਂ ਸ਼ੁਰੂ ਹੋ ਜਾਂਦੀ ਗੱਡੀ ਲਾਈਨ 'ਤੇ ਆ ਜਾਂਦੀ ਹੈ, ਜਦੋਂ ਛਕ ਛਕ ਕਰਕੇ ਤੁਰ ਪੈਂਦੀ ਆ, ਚੀਕਾਂ ਮਾਰਦੀ, ਉਦੋਂ ਬਾਅਦ ਫਿਰ ਸਾਰਾ ਜਿਹੜਾ ਹਜੂਮ ਨਾਲ ਚੰਬੜ ਜਾਂਦਾ। ਹੁਣ ਜੇ ਪਬਲਿਕ ਵੀ ਨਾਲ ਆਊਗੀ ਤਾਂ ਉਹ ਵੀ ਆ ਜਾਊਗਾ। ਔਰ ਇਸੇ ਕਰਕੇ ਮੈਨੂੰ ਲੱਗਦਾ ਕੇਜਰੀਵਾਲ ਸਾਹਿਬ ਵੀ ਆਏ, ਚੰਗੇ ਕੰਮ ਲਈ ਆਉਣਾ ਮਾੜੀ ਗੱਲ ਨਹੀਂ, ਕਿਉਂਕਿ ਇਹਨਾਂ ਦੇ ਖੈਰ ਖੁਆਹ ਵੀ ਨੇ, ਇਹਨਾਂ ਦੇ ਸਲਾਹਕਾਰ ਵੀ ਹੈ, ਔਰ ਭਗਵੰਤ ਮਾਨ ਨੂੰ ਕੁਰਸੀ ਤੇ ਬਿਠਾਉਣ ਵਾਲੇ ਵੀ ਹੋਗਾ, ਕਿਉਂਕਿ ਕੇਜਰੀਵਾਲ ਸਾਹਿਬ ਇਸ ਵੇਲੇ ਇਹਨਾਂ ਦੇ ਜਿਹੜੇ ਵੱਡੇ ਨੇਤਾ ਨੇ। ਔਰ ਇਸ ਵੇਲੇ ਨੈਸ਼ਨਲ ਪਾਰਟੀ ਬਣ ਗਈ ਹੈਗੀ ਆ। ਵਿਰੋਧੀ ਪਾਰਟੀਆਂ ਜੋ ਮਰਜ਼ੀ ਕਰੀ ਜਾਣ, ਉਹਨਾਂ ਆਉਣਾ। ਇਹ ਵੀ ਹਾਈ ਕਮਾਂਡ, ਮੈਂ ਖੰਨਾ ਜੀ ਗੱਲ ਕਰ ਰਿਹਾ ਕਿ ਜੇ ਵਿਰੋਧੀ ਪਾਰਟੀ ਕਾਂਗਰਸ ਸੀ, ਸਿੱਧੇ ਜਾ ਕੇ ਸੋਨੀਆ ਗਾਂਧੀ, ਸਿੱਧੇ ਜਾ ਕੇ ਰਾਹੁਲ ਗਾਂਧੀ ਕੋਲ ਪੁੱਛਦੇ ਸੀ ਗੱਲ, ਪ੍ਰਿयंका ਗਾਂਧੀ ਕੋਲ ਪੁੱਛਣਾ। ਜੋ ਸਿੱਧੂ ਜੀ ਪਤਾ ਨਹੀਂ 15 ਵਾਰੀ ਉੱਥੇ ਜਾਂਦੇ ਸੀ ਜਦੋਂ ਇਹ ਪ੍ਰਧਾਨ ਰਹੇ ਆ। ਔਰ ਉਦੋਂ ਪਹਿਲਾਂ ਜਿਹੜੇ ਅਕਾਲੀ ਦਲ ਵਾਲੇ ਵੀ ਬੀਜੇਪੀ ਕੋਲ ਜਾਂਦੇ ਸੀਗੇ, ਜਿੱਥੇ ਅਸ਼ੋਕਾ ਰੋਡ, ਜਿੱਥੇ ਇਹਨਾਂ ਦਾ ਹੈੱਡ ਆਫਿਸ ਹੈ। ਹੁਣ ਜੇ ਕੇਜਰੀਵਾਲ ਇੱਧਰ ਆ ਰਿਹਾ ਤਾਂ ਇਹਨਾਂ ਨੂੰ ਚੁੱਭਣ ਲੱਗ ਪਿਆ, ਜਾਂ ਇਹ ਉੱਥੇ ਜਾਂਦਾ ਤਾਂ ਚੁੱਭਦਾ, ਕਿਉਂਕਿ ਇਹਨਾਂ ਦਾ ਇੱਕ ਹਫ਼ਤਾ ਰਾਬਤਾ ਵਾ, ਸਲਾਹ ਮਸ਼ਵਰਾ ਹੋਣਾ। ਪਾਰਟੀ ਦਾ ਹੈੱਡ ਆ ਹੈ ਨਾ ਕੇਜਰੀਵਾਲ ਸਾਹਿਬ। ਔਰ ਇਹਦੇ ਨਾਲ ਇਹ ਹੁੰਦਾ, ਇਹਦੇ ਪੈਸੇ ਬਰਬਾਦ ਹੁੰਦਾ ਤਾਂ ਮੰਨ ਲਿਆ, ਪਰ ਹੁਣ ਬਹਿ ਕੇ ਵੀ ਗੱਲ ਨਹੀਂ ਹੁੰਦੀ। ਜੇ ਅਸੀਂ ਇਹ ਕਹਿੰਦੇ ਕਰਨਾਟਕ 'ਚ ਗਏ, ਨੈਸ਼ਨਲ ਪਾਰਟੀ ਬਣ ਗਈ। ਜਦੋਂ ਜਾਂਦੇ ਕਰਨਾਟਕ, ਮਦਰਾਸ ਜਾ ਰਹੇ ਆ, ਔਰ ਉਹਦੇ 'ਚ ਮੱਧ ਪ੍ਰਦੇਸ਼ 'ਚ ਗਏ ਆ, ਔਰ ਬਿਹਾਰ 'ਚ ਗਏ ਆ। ਜਾਣਾ ਤਾਂ ਹੈ ਕਿਉਂਕਿ ਇਹਨਾਂ ਇਲੈਕਸ਼ਨ ਜਿੱਤੀ ਹੋਈ ਹੈ। ਹੁਣ ਨਾਲ ਦੇ ਸੂਬੇ ਰਾਜਸਥਾਨ 'ਚ ਵੀ ਇਲੈਕਸ਼ਨ ਦਾ ਢੋਲ ਵੱਜ ਗਿਆ। ਸਾਰਾ ਕੁਝ ਇਹ ਹੋਊਗਾ ਕਿਉਂਕਿ ਇਹ ਚਾਹੁੰਦੇ ਨੇ ਕਿ ਉੱਥੇ ਸਾਡੀਆਂ ਸਰਕਾਰਾਂ ਬਣਨ। ਹੁਣ ਜਿਸ ਤਰ੍ਹਾਂ ਕਾਂਗਰਸ ਸੋਚ ਰਹੀ ਹੈ, ਉਸੇ ਤਰ੍ਹਾਂ ਆਪ ਵੀ ਸੋਚੋ ਕਿ ਜਿਸ ਤਰ੍ਹਾਂ ਬੀਜੇਪੀ ਸੋਚਦੀ ਹੈ, ਆਪ ਵੀ ਨੇ ਉਹੀ ਸੋਚਣਾ ਹੈਗਾ। ਹੁਣ ਇਹ ਪੰਜਾਬ ਦੇ ਦਾਇਰੇ 'ਚ ਤਾਂ ਨਹੀਂ ਰਹਿ ਸਕਦਾ ਕਿ ਜਿਹੜੇ ਇੱਥੇ ਦੇ ਜ਼ਿਲ੍ਹੇ 5-7 ਹੈਗੇ, ਉਹਨਾਂ ਜ਼ਿਲ੍ਹਿਆਂ 'ਚ ਘੁੰਮਦਾ ਰਹੇ, ਸੰਗਰੂਰ ਤੋਂ ਲੈ ਕੇ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਲੈ ਕੇ ਜਲੰਧਰ ਤੱਕ। ਇਸ ਵੇਲੇ ਨੈਸ਼ਨਲ ਪਾਰਟੀ ਹੈ, ਬਿਲਕੁਲ ਨੈਸ਼ਨਲ ਪਾਰਟੀ ਹੈ। ਔਰ ਕੇਜਰੀਵਾਲ ਸਾਹਿਬ ਨੂੰ ਇਹ ਵੀ ਦੇਖਣਾ ਚਾਹੀਦਾ, ਜੋ ਮਾਨ ਸਾਹਿਬ ਨੇ ਟਵੀਟ ਕੀਤਾ ਸੀ ਥੋੜੇ ਦਿਨ ਪਹਿਲਾਂ। ਟਵੀਟ ਕੀ ਕੀਤਾ ਕਿ ਅਸੀਂ ਤੇ ਆਪਣੇ ਜਿਹੜੇ ਪਹਿਲਾਂ ਦੀਆਂ ਸਰਕਾਰਾਂ ਰਹਿ ਕੇ ਗਈਆਂ ਨੇ, ਉਹਨਾਂ ਦੇ ਬੀਜੇ ਹੋਏ ਕੰਢੇ ਚੁੱਕਦੇ ਪਏ ਆ, ਅਸੀਂ ਤੇ ਉਹਨਾਂ ਦੇ ਕਰਜ਼ੇ ਹੀ ਮੋੜੀ ਜਾਂਦੇ ਪਏ ਆ। ਕਰਜ਼ਾ ਤਾਂ ਹੈ, ਉਹਨਾਂ ਨੇ ਦੱਸਿਆ। ਇਹ ਸਾਰੇ ਵਿਰੋਧੀ ਜਿਹੜੇ ਨੇ ਮੋਟੇ ਤੌਰ ਤੇ ਇਕੱਠੇ ਨੇ, ਇਹ ਸਾਰੇ ਸਾਡੀਆਂ ਮਤਲਬ ਇੱਕ ਤਰ੍ਹਾਂ ਨਾਲ ਜੇ ਮੀਨਿੰਗ ਕੱਢਿਆ ਜਾਵੇ ਤਾਂ ਇਹ ਹੈ ਕਿ ਸਾਰੇ ਇਸ ਚੀਜ਼ ਦਾ ਇੰਤਜ਼ਾਰ ਕਰਦੇ ਪਏ ਨੇ ਕਿ ਮਾਨ ਸਾਹਿਬ ਕਿੱਥੇ ਕੋਈ ਗਲਤੀ ਕਰਨ ਤੇ ਉਹਨਾਂ ਨੂੰ ਨੱਪੀਏ, ਉਹਨਾਂ ਨੂੰ ਨੱਪੀਏ। ਸਹੀ ਗੱਲ, ਆਹ ਚੀਜ਼। ਪਰ ਜੇ ਕੋਈ ਕੰਮ ਚੰਗਾ ਹੁੰਦਾ ਨਾ, ਉਹਦੀ ਕਦੇ ਤਾਰੀਫ ਨਹੀਂ ਕਰਦੇ। ਜੇ ਹੁਣ ਕਿੰਨੀਆਂ ਸਰਕਾਰਾਂ ਆਈਆਂ, ਗਰੀਬ ਲੋਕਾਂ ਨੂੰ ਤਾਂ ਇਹਨਾਂ ਨੇ 200 ਯੂਨਿਟ ਦਿੱਤਾ ਸੀ। ਅਕਾਲੀ ਦਲ ਨੇ ਕਿਹਾ, ਕੱਲ੍ਹ ਇਹਨਾਂ ਦੇ ਨੇਤਾ ਆਗੂ ਸੁਖਬੀਰ ਬਾਦਲ ਜੀ ਨੇ ਕਿਹਾ ਕਿ ਇਹਨਾਂ ਕੀ ਵੱਡਾ ਕੰਮ ਕਰਦਾ ਸੀ, 200 ਯੂਨਿਟ ਤਾਂ ਆਲਰੇਡੀ ਪਹਿਲਾਂ ਦੇ ਰਹੇ ਸੀ। ਜੇ 100 ਯੂਨਿਟ ਹੋਰ ਦੇ ਦਿੱਤਾ ਇਹਨਾਂ ਨੇ ਤਾਂ ਉਹਦੇ ਨਾਲ ਕੀ ਹੋਇਆ? ਉਹਨਾਂ ਨੂੰ ਇਹ ਨਹੀਂ ਪਤਾ ਹੈਗਾ, ਸ਼ਾਇਦ ਉਹਨਾਂ ਨੇ ਕਲੀਅਰ ਨਹੀਂ ਕੀਤਾ ਕਿ ਜਨਰਲ ਕੈਟਾਗਰੀ ਨੂੰ ਵੀ ਕਰ ਦਿੱਤਾ। ਤੁਸੀਂ ਜਨਰਲ ਕੈਟਾਗਰੀ ਨੂੰ ਦਿੱਤਾ ਹੀ ਨਹੀਂ ਸੀਗਾ। ਉਹ ਕੈਟਾਗਰੀ ਜਿਹੜੀ ਹੈ 600 ਯੂਨਿਟ ਲੈ ਰਹੀ ਹੈ ਔਰ ਫ੍ਰੀ। ਔਰ ਜੇ ਉਦੋਂ ਬਾਅਦ ਜੇ 4 ਜਾਂ 5 ਜਾਂ 10 600 ਤੋਂ ਉੱਪਰ ਚੱਲ ਜਾਂਦੇ, ਫਿਰ ਉਹਨਾਂ ਨੂੰ ਸਾਰਾ ਦੇਣਗੇ, ਸਾਰੇ ਦੇਣੇ ਪੈਣਗੇ। ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ 600 ਯੂਨਿਟ ਤਦ ਮਾਫ ਹੈਗਾ। ਜੇ 600 ਤੋਂ ਉੱਪਰ 60 ਜਾਂ 70 ਯੂਨਿਟ ਜਾਂ ਜਿੰਨੇ ਜਾ ਰਹੇ ਹੈਗੇ ਆ, ਉਹ ਉਹਨਾਂ ਦੇ ਕੇਵਲ ਪੈਸੇ ਦੇਣਗੇ, 600 ਯੂਨਿਟ ਦੇ ਨਹੀਂ ਦੇਣਗੇ। ਗਰੀਬਾਂ ਲਈ ਇਹ ਹੈਗੀ ਆ, ਜਨਰਲ ਕੈਟਾਗਰੀ ਅਫੋਰਡ ਕਰਦੀ ਹੈ, ਉਹਨਾਂ ਨੂੰ ਇਹਨਾਂ ਦੇ ਦਿੱਤਾ ਔਰ ਵਧੀਆ ਗੱਲ ਹੋ ਗਈ ਹੈ। ਇਹਦੀ ਤਾਰੀਫ ਨਹੀਂ ਉਹਨਾਂ ਨੇ ਕੀਤੀ, ਇਹਨੂੰ ਉਹਨਾਂ ਨੇ ਉਸੇ ਜਿਹੜੇ ਰੱਦੀ ਦੇ ਟੋਕਰੇ 'ਚ ਪਾਤਾ। ਇਹ ਕਿਹੜਾ ਕੰਮ ਕੀਤਾ, ਅਸੀਂ ਤਾਂ ਕਰਦੇ ਰਹੇ ਹੈਗੇ। ਔਰ ਇਹ ਦਿੱਲੀ 'ਚ ਪਹਿਲੋਂ ਹੋਇਆ, ਫਿਰ ਇੱਥੇ ਦਿੱਤਾ। ਦਿੱਲੀ 'ਚ ਪਾਣੀ ਮੁਫਤ ਦਿੱਤਾ ਔਰ ਪਾਣੀ ਮਿਲਦਾ ਨਹੀਂ ਸੀਗਾ। ਮੈਂ ਉੱਥੇ ਜੌਬ ਕੀਤੀ, ਮੈਨੂੰ ਪਤਾ, ਬਾਹਰ ਸੜਕਾਂ 'ਤੇ ਅਸੀਂ ਪਾਣੀ ਆਪ ਗਲਾਸ ਮੁੱਲ ਲੈ ਕੇ ਪੀਂਦੇ ਹੁੰਦੇ ਸੀ। ਔਰ ਪੰਜਾਬ 'ਚ ਪਾਣੀ ਫ੍ਰੀ ਸੀ, ਟੂਟੀਆਂ ਨਹਾਓ ਧੋਵੋ ਜਿੱਦਾਂ ਮਰਜ਼ੀ ਹੈਗਾ। ਦਿੱਲੀ 'ਚ ਹੁਣ ਫ੍ਰੀ ਕਰ ਦਿੱਤਾ ਉਹਨਾਂ। ਪੰਜਾਬ ਤੇ ਜੀ ਛਬੀਲਾਂ ਲੱਗਦੀਆਂ ਨੇ, ਸਾਡੇ ਗੁਰੂ ਸਾਹਿਬ ਦਾ ਸੰਦੇਸ਼। ਸਹੀ ਗੱਲ, ਪੂਰੀ ਦੁਨੀਆ 'ਚ ਛਬੀਲਾਂ ਲਾਉਂਦੇ ਨੇ ਪੰਜਾਬੀ। ਤਾਂ ਆਪਾਂ ਅੱਗੇ ਵਧੀਏ। ਗੁਰੂ ਸਾਹਿਬ ਦੇ ਸੰਦੇਸ਼ ਦੀ ਗੱਲ ਹੋਈ ਹੈ ਤਾਂ ਰਾਹੁਲ ਗਾਂਧੀ ਅੰਮ੍ਰਿਤਸਰ ਆਏ ਹੋਏ ਨੇ। ਮੇਰਾ ਵੀ ਧਿਆਨ ਇੱਥੇ ਸੀਗਾ। ਤੁਸੀਂ ਛਬੀਲ ਦੀ ਗੱਲ ਕੀਤੀ ਹੈ ਔਰ ਉਹਦੇ ਵਿੱਚ ਵੀਡੀਓ ਰਾਹੁਲ ਗਾਂਧੀ ਜੀ ਆਪ ਜਲ ਦੀ ਸੇਵਾ ਕਰ ਰਹੇ ਆ, ਆਪ ਸ਼ਰਧਾਲੂਆਂ ਨੂੰ ਜਲ ਪਿਆ ਰਹੇ ਆ। ਰਾਤ ਵੇਲੇ ਜਦੋਂ ਸਾਰੀ ਸਫਾਈ ਕੀਤੀ ਜਾਂਦੀ ਹੈ, ਸਾਮ ਸਫਾਈ ਕੀਤੀ ਜਾਂਦੀ, ਉੱਥੇ ਵੀ ਸੇਵਾ ਕਰਦੇ ਨੇ। ਨਹੀਂ, ਉਹਦੇ ਵਿੱਚ ਲੰਗਰ 'ਚ ਵੀ ਇਹਨਾਂ ਨੇ ਸੇਵਾ ਕੀਤੀ ਆ, ਬਰਤਨ ਵੀ ਸਾਫ਼ ਕੀਤੇ ਆ ਔਰ ਉਹਦੇ ਵਿੱਚ ਪ੍ਰਸ਼ਾਦੇ ਵੀ ਵਰਤਾਏ ਆ। ਵੀ ਲੋਕਾਂ 'ਚ ਬੈਠ ਕੇ, ਪਬਲਿਕ ਸ਼ਰਧਾਲੂਆਂ 'ਚ ਬੈਠ ਕੇ ਪ੍ਰਸ਼ਾਦਾ ਛਕਿਆ। 2 ਉੱਥੇ ਰਾਤ ਰਹੇ ਆ, 2 ਦਿਨ ਰਹੇ ਆ। ਹਾਂ, 2 ਦਿਨ ਤੇ ਇੱਕ ਰਾਤ ਨੂੰ ਉੱਥੇ ਰਹਿ ਕੇ ਔਰ ਗੁਰੂ ਸਾਹਿਬ ਦੀ ਪੂਰੀ ਜਿਹੜੀ ਮਹਿਮਾ ਉਹਨੂੰ ਇਹਨਾਂ ਨੇ ਆਪਣਾ ਅੱਖਾਂ ਨਾਲ ਵੇਖਿਆ। ਔਰ ਪਾਲਕੀ ਸਾਹਿਬ ਨੂੰ ਇਹਨਾਂ ਨੇ ਮੋਢਾ ਦਿੱਤਾ ਔਰ ਉਹਦੇ ਵਿੱਚ ਸਤਿਕਾਰ ਕੀਤਾ। ਚੰਦੋਆ ਸਾਹਿਬ ਭੇਂਟ ਕੀਤਾ ਉੱਥੇ ਜਾ ਕੇ। ਔਰ ਉਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ, ਦੁਪਹਿਰ ਨੂੰ ਇਹਨਾਂ ਨੇ ਪਾਣੀ ਵੀ ਵਰਤਾਇਆ ਸਾਰੇ ਲੋਕਾਂ ਨੂੰ ਔਰ ਜੋੜਿਆਂ ਦੀ ਸੇਵਾ ਵੀ ਕੀਤੀ ਹੈ। ਜੋੜੇ ਸਾਫ਼ ਵੀ ਕੀਤੇ, ਜੋੜੇ ਰੱਖੇ ਵੀ ਹੈ। ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਪੋਲੀਟੀਕਲ ਨਹੀਂ, ਕਿ ਮੇਰੇ ਨੇੜੇ ਕੋਈ ਅਧਿਕਾਰੀ ਪੋਲੀਟੀਕਲ ਬੰਦਾ ਨਾ ਆਵੇ, ਪੁਲਿਸ ਵੀ ਨਾ ਆਵੇ। ਮੈਂ ਇਸ ਵੇਲੇ ਸ਼ਰਧਾਲੂ ਦੇ ਤੌਰ 'ਤੇ ਆ ਰਿਹਾ, ਮੈਂ ਗੁਰੂ ਸਾਹਿਬ ਦੇ ਦਰਸ਼ਨ ਲਈ ਨਤਮਸਤਕ ਹੋ ਰਿਹਾ ਵਾਂ। ਮੈਨੂੰ ਇਸ ਗੱਲ ਦਾ ਇਹ ਹੈਗਾ ਕਿ ਮੈਂ ਬੜੀ ਦੇਰ ਤੋਂ ਮੇਰੇ ਮਨ 'ਚ ਸੀਗਾ ਕਿ ਮੈਂ ਗੁਰੂ ਮਹਾਰਾਜ ਦੇ ਸੰਗੋਆਂ ਦਾ ਦਰਸ਼ਨ ਕਰਾਂ, ਮੈਂ ਜਾ ਕੇ ਉੱਥੇ। ਔਰ ਮੇਰੀ ਇਹ ਸ਼ਰਧਾ ਪੂਰੀ ਹੋ ਗਈ ਹੈ। ਔਰ ਉਹਦੇ ਵਿੱਚ ਇਹਨਾਂ ਨੇ ਔਰ ਬਾਕਾਇਦਾ ਤੌਰ 'ਤੇ ਉਹਨਾਂ ਨੇ ਲੰਗਰ ਵਿੱਚ
ਬਰਤਨ ਸਾਫ਼ ਕਰਕੇ ਸਫਾਈ ਵੀ ਕੀਤੀ ਹੈ ਲੰਗਰ ਦੇ ਵਿੱਚ ਆਲੇ ਦੁਆਲੇ ਜੋ ਕੁਛ ਸੀਗਾ ਬਾਕਾਇਦਾ ਤੌਰ ਤੇ। ਮੇਰਾ ਖਿਆਲ ਹੈ ਇਹਦੇ ਵਿੱਚ ਜਾ ਕੇ ਸਾਡੇ ਬਹੁਤੇ ਲੀਡਰ ਇਸ ਤਰ੍ਹਾਂ ਨਹੀਂ ਕਰਦੇ ਹੋਣਗੇ ਜੋ ਇਹ ਕਰਕੇ ਆਏ ਆ, ਪਰ ਇਹਦੇ ਵਿੱਚ ਕੁਝ ਜਿਹੜੀਆਂ ਆਪੋਜੀਸ਼ਨ ਨੇ ਜਾਂ ਵਿਰੋਧੀ ਧਿਰਾਂ ਦੀ ਆਪਾਂ ਗੱਲ ਕੀਤੀ, ਉਹਨਾਂ ਨੇ ਨੁਕਤਾਚੀਨੀ ਕੀਤੀ ਆ, ਬਹੁਤ ਕੁਝ ਕਿਹਾ ਵੀ ਹੈਗਾ, ਪਰ ਇਹਨਾਂ ਨੇ ਨਹੀਂ। ਇਹਨਾਂ ਨੇ ਕਹਿਤਾ ਕਿ ਪਰ ਜਦੋਂ ਗੁਰਦੁਆਰਾ ਸਾਹਿਬ ਔਰ ਧਾਰਮਿਕ ਸਥਾਨ ਸਾਰਿਆਂ ਲਈ ਖੁੱਲ੍ਹੇ ਆ ਔਰ ਉਹਨਾਂ ਦੇ 4 ਦਰਵਾਜ਼ੇ ਤਦੇ ਹੈਗਾ, ਕੋਈ ਵੀ ਚਾਰੇ ਵਰਨਾਂ ਲਈ ਸਾਂਝਾ ਕੋਈ ਵੀ ਆ ਸਕਦਾ, ਕੋਈ ਵੀ ਉਸ 'ਚ ਕੋਈ ਕਮਿਊਨਿਟੀ ਨਹੀਂ, ਕੋਈ ਜਾਤ ਨਹੀਂ, ਕੋਈ ਰੰਗ ਨਹੀਂ, ਕੋਈ ਨਸਲ ਨਹੀਂ, ਕੋਈ ਵੀ ਆ ਕੇ ਮੱਥਾ ਟੇਕ ਸਕਦਾ। ਔਰ ਉਹਦੇ ਵਿੱਚ ਜੇ ਆਏ ਆ ਔਰ ਉਹਨਾਂ ਨੇ ਆਪਣੀਆਂ ਜਾ ਕੇ ਸ਼ਰਧਾ ਪੂਰੀਆਂ ਕੀਤੀਆਂ ਵਾ, ਸੇਵਾ ਕੀਤੀ ਹੈ ਔਰ ਇਹ ਪੂਰੀ ਚਰਚਾ ਰਹੀ ਹੈ ਪੂਰੇ ਵਿਸ਼ਵ ਵਿੱਚ ਵੀ ਆਏ ਨੇ। ਔਰ ਇਹ ਤੋਂ ਬਾਅਦ ਇਹ ਬਿਲਕੁਲ ਬਾਹਰ ਵੀ ਟਰੱਕਾਂ ਤੇ ਵੀ ਬਹਿ ਕੇ ਜਾਂਦੇ ਰਹੇ, ਸਾਈਕਲ ਵੀ ਚਲਾਉਂਦੇ ਰਹੇ, ਮੋਟਰਸਾਈਕਲ ਤੇ ਵੀ ਜਾਂਦੇ। ਬਿਲਕੁਲ ਹੁੰਦਾ ਰਿਹਾ ਔਰ ਸਾਡੇ ਸਾਰਿਆਂ ਦੇ ਸੁਭਾਗ ਹੁੰਦੇ ਨੇ ਜਦੋਂ ਵੀ ਸੇਵਾ ਕਰਨ ਦਾ ਮੌਕਾ ਮਿਲਦਾ। ਔਰ ਵਿਰੋਧੀ ਤਰ੍ਹਾਂ ਦੀ ਗੱਲ ਤਾਂ ਇਹ ਹੈ ਨਾ ਕਿ ਉਹ ਤਾਂ ਕੋਈ ਨਾ ਕੋਈ ਗੱਲ ਕਰਨੀ ਹੈ, ਸਹੀ ਗੱਲ, ਆਟਾ ਗੁੰਨਦੀ ਹੈ ਤਾਂ ਹੈਲਦੀ ਕਿਉਂ, ਕਿਉਂ ਆ ਹੈਗਾ ਵਿਰੋਧੀ ਧਿਰ। ਚਲੋ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ।